ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਅੱਜ ਹੈ ਸੋਮਵਾਰ ਤੇ ਅੱਜ ਅਸੀਂ ਹਾਜ਼ਰਾਂ ਲੈ ਕੇ ਯੂਐਸ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਅਪਡੇਟ, ਅਮਰੀਕੀ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਤਬਦੀਲੀਆਂ ਆਈਆਂ ਨੇ ਜਾਂ ਆਉਣ ਦੀ ਸੰਭਾਵਨਾ ਹੈ, ਇਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਫੋਨ ਦੇ ਜ਼ਰੀਏ ਜੁੜ ਚੁੱਕੇ ਨੇ ਅਟਾਰਨੀ ਐਟ ਲਾਅ ਮਿਸਟਰ ਜਸਪ੍ਰੀਤ ਸਿੰਘ ਫਰਮ ਕੈਲੀਫੋਰਨੀਆ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਰ, ਸਾਨੂੰ ਪਤਾ ਹੈ ਕਿ ਤੁਹਾਡਾ ਵੀ ਅੱਜ ਸਮਾਂ ਬਹੁਤ ਬਿਜ਼ੀ ਸੀ, ਪਰ ਇਸ ਦੇ ਬਾਵਜੂਦ ਤੁਸੀਂ ਪ੍ਰੋਗਰਾਮ ਦੇ ਲਈ ਸਮਾਂ ਕੱਢਿਆ ਹੈ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ। ਜੀ ਬਿਲਕੁਲ। ਤੇ ਸਰ, ਗੱਲ ਕਰੀਏ ਫਿਲਹਾਲ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ, ਜਸਪ੍ਰੀਤ ਜੀ ਸਾਨੂੰ ਫੋਨ ਦੇ ਜ਼ਰੀਏ ਜੋ ਵੀ ਤਾਜ਼ਾ ਅਪਡੇਸ਼ਨ ਹੈ ਉਹਦੇ ਬਾਰੇ ਜਾਣਕਾਰੀ ਦੇਣਗੇ। ਜੇਕਰ ਤੁਹਾਡੇ ਵੀ ਕੋਈ ਸਵਾਲ ਹੈਗਾ, ਸਾਨੂੰ ਪ੍ਰੋਗਰਾਮ ਦੇ ਵਿੱਚ ਲਾਈਵ ਦੌਰਾਨ ਕਾਲ ਕਰਕੇ ਤੁਸੀਂ ਆਪਦੇ ਸਵਾਲ ਪੁੱਛ ਸਕਦੇ ਹੋ, ਪਰ ਸਵਾਲ ਅਮਰੀਕੀ ਇਮੀਗ੍ਰੇਸ਼ਨ ਸੰਬੰਧੀ ਹੀ ਤੁਹਾਡੇ ਹੋਣੇ ਚਾਹੀਦੇ ਨੇ। ਸੋ ਸ਼ੁਰੂਆਤ ਕਰਦੇ ਹਾਂ ਸਰ। ਫਿਲਹਾਲ ਤਾਂ ਅਮਰੀਕਾ ਦੀ ਜੋ ਸਥਿਤੀ ਬਣੀ ਹੋਈ ਹੈ, ਮੈਂ ਉਹਦੇ ਬਾਰੇ ਪਾਉਣਾ ਚਾਹਾਂਗੇ ਕਿ ਤੁਸੀਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ। ਉੱਥੇ ਜਦੋਂ ਤੋਂ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਪ੍ਰੋਟੈਸਟ ਲਗਾਤਾਰ ਵੱਧ ਰਹੇ ਨੇ, ਮਾਹੌਲ ਕਾਫੀ ਖਰਾਬ ਹੋ ਚੁੱਕਿਆ ਦੇਸ਼ ਦਾ। ਹਾਂਜੀ, ਇਹਦੇ ਵਿੱਚ ਕਾਫੀ ਜ਼ਿਆਦਾ ਤਕਰੀਬਨ 40 ਤੋਂ ਵੱਧ ਸ਼ਹਿਰਾਂ ਕਰਫਿਊ ਲੱਗਿਆ ਹੋਇਆ ਹੂੰ। ਤੇ ਕਈ ਸਟੇਟਾਂ ਦੇ ਵਿੱਚ, ਕਈ ਸ਼ਹਿਰਾਂ ਦੇ ਵਿੱਚ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਨਾਜ਼ੁਕ ਨੇ ਤੇ ਉਹਦੇ ਨਾਲ ਜੀ ਕਾਫੀ ਜ਼ਿਆਦਾ ਜਿਹੜੀ ਕੰਡੀਸ਼ਨ ਆ। ਹੈਲੋ। ਜੀ ਬਿਲਕੁਲ ਸਰ, ਤੁਹਾਡੀ ਆਵਾਜ਼ ਆ ਰਹੀ ਹੈ ਬਿਲਕੁਲ। ਹਾਂਜੀ ਹਾਂਜੀ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਇਸ ਤਰ੍ਹਾਂ ਜੀ ਕਿ 40 ਤੋਂ ਉੱਤੇ ਸ਼ਹਿਰਾਂ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੂੰ। ਤੇ ਕਾਫੀ ਜ਼ਿਆਦਾ ਜਿਹੜੀ ਪੋਜੀਸ਼ਨ ਹੈਗੀ ਆ ਉਹ ਅਮਰੀਕਾ ਦੇ ਵਿੱਚ ਇਸ ਟਾਈਮ ਤੇ ਟੈਂਸ ਹੈ ਹੂੰ। ਤੇ ਜਿਹੜੀ ਗਵਰਨਮੈਂਟ ਉਹਦੇ ਨੂੰ ਅਪੀਲ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਵੀ ਸ਼ਾਂਤੀ ਬਣਾ ਕੇ ਰੱਖਣ ਤੇ ਪਰ ਇਹ ਆ ਵੀ ਹੌਲੀ ਹੌਲੀ ਕੰਟਰੋਲ ਚ ਆ ਰਹੀ ਹੈ। ਇਹਨੂੰ ਟਾਈਮ ਲੱਗੂਗਾ। ਜਿਹੜਾ ਕੇਸ ਹੈ ਇਹਦਾ ਬੈਕਗਰਾਊਂਡ ਬਾਰੇ ਮੈਂ ਥੋੜਾ ਜਿਹਾ ਦੱਸਦਾ ਆਪਣੇ ਦਰਸ਼ਕਾਂ ਨੂੰ ਜਿਹੜੇ ਅਮਰੀਕਾ 'ਚ ਨਹੀਂ, ਅਮਰੀਕਾ ਤੋਂ ਬਾਹਰ ਨੇ। ਇਹ ਜਾਰਜ ਫਲੋਇਡ 40 ਸਾਲਾ ਅਮਰੀਕਨ ਅਮਰੀਕਨ ਮੇਲ ਸੀਗਾ ਬੰਦਾ ਤੇ ਉਹ ਦਿੱਲੀ 'ਚ ਗਿਆ ਤੇ ਉੱਥੋਂ ਉਹਨੇ ਸਿਗਰਟਾਂ ਲਈਆਂ 25 ਮਈ ਵਾਲੇ ਦਿਨ, 25 ਮਈ ਵਾਲਾ ਸਾਲ। ਤੇ ਉੱਥੇ ਉਹਨੇ $20 ਦਾ ਉਹਨਾਂ ਨੂੰ ਬਿੱਲ ਦਿੱਤਾ, ਜਿਹੜਾ ਕਿ ਕਾਊਂਟਰਫੀਟ ਸੀ। ਉਹ ਬਿੱਲ ਜਾਣੀ ਕਿ ਜਿਹੜਾ ਨੋਟ ਸੀ ਜਾਲੀ। ਤੇ ਉਹਨਾਂ ਨੇ ਦਿੱਲੀ ਵਾਲਿਆਂ ਨੇ ਪੁਲਿਸ ਨੂੰ ਕਾਲ ਕੀਤੀ ਤੇ ਉੱਥੇ ਪੁਲਿਸ ਆਈ ਤੇ ਪੁਲਿਸ ਵਾਲਿਆਂ ਨੇ ਇਹਨੂੰ ਮਤਲਬ ਵਿੱਚੋਂ ਆਪਣੀ ਗੱਡੀ ਚੋਂ ਕੱਢਿਆ ਤੇ ਇਹਦੇ ਕੋਲੇ ਕੋਈ ਵੈਪਨ ਜਾਂ ਹਥਿਆਰ ਕੋਈ ਨਹੀਂ ਸੀਗਾ। ਓਕੇ। ਤੇ ਇਹਨੂੰ ਉਹਨਾਂ ਨੇ ਜਦੋਂ ਆਪਣੀ ਗੱਡੀ 'ਚ ਮਤਲਬ ਪੁਲਿਸ ਦੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਰਜਿਸਟ ਕੀਤਾ ਤੇ ਉਹ ਥੱਲੇ ਡਿੱਗ ਪਿਆ ਤੇ ਉਹਦੇ ਵਿੱਚੋਂ ਇੱਕ ਜਿਹੜਾ ਪੁਲਿਸ ਵਾਲਾ ਆ ਉਹਨੇ ਉਹਦੀ ਗਰਦਨ ਤੇ ਆਪਣਾ ਗੋਡਾ ਰੱਖਤਾ ਜੀ। ਤੇ ਉਹ ਜੋ ਗਰਦਨ ਤੇ ਗੋਡਾ ਰੱਖਿਆ, ਉਹ 8 ਮਿੰਟ ਤੋਂ ਮਤਲਬ ਵੱਧ ਟਾਈਮ ਉਹਨੇ ਆਪਣਾ ਗੋਡਾ ਉਹਦੀ ਗਰਦਨ ਦੇ ਉੱਤੇ ਰੱਖਿਆ ਥੱਲੇ। ਤੇ ਉਹ ਇਹ ਕਹਿ ਰਿਹਾ ਸੀ ਕਿ ਮੈਨੂੰ ਸਾਹ ਨਹੀਂ ਆ ਰਿਹਾ। ਉਹਨੇ ਗੱਲ ਹੀ ਨਹੀਂ ਸੁਣੀ ਤੇ ਗੋਡਾ ਰੱਖਣ ਦੇ ਨਾਲ ਨਾਲ ਉਹ ਜਿਉਂ 8 ਮਿੰਟ ਹੋਏ ਤਾਂ ਉਹ ਮਤਲਬ ਬੇਹੋਸ਼ ਹੋ ਗਿਆ। ਉਹਨੇ ਬੇਹੋਸ਼ ਹੋਣ ਤੋਂ ਬਾਅਦ ਵੀ 1 ਮਿੰਟ ਆਪਣਾ ਗੋਡਾ ਉਹਦੀ ਗਰਦਨ ਤੇ ਰੱਖਿਆ, ਉਹਦੀ ਨੈਕ ਤੇ। ਜੀ। ਇੰਨੀ ਦੇਰ ਨੂੰ ਐਂਬੂਲੈਂਸ ਬੁਲਾ ਲਈ। ਐਂਬੂਲੈਂਸ ਆ ਗਈ। ਜਿਹੜੇ ਬਾਈ ਸੈਂਟਰ ਦਾ ਹੱਥ, ਉਹਨੇ ਆਪਣਾ ਗੋਡਾ ਲਿਫਟ ਨਹੀਂ ਕੀਤਾ ਉਹਦੇ ਬਾਅਦ। ਤੇ ਉੱਥੇ ਉਹਦੀ ਜਦੋਂ ਐਂਬੂਲੈਂਸ ਆ ਗਈ ਹਸਪੀਟਲ ਲੈ ਕੇ ਤਾਂ ਉਹ ਕਹਿੰਦੇ ਇਹਦਾ ਡੈਡ ਹੈ ਜੀ, ਮੌਤ ਹੋ ਗਈ। ਮੇਰਾ ਖਿਆਲ ਜਦੋਂ ਉਹਨੇ ਗੋਡਾ ਰੱਖਿਆ ਗਰਦਨ ਤੇ ਤਾਂ ਉੱਥੇ ਉਹਦੀ ਉਹ 8 ਮਿੰਟਾਂ 'ਚ ਹੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਪਰ ਇਹ ਆ ਵੀ ਉਹਦੇ ਕੋਲੇ ਕੋਈ ਵੈਪਨ ਨਹੀਂ ਸੀ, ਕੁਛ ਨਹੀਂ ਸੀ। ਉਹਨੂੰ ਇਸ ਕਿਸਮ ਦਾ ਜਿਹੜਾ ਵਿਹਾਰ ਕੀਤਾ ਗਿਆ, ਉਹ ਤੇ ਸਾਰੇ ਪ੍ਰੋਟੈਸਟ ਹੋ ਰਹੇ ਆ। ਤੇ ਫਿਰ ਉਸ ਤੋਂ ਬਾਅਦ ਖੈਰ ਹੁਣ ਉਹ ਜਿਹੜਾ ਪੁਲਿਸ ਆਫਿਸਰ ਸੀਗਾ ਉਹਦੇ ਉੱਤੇ ਉਹਨਾਂ ਨੇ ਮਰਡਰ ਦਾ ਕੇਸ ਬਣਾਇਆ। ਜਿਹੜੇ 4 ਸੀ ਟੋਟਲ ਅਫਸਰ, 4 ਨੂੰ ਨੌਕਰੀ ਚੋਂ ਕੱਢ ਦਿੱਤਾ ਤੇ ਬਾਕੀ 3 ਦੇ ਖਿਲਾਫ ਵੀ ਹੁਣ ਮਤਲਬ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤਾਂ ਹੋ ਸਕਦਾ ਉਹਨਾਂ ਦੇ ਵੀ ਕੇਸ ਬਣਨ। ਸਰ, ਇਹਨਾਂ ਉੱਤੇ 3rd ਡਿਗਰੀ ਮਰਡਰ ਕੇਸ ਦਾ ਲਗਾਇਆ ਗਿਆ। ਕੀ ਇਹ ਵਾਜਿਬ ਹੈ? ਕਿਉਂਕਿ ਬਾਰ-ਬਾਰ ਜਿਹੜਾ ਸੀ ਮਿਸਟਰ ਜਾਰਜ, ਉਹ ਬਾਰ-ਬਾਰ ਕਹਿ ਰਹੇ ਸੀ ਉਹਨਾਂ ਨੂੰ ਸਾਹ ਨਹੀਂ ਆ ਰਿਹਾ। ਇਸ ਦੇ ਬਾਵਜੂਦ ਪੁਲਿਸ ਅਫਸਰ ਨੇ ਜਾਣ ਕੇ ਅਣਗਹਿਲੀ ਵਰਤੀ ਹੈ। ਕੀ ਇਹਦੇ ਲਈ 3rd ਡਿਗਰੀ ਦੇ ਚਾਰजेस ਲਗਾਉਣੇ ਸਹੀ ਸੀ? ਹਾਂਜੀ, ਚਾਰजेस ਤਾਂ ਜਿਹੜੇ ਮਰਡਰ ਦੇ ਲਾਏ ਆ ਠੀਕ ਲਾਏ ਆ। ਬਸ ਜਿਹੜੀ ਸੈਂਟੈਂਸ ਹੈ ਜ਼ਿਆਦਾ ਹਾਰਸ਼ ਹੋਣੀ ਚਾਹੀਦੀ ਹੈ। ਡਿਮਾਂਡ ਸਾਰੇ ਇਹੀ ਕਰ ਰਹੇ ਆ ਕਿ ਇਹਨਾਂ ਦੀ ਜਿਹੜੀ ਸੈਂਟੈਂਸ ਹੈ ਉਹ ਜ਼ਿਆਦਾ, ਕਿਉਂਕਿ ਉਹ ਅਨਪ੍ਰੋਵੋਕਡ ਸੀ। ਉਹ ਤਾਂ ਕੋਈ ਵਾਇਲੈਂਸ ਹੈ ਹੀ ਨਹੀਂ ਸੀਗਾ ਬਿਲਕੁਲ। ਨਾ ਤਾਂ ਉਹਨੇ ਇਹਨਾਂ ਨੂੰ ਵਾਲਿਆਂ ਨੂੰ ਉਹਦੇ ਕੋਲੇ ਕੋਈ ਹਥਿਆਰ ਸੀ, ਨਾ ਉਹਨੇ ਕੁੱਟਮਾਰ ਕੀਤੀ ਕੋਈ। ਉਹ ਤਾਂ ਉਦਾਂ ਹੀ ਸੀਗਾ, ਸਿਰਫ ਇਹ ਕਹਿ ਰਿਹਾ ਸੀ ਮੈਂ ਗੱਡੀ 'ਚ ਨਹੀਂ ਬਹਿਣਾ। ਇਹਨਾਂ ਨੇ ਚੱਕ ਕੇ ਗਿਰਿਆ ਵੀ ਆਪ ਹੀ ਆ ਥੱਲੇ, ਤਾਂ ਉਹਨੂੰ ਚੱਕ ਕੇ ਅੰਦਰ ਪਾ ਦਿੰਦੇ। ਇਹਨਾਂ ਨੇ ਚੱਕ ਕੇ ਉਹਦੀ ਗਰਦਨ ਤੇ ਜਿਹੜਾ ਸੀ ਆਪਣਾ ਗੋਡਾ ਰੱਖਤਾ ਉਹਨੇ।
ਉਹਦੇ ਨਾਲ ਉਹਨੂੰ ਸਾਹ ਦੀ ਪ੍ਰੋਬਲਮ ਸੀ ਜਾਂ ਹੋਣੀ ਆ, ਉਹਦਾ ਹੋਰ ਜ਼ਿਆਦਾ ਹੋ ਗਈ ਤੇ ਡੈਥ ਹੋ ਗਈ। ਤੇ ਜਿਹੜੀ ਫੋਰਸ ਯੂਜ਼ ਕੀਤੀ ਗਈ ਪੁਲਿਸ ਨੇ ਬਿਲਕੁਲ ਗਲਤ ਸੀ, ਅਨਲੌਫੁਲ ਸੀ ਤੇ ਉਹਦੀ ਲੋੜ ਹੀ ਕੋਈ ਨਹੀਂ ਸੀ। ਇਹਨਾਂ ਦੇ ਖਿਲਾਫ ਜਿੰਨੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਮਰੀਕਾ ਦੇ ਵਿੱਚ ਜਿਹੜੀ ਇਸ ਕਿਸਮ ਦੀਆਂ ਘਟਨਾਵਾਂ ਹੈਗੀਆਂ ਅਫਰੀਕਨ ਅਮਰੀਕਨ ਕਮਿਊਨਿਟੀ ਜਾਂ ਮਿਨੋਰਟੀਜ਼ ਦੇ ਖਿਲਾਫ ਕਈ ਥਾਵਾਂ ਤੇ ਹੁੰਦੀਆਂ ਰਹਿੰਦੀਆਂ। ਉਹਦਾ ਵੀ ਲੋਕਾਂ ਦੀ ਗੁੱਸਾ ਕਾਫੀ ਜ਼ਿਆਦਾ ਵੀ ਇਹ ਜਿਹੜਾ ਏਦਾਂ ਦਾ ਬਿਹੇਵੀਅਰ ਆ ਬਹੁਤ ਜ਼ਿਆਦਾ ਰੂਡ ਤੇ ਬਹੁਤ ਜ਼ਿਆਦਾ ਜਿਹੜੀ ਕੁੱਟਮਾਰ ਹੈ ਇਹ ਮਤਲਬ ਜਿਹੜੀ ਅਨਨੈਸੈਸਰੀ ਜਿਹਦੀ ਕੋਈ ਲੋੜ ਨਹੀਂ ਗੀ। ਐਕਸੈਸਿਵ ਯੂਜ਼ ਆਫ ਫੋਰਸ, ਜਿਹੜਾ ਫੋਰਸ ਦਾ ਯੂਜ਼ ਆ ਉਹਨਾਂ ਹੋਣਾ ਚਾਹੀਦਾ ਜਿੰਨੀ ਲੋੜ ਆ। ਜੇ ਲੋੜ ਤੋਂ ਵੱਧ ਕੀਤਾ ਜਾਵੇ ਤਾਂ ਉਹਦੇ ਕਰਕੇ ਜ਼ਿਆਦਾ ਪ੍ਰੋਟੈਸਟ ਨੇ। ਪਰ ਹੁਣ ਇਹ ਵੀ ਇੱਕ ਇੱਥੇ ਐਲੀਮੈਂਟ ਹੈਗਾ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਇਹਨਾਂ ਦੇ ਵਿੱਚ ਜਿਹੜੇ ਬੰਦੇ ਵਿੱਚ ਕਈ ਇੱਦਾਂ ਦੇ ਬੰਦੇ ਵੀ ਸ਼ਾਮਲ ਹੋ ਗਏ ਇਹਨਾਂ ਦਾ ਮਨੋਰਥ ਪ੍ਰੋਟੈਸਟ ਕਰਨਾ ਨੀਗਾ, ਬਲਕਿ ਜਿਹੜੀ ਹੈਗੀ ਆ ਰਾਈਟਿੰਗ ਕਰਨਾ ਆ। ਉਹ ਅੱਗਾ ਲਾ ਰਹੇ ਆ ਸਟੋਰਾਂ ਨੂੰ, ਜਿਹੜੇ ਹੈਗੇ ਸਟੋਰਾਂ ਦੇ ਵਿੱਚ ਬਣ ਕੇ ਜਿਹੜੀ ਸ਼ੂਟਿੰਗ ਲੁੱਟ ਰਹੇ ਆ ਸਟੋਰਾਂ ਨੂੰ, ਤੋਂ ਸਮਾਨ ਚੱਕ ਰਹੇ ਆ। ਤੇ ਬਾਕੀ ਜਿਹੜੀਆਂ ਮਤਲਬ ਕਾਰਾਂ ਨੂੰ ਜਿਹੜੀ ਲੱਭ ਜਾਂਦੀ ਆ ਉਹਨੂੰ ਭੰਨਦੇ ਆ ਪੁਲਿਸ ਦੇ, ਜਿਹੜਾ ਅੱਗਾ ਲਾ ਰਹੇ ਆ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਗਿਆ। ਜਿਵੇਂ ਅੱਜ ਦੀ ਖਬਰ ਸੀਗੀ ਸੈਂਟਾ ਮੋਨਿਕਾ ਤੇ ਪਤਾ ਨਹੀਂ 250-300 ਬੰਦੇ ਹੁਣੇ ਖਬਰ ਆਈ ਆ ਫੜੇ ਆ, ਤੇ ਉਹਨਾਂ ਵਿੱਚੋਂ 95% ਬੰਦਿਆਂ ਨੂੰ ਨਾ ਕੋਈ ਲੈਣਾ ਦੇਣਾ ਹੀ ਹੈ ਨਹੀਂ ਜਿਹੜੀ ਹੈਗੀ ਫਲੋਇਡ ਦੀ ਪ੍ਰੋਟੈਸਟ ਨਾਲ। ਉਹ ਕਹਿੰਦੇ ਅਸੀਂ ਤਾਂ ਸਿਰਫ ਇੱਥੇ ਜਿਹੜਾ ਹੈਗਾ ਉਹ ਸਟੋਰਾਂ ਚੋਂ ਸਮਾਨ ਚੱਕਣ ਆਏ ਆ, ਲੂਟਿੰਗ ਦੇ ਪੁਆਇੰਟ ਆਫ ਵਿਊ ਨਾਲ ਆਏ ਆ। ਬਿਲਕੁਲ ਉਹਨੇ ਪੁਲਿਸ ਨੂੰ ਕਿਹਾ ਤੇ ਏਦਾਂ ਦਾ ਐਲੀਮੈਂਟ ਵੀ ਸ਼ਾਮਲ ਸੋ ਇਸ ਕਰਕੇ ਹੁਣ ਗੌਰਮੈਂਟ ਜਿਹੜੀ ਥੋੜੀ ਸਖਤੀ ਕਰ ਰਹੀ ਆ। ਤੇ ਅਜੇ ਤਾਂ ਹਾਲਾਤ ਕਾਫੀ ਜ਼ਿਆਦਾ ਟੈਂਸ ਨੇ, ਪਰ ਹੌਲੀ ਹੌਲੀ ਲੱਗਦਾ ਕੰਟਰੋਲ ਚ ਕੋਈ ਨੈਸ਼ਨਲ ਗਾਰਡ ਵੀ ਕਈ ਥਾਵਾਂ ਤੇ ਆ ਗਿਆ, ਉਹਨਾਂ ਹੋ ਜਾਣਗੇ ਕੰਟਰੋਲ। ਜਸਪ੍ਰੀਤ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਇਸ ਵਕਤ ਕਾਫੀ ਸ਼ਹਿਰਾਂ ਦੇ ਵਿੱਚ ਉੱਥੇ ਪ੍ਰੋਟੈਸਟ ਹੋ ਰਹੇ ਨੇ, ਕਿਤੇ ਪ੍ਰੋਟੈਸਟ ਵਾਇਲੈਂਸ ਹੋ ਰਹੇ ਨੇ, ਕਿਤੇ ਦੂਜੇ ਪਾਸੇ ਦੇਖਣ ਨੂੰ ਆ ਰਿਹਾ ਉੱਥੇ 2 ਪੁਲਿਸ ਵਾਲੇ ਜਿਹੜੀਆਂ ਫੀਮੇਲ ਆਫੀਸਰ ਨੇ ਉਹਨਾਂ ਨੂੰ ਵੀ ਬਰਖਾਸਤ ਕੀਤਾ ਗਿਆ, ਉਹਨਾਂ ਨੂੰ ਸਸਪੈਂਡ ਕੀਤਾ ਗਿਆ ਡਿਊਟੀ ਤੋਂ ਕਿਉਂਕਿ ਉਹਨਾਂ ਨੇ ਫੋਰਸ ਦੀ ਵਰਤੋਂ ਕੀਤੀ। ਕਿਤੇ ਜਰਨਲਿਸਟ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਜਿਹੜਾ ਪ੍ਰੋਟੈਸਟ ਨੂੰ ਇਸ ਵਕਤ ਉੱਥੇ ਕਵਰ ਕਰਨ ਲਈ ਗਿਆ ਸੀ। ਸੋ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਇੱਕ ਨਿਆਂ ਲੈਣ ਲਈ ਪ੍ਰੋਟੈਸਟ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਇਸ ਨੇ ਵਾਇਲੈਂਸ ਰੂਪ ਧਾਰਨ ਕਰ ਲਿਆ। ਦੂਜੇ ਪਾਸੇ ਅਸੀਂ ਦੇਖੀਏ ਕਿ ਸਟੇਟ ਖੁੱਲ੍ਹਣ ਦੀਆਂ ਕਾਗਾਰ ਤੇ ਸੀ, ਖੁੱਲ੍ਹ ਰਹੀਆਂ ਸੀ, ਓਪਨ ਹੋ ਰਹੀਆਂ ਸੀ ਇਕਨੋਮੀ ਓਪਨ ਕਰਨ ਦੇ ਲਈ। ਕੀ ਇਸ ਪ੍ਰੋਟੈਸਟ ਦਾ ਉਸ ਦੇ ਉੱਤੇ ਕੋਈ ਅਸਰ ਪਏਗਾ? ਹਾਂਜੀ ਪਏਗਾ, ਕਿਉਂਕਿ ਜਿਹੜੀਆਂ ਹੁਣ ਇਮੀਗ੍ਰੇਸ਼ਨ ਕੋਰਟ ਜਿਹੜੀਆਂ ਹੈਗੀਆਂ ਕੋਰਟਸ ਜਿੱਥੇ ਕਿ ਕੇਸ ਚੱਲਦੇ ਆ ਪੋਲੀਟੀਕਲ ਅਸਾਈਲਮ ਵਗੈਰਾ ਦੇ, ਹੋਲਡਿੰਗ ਆਫ ਰਿਮੂਵਲ ਦੇ, ਉਹ ਸਾਰੀਆਂ ਕੋਰਟਾਂ ਦੀਆਂ ਜਿਹੜੇ ਪਹਿਲਾਂ ਆਪਾਂ ਦੱਸਦੇ ਆਏ ਆ ਪ੍ਰੋਗਰਾਮਾਂ ਦੇ ਵਿੱਚ ਡੇਟਾਂ 12 ਜੂਨ ਤੱਕ ਸਾਰੀਆਂ ਪੋਸਟਪੋਨ ਹੋ ਗਈਆਂ ਨੌਨ ਡਿਟੇਨਡ ਮਤਲਬ ਕੇਸਿਸ ਦੀਆਂ। ਇੱਕ ਤਾਂ ਉਹ ਨੇ ਨਾ ਜਿਹੜੇ ਜੇਲ੍ਹਾਂ 'ਚ ਨੇ ਬੰਦੇ ਉਹਨਾਂ ਦੀਆਂ ਨਹੀਂ ਪੋਸਟਪੋਨ ਹੋਈਆਂ, ਜਿਹੜੇ ਜੇਲ੍ਹਾਂ ਤੋਂ ਬਾਹਰ ਨੇ ਉਹਨਾਂ ਦੀਆਂ 12 ਜੂਨ ਤੱਕ ਸੀ, ਉਹ ਵਧਾ ਕੇ ਹੁਣ ਇਹਨਾਂ ਨੇ 26 ਜੂਨ ਤੱਕ ਕਰਤੀਆਂ। ਤੇ ਉਹ ਹੁਣ ਜਿਹੜੀਆਂ ਸਾਰੀਆਂ ਕੋਰਟ ਦੀਆਂ ਡੇਟਾਂ ਨੇ ਭਰੀਆਂ ਤੇ ਉਹ ਤਕਰੀਬਨ ਸਾਰੀਆਂ ਪੋਸਟਪੋਨ ਨੇ, ਤੇ ਲੈਟਰਾਂ ਜਿਹੜੀਆਂ ਉਹਨਾਂ ਨੂੰ ਜਾਂ ਉਹਨਾਂ ਦੇ ਵਕੀਲਾਂ ਨੂੰ ਆਉਣਗੀਆਂ। ਤੇ 26 ਜੂਨ ਜਿਹੜਾ ਕਿ ਫਰਾਈਡੇ ਉੱਥੇ ਤੱਕ ਸਾਰੀਆਂ ਡੇਟਾ ਕੈਂਸਲ ਹੋ ਗਈਆਂ, ਤੇ ਹੁਣ ਮੋਸਟਲੀ 29 ਜੂਨ ਤੋਂ ਕੋਰਟ ਖੁੱਲੂਗੀ। ਤੇ ਜੇ ਹਾਲਾਤ ਠੀਕ ਹੋਏ ਤੇ ਇਹਦਾ ਅਸਰ ਪਿਆ। ਬਾਕੀ ਇਹਦਾ ਅਸਰ ਸ਼ਹਿਰਾਂ ਤੇ ਵੀ ਆ, ਕਿਉਂਕਿ ਜਿਹੜੇ ਡਾਊਨ ਟਾਊਨ ਜ਼ਿਆਦਾ ਉੱਥੇ ਪ੍ਰੋਬਲਮ ਹੈਗੀ ਸ਼ਹਿਰਾਂ ਤੇ, ਤੇ ਜਿਹੜੇ ਇਮੀਗ੍ਰੇਸ਼ਨ ਦੇ ਦਫ਼ਤਰ ਹੁੰਦੇ ਡਾਊਨ ਟਾਊਨ ਚ ਹੁੰਦੇ ਆ, ਤੇ ਕੋਟਾ ਵੀ ਉੱਥੇ ਵੀ ਅਸਰ ਹੈਗਾ। ਹੁਣ ਕਈ ਤਾਂ ਸ਼ਹਿਰਾਂ ਦੇ ਵਿੱਚ ਕਰਫਿਊ ਹਫ਼ਤੇ ਦਾ ਵੀ ਲੱਗਿਆ, ਤੇ 4-4 ਦਿਨ ਦਾ, ਜਿੰਨੀ ਦੇਰ ਤੱਕ ਹਾਲਾਤ ਨਾਰਮਲ ਨਹੀਂ ਹੁੰਦੇ ਉਨੀ ਦੇਰ ਤੱਕ ਇਹਦਾ ਸਾਰੇ ਕੁਝ ਤੇ ਫਰਕ ਪੈਣਾ, ਕੋਟਾ ਤੇ ਵੀ ਪੈਣਾ, ਇਮੀਗ੍ਰੇਸ਼ਨ ਤੇ ਵੀ ਪੈਣਾ। ਬਿਲਕੁਲ ਜਸਪ੍ਰੀਤ ਜੀ, ਕਿਹਾ ਜਾ ਰਿਹਾ ਸੀ ਕਿ 4 ਜੂਨ ਤੋਂ ਸ਼ਾਇਦ ਇਮੀਗ੍ਰੇਸ਼ਨ ਆਫਿਸਿਸ ਵੀ ਜਿਹੜੇ ਖੁੱਲ੍ਹਣੇ ਸ਼ੁਰੂ ਹੋ ਰਹੇ ਨੇ, ਤੇ ਕੀ ਹੁਣ ਉਹ ਆਫਿਸਿਸ ਖੁੱਲਣਗੇ ਜਾਂ ਫਿਰ ਉਹ ਵੀ ਹਜੇ ਬੰਦ ਹੀ ਰਹਿਣਗੇ? ਜਿਵੇਂ ਕਰਫਿਊ ਅਸੀਂ ਦੇਖ ਰਹੇ ਹਾਂ ਕਿ ਕਰਫਿਊ ਐਕਸਟੈਂਡ ਕੀਤਾ ਜਾ ਸਕਦਾ ਆ। ਅਜੇ ਇਹਦਾ ਸਿਰਫ ਅਪਡੇਟ ਇਮੀਗ੍ਰੇਸ਼ਨ ਕੋਰਟ ਦੀ ਆਈ ਆ ਵੀ ਉਹਨਾਂ ਨੇ 26 ਜੂਨ ਤੱਕ ਆਪਣੇ ਸਾਰੀਆਂ ਨੌਨ ਡਿਟੇਨਡ ਹੀਅਰਿੰਗ ਪੋਸਟਪੋਨ ਕੀਤੀਆਂ। ਪਰ ਜਿਹੜੇ ਇਮੀਗ੍ਰੇਸ਼ਨ ਦੇ USCIS ਦੇ ਆਫਿਸ ਨੇ ਅਜੇ ਉਹਨਾਂ ਦੀ ਕੋਈ ਅਪਡੇਟ ਨਹੀਂ ਆਇਆ। ਬਣਾਓ ਉਹ 4 ਜੂਨ ਨੂੰ ਹੀ ਖੁੱਲ ਰਹੇ ਆ, ਪਰ ਹੋ ਸਕਦਾ ਜੇ ਹਾਲਾਤ ਜੇ ਨਾ ਨਾਰਮਲ ਹੋਏ ਤਾਂ ਉਹ ਵੀ ਅੱਗੇ ਹੋ ਜਾਣ, ਪਰ ਅਜੇ ਫਿਲਹਾਲ 4 ਜੂਨ ਖੁੱਲ ਰਹੇ ਆ। ਜੀ ਬਿਲਕੁਲ ਸਰ, ਇਸ ਵਕਤ ਅਸੀਂ H1B ਵੀਜ਼ਾ, ਜੇ ਥੋੜੀ ਜਿਹੀ ਹੁਣ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰੀਏ, H1B ਵੀਜ਼ਾ ਲੈ ਕੇ ਕਾਫੀ ਜ਼ਿਆਦਾ ਕਿਆਸਦਾਰੀਆਂ ਦੇ ਜਿਹੜੇ ਦੌਰ ਆ ਉਹ ਜਾਰੀ ਹੈ। ਇਹ ਕਿਹਾ ਜਾ ਰਿਹਾ ਕਿ H1B ਅਤੇ L1 ਦੀ ਜਿਹੜੀਆਂ ਫੀਸ ਹੈ ਉਹ ਵਧਾਉਣ ਦੇ ਬਾਰੇ ਵਿੱਚ ਵਿਚਾਰ ਕੀਤਾ ਜਾ ਰਿਹਾ ਹੈ। ਹਾਂਜੀ, ਕਿਉਂਕਿ ਜਿਹੜੀ USCIS ਹੈ ਇਹਨੇ ਮਤਲਬ ਲਿਖਿਆ ਅਮਰੀਕਨ ਸਰਕਾਰ ਨੂੰ, ਲਿਖਿਆ ਅਮਰੀਕਨ ਕਾਂਗਰਸ ਨੂੰ, ਲਿਖਿਆ ਵੀ ਸਾਡੇ ਕੋਲ ਤਾਂ ਆਪਣੇ ਇੰਪਲੋਈ ਦੇ ਤਨਖਾਹ ਦੇ ਖਰਚੇ ਚੱਕਣ ਨੂੰ ਮੰਨਦੀ ਹੈ ਨਹੀਂ ਗੇ, ਤੇ ਸਾਨੂੰ ਜੁਲਾਈ ਤੋਂ ਬਾਅਦ ਸਾਨੂੰ ਆਪਣੇ ਕਾਫੀ ਬੰਦੇ ਲੇ ਆਫ ਕਰਨੇ ਪੈਣੇ ਆ। ਇਸ ਕਰਕੇ ਤੁਸੀਂ ਸਾਨੂੰ $10 ਬਿਲੀਅਨ ਦੀ ਫੌਰੀ ਜਿਹੜੀ ਮਦਦ ਦਿਓ,
ਤੇ ਨਾਲ ਦੀ ਨਾਲ ਫੀਸਾਂ ਵਧਾਓ, ਫੀਸਾਂ ਉਹ ਸਾਰੀਆਂ ਹੀ ਵਧਾਉਣ ਨੂੰ ਕਹਿ ਰਹੇ ਆ। ਜਿੰਨੇ ਵੀ ਨੇ, ਚਾਹੇ ਸਿਟੀਜ਼ਨਸ਼ਿਪ ਹੈ, ਚਾਹੇ ਗ੍ਰੀਨ ਕਾਰਡ ਕਿਸੇ ਨੇ ਅਪਲਾਈ ਕਰਨਾ, ਚਾਹੇ H1 ਹੈ, ਚਾਹੇ L1 ਹੈ, ਚਾਹੇ ਹੋਰ ਵੀ ਕੁਛ ਆ, ਵੀ ਸਾਰਿਆਂ ਦੀਆਂ ਫੀਸਾਂ ਵਧਾ ਦਿਓ। ਈਵਨ ਵਰਕ ਪਰਮਿਟ ਦੀਆਂ ਵੀ ਉਹ ਇਨਕਰੀਜ਼ ਕਰੋ, ਵੀ ਸਾਡੇ ਖਰਚੇ ਵੀ, ਕਿਉਂਕਿ ਇਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਹੈਗੀਆਂ ਐਡਮਿਨਿਸਟ੍ਰੇਸ਼ਨ ਦੀਆਂ, ਉਹਦੇ ਕਰਕੇ ਇਮੀਗ੍ਰੇਸ਼ਨ ਐਪਲੀਕੇਸ਼ਨਾਂ 'ਚ ਅੱਗੇ ਨਾਲੋਂ ਜਿਹੜਾ ਕਾਫੀ ਮਤਲਬ ਘੱਟ ਲੋਕਾਂ ਨੇ ਅਪਲਾਈ ਕੀਤਾ, ਉਹਦੇ ਕਰਕੇ ਉਹਨਾਂ ਦੇ ਖਰਚੇ ਨਹੀਂ ਹੋ ਰਹੇ। ਜਿਹੜੀਆਂ ਫੀਸਾਂ ਬੰਦੇ ਪੇ ਕਰਦੇ ਇਮੀਗ੍ਰੇਸ਼ਨ, ਉਹਦੇ ਵਿੱਚੋਂ ਖਰਚਾ ਨਹੀਂ ਨਿਕਲ ਰਿਹਾ ਸਰਕਾਰ ਦਾ, ਇਮੀਗ੍ਰੇਸ਼ਨ ਡਿਪਾਰਟਮੈਂਟ ਦਾ। ਤੇ ਉਹਨਾਂ ਨੇ ਮੰਗ ਕੀਤੀ ਆ ਵੀ ਫੀਸਾਂ ਵਧਾਓ ਤੇ ਸਾਨੂੰ ਉੱਥੋਂ ਵੀ ਮਾਲੀ ਇਮਦਾਦ ਦਿਓ। ਉਹਨਾਂ ਨੇ ਕਿਹਾ ਜੁਲਾਈ ਸਾਨੂੰ $10 ਬਿਲੀਅਨ ਦੀ ਹੈਲਪ ਚਾਹੀਦੀ ਆ, ਨਹੀਂ ਅਸੀਂ ਆਪਣੇ ਕਾਫੀ ਬੰਦੇ ਲੇ ਆਫ ਕਰ ਦੇਣੇ ਆ। ਸਰ, ਜਿਵੇਂ ਤੁਸੀਂ ਕਿਹਾ ਕਿ ਕਾਫੀ ਬੰਦੇ ਲੇ ਆਫ ਕਰ ਦੇਣੇ ਆ, ਇਸ ਵਕਤ ਅਮਰੀਕਾ ਵਿੱਚ ਅਸੀਂ ਦੇਖਦੇ ਹਾਂ ਕਿ ਬਿਲੀਅਨਸ ਆਫ ਜੌਬ ਜਾ ਚੁੱਕੀਆਂ ਨੇ। ਸਿਰਫ ਨਿਊਯਾਰਕ ਦੇ ਵਿੱਚ ਹੀ ਕਿੰਨੀਆਂ ਜੌਬਸ ਜਾ ਚੁੱਕੀਆਂ ਨੇ। ਇਸ ਦੇ ਬਾਵਜੂਦ H1B ਵੀਜ਼ਾ ਉੱਤੇ ਇਸ ਦਾ ਕੋਈ ਇੰਪੈਕਟ ਪਏਗਾ, ਕਿਉਂਕਿ ਫੋਰਨ ਵਰਕਰਸ H1B ਵੀਜ਼ਾ ਦੇ ਰਾਹੀਂ ਜਿਹੜੇ ਆ US ਦੇ ਵਿੱਚ ਆਉਂਦੇ ਆ, ਲੀਗਲੀ ਵਰਕ ਕਰਦੇ ਨੇ। ਕੀ ਫਿਊਚਰ ਦੇ ਵਿੱਚ ਹੁਣ ਇਸ ਦੇ ਉੱਤੇ ਕੋਈ ਦੇਖਣ ਨੂੰ ਮਿਲੂਗੀ ਕਿ ਕੋਈ ਹੁਣ ਸਖਤੀ ਕੀਤੀ ਜਾਊ ਜਾਂ ਐਪਲੀਕੇਸ਼ਨਸ ਦੀ ਰੇਸ਼ੋ ਘਟਾਈ ਜਾਊ? ਨਹੀਂ, ਉਹਦਾ ਜਿਹੜਾ H1B ਜਾਂ L1 ਦਾ ਹੈਗਾ ਤੇ F1 ਇੱਕ ਕੈਟੇਗਰੀ ਆ ਨਾਨ ਇਮੀਗ੍ਰੈਂਟ, ਉਹਨਾਂ ਤੇ ਕੋਈ ਲਾ ਜਾਂ ਬਿੱਲ ਤਾਂ ਨਹੀਂ ਬਣਨਾ। ਇਹਨਾਂ ਦੀ ਆਪਸੀ ਸਹਿਮਤੀ ਨਹੀਂ ਹੈਗੀ। ਹਾਊਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਹੈ ਤੇ ਸੈਨੇਟ ਦੇ ਵਿੱਚ ਰਿਪਬਲਿਕਨ, ਉਹਨਾਂ ਦੀ ਆਪਸੀ ਸਹਿਮਤੀ ਨਾਲ ਕੋਈ ਬਿੱਲ ਪਾਸ ਨਹੀਂ ਹੋਣਾ। ਪਰ ਜਿਹੜਾ ਆਪਾਂ ਪਿਛਲੇ ਦਿਨਾਂ 'ਚ ਮਤਲਬ ਗੱਲ ਕਰਦੇ ਆਏ ਆ ਕਿ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਇਮੀਗ੍ਰੇਸ਼ਨ ਬੈਨ ਲਾਇਆ ਹੋਇਆ ਐਗਜ਼ੈਕਟਿਵ ਆਰਡਰ ਨਾਲ, ਤੇ ਉਹਦੇ ਦੌਰਾਨ ਹੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਨਾਨ ਇਮੀਗ੍ਰੈਂਟ ਨੇ H1, L1 ਤੇ F1, ਇਹਨਾਂ ਤੇ ਅਸੀਂ ਜਿਹੜੀਆਂ ਹੈਗੀਆਂ ਪਾਬੰਦੀਆਂ ਜਾਂ ਰਿਸਟ੍ਰਿਕਸ਼ਨਸ ਲਾਵਾਂਗੇ, ਵੀ ਉਹਨਾਂ ਬੰਦਿਆਂ ਨੂੰ ਅਲਾਉ ਕਰਾਂਗੇ ਜਿਹਨਾਂ ਦਾ ਅਮਰੀਕਾ ਨੂੰ ਕੋਈ ਫਾਇਦਾ ਹੋਊਗਾ। ਤੇ ਉਹ ਰਿਸਟ੍ਰਿਕਸ਼ਨਾਂ ਸ਼ਾਇਦ ਆਹ ਮਹੀਨੇ 'ਚ ਲੱਗਣ ਜਾ ਰਹੀਆਂ ਨੇ। ਉਹਦੇ 'ਚ ਕਾਫੀ ਮਤਲਬ ਰਿਪੋਰਟਾਂ ਹੈਗੀਆਂ। ਜਿਹੜਾ ਅਮਰੀਕਨ ਮੇਨ ਸਟ੍ਰੀਮ ਮੀਡੀਆ, ਜਿਵੇਂ ਵਾਲ ਸਟਰੀਟ ਜਰਨਲ ਆ ਜਾਂ ਨਿਊਯਾਰਕ ਟਾਈਮ, ਉਹਨਾਂ 'ਚ ਵੀ ਖਬਰ ਆ, ਸਾਡੇ ਲੀਗਲ ਜਿਹੜੇ ਸਰਕਲੋਂ 'ਚ ਵੀ ਹੈਗੀ ਆ, ਵੀ ਆਹ ਮਹੀਨੇ ਦੇ ਵਿੱਚ ਐਂਡ ਆਫ ਜੂਨ ਸ਼ਾਇਦ ਉਹ ਰਿਸਟ੍ਰਿਕਸ਼ਨਾਂ ਲਾਉਣ। ਤੇ ਜਿਹੜੀ ਸਭ ਤੋਂ ਵੱਡੀ ਰਿਸਟ੍ਰਿਕਸ਼ਨ ਲਾਉਣ ਦੀ ਸੋਚ ਰਹੇ ਉਹ ਹੈਗੀ ਆ ਵੀ ਜਿਹੜੇ ਸਟੂਡੈਂਟ ਵੀਜ਼ੇ ਤੇ ਹੁੰਦੇ ਆ ਅਮਰੀਕਾ ਦੇ ਵਿੱਚ, ਉਹਨੂੰ ਇੱਕ OPT ਪ੍ਰੋਗਰਾਮ ਦੇ ਰਾਹੀਂ ਕੰਮ ਕਰਨ ਦੀ ਆਗਿਆ ਦਿੱਤੀ ਜਾ ਰਹੀ ਆ। ਵਰਕ ਪਰਮਿਟ ਹੋ ਜਾਂਦਾ, ਉਹ ਇਹ ਸ਼ਾਇਦ ਕਰਨ ਕਿ ਉਹਨਾਂ ਦਾ ਵਰਕ ਪਰਮਿਟ ਜਾਂ ਕੰਮ ਕਰਨ ਦਾ ਅਧਿਕਾਰ ਆ ਉਹ ਵਾਪਸ ਲੈ ਲੈਣ। ਇਹ ਕਰਨ ਵੀ ਕੰਮ ਨਹੀਂ ਕਰ ਸਕਦੇ ਉਹ, ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਦਾਰੋਮਦਾਰ ਆ ਉਹ ਇਹ ਆ। ਹੁਣ ਜਿਹੜਾ ਐਗਜ਼ੈਕਟਿਵ ਇਮੀਗ੍ਰੇਸ਼ਨ ਬੈਨ ਲਾਇਆ ਸੀ, ਉਹਦਾ ਵੀ ਇਹੀ ਆ ਕਿ ਜੀ ਅਮਰੀਕਨ ਜੌਬਸ ਇਹਨਾਂ ਦਾ ਡਿਸਪਲੇਸ ਹੁੰਦੀਆਂ, ਵੀ ਜਿਹੜੇ ਅਮਰੀਕਨ ਸਿਟੀਜ਼ਨ ਨੇ ਉਹਨਾਂ ਕੋਲ ਕੰਮ ਹੈ ਨਹੀਂ ਤੇ ਬਾਹਰਲੇ ਬੰਦੇ ਆ ਕੇ ਉਹਨਾਂ ਦਾ ਕੰਮ ਖੋਲ ਲੈਂਦੇ ਆ। ਇਹ ਆ ਜਦੋਂ ਕਿ ਹਿਸਟੋਰੀਕਲੀ ਜਿਹੜੀ ਹਿਸਟਰੀ ਆ ਉਹ ਇਹ ਪ੍ਰੂਵ ਕਰਦੀ ਆ ਵੀ ਇਹ ਨਹੀਂ ਹੈਗਾ। ਜਿਹੜੇ ਬਾਹਰ ਦੇ ਬੰਦੇ ਨੇ, ਇੱਥੋਂ ਦੇ ਬੰਦਿਆਂ ਦੀਆਂ ਜੌਬਾਂ ਡਿਸਪਲੇਸ ਨਹੀਂ ਕਰਦੇ, ਬਲਕਿ ਜੌਬਾਂ ਕ੍ਰੀਏਟ ਕਰਦੇ ਆ, ਉਹਨਾਂ ਦੀ ਹੈਲਪ ਕਰਦੇ। ਇਮੀਗ੍ਰੇਸ਼ਨ ਨੇ ਹਮੇਸ਼ਾ ਇਸ ਮੁਲਕ ਨੂੰ ਦਾ ਫਾਇਦਾ ਹੀ ਕੀਤਾ, ਨੁਕਸਾਨ ਨਹੀਂ ਕੀਤਾ ਕੋਈ ਵੀ। ਕਿਉਂਕਿ ਜਿਹੜੀਆਂ ਬਾਹਰ ਦੇ ਬੰਦੇ ਜੌਬਾਂ ਕਰਦੇ ਨੇ, ਉਹ ਇੱਥੋਂ ਦੇ ਬੰਦੇ ਉਹ ਜੌਬਾਂ ਕਰਨ ਦੇ ਜਿਹੜੇ ਇੱਛੁਕ ਆ ਨਹੀਂ, ਉਹ ਕੰਮ ਹੀ ਨਹੀਂ ਕਰਦੇ। ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਹੁਣੇ ਦੱਸ ਰਹੇ ਹੋ ਕਿ ਇਸ ਤਰ੍ਹਾਂ ਦਾ ਬਿੱਲ ਪਾਸ ਹੋ ਸਕਦਾ ਕਿ ਸਟੂਡੈਂਟਸ ਜਿਹੜਾ ਉਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਹੈ, ਸ਼ਾਇਦ ਉਹਨਾਂ ਨੂੰ ਉਹ ਅਧਿਕਾਰ ਜਿਹੜਾ ਉਹ ਤੋਂ ਵਾਂਝੇ ਕੀਤਾ ਜਾਵੇ। ਅਜਿਹੇ ਵਿੱਚ ਫਿਰ ਜਿਹੜਾ ਸਟੂਡੈਂਟਸ ਦਾ ਰੁਝਾਨ ਆ US ਆਉਣ ਵੱਲ ਘੱਟ ਜਾਊਗਾ। ਅਮਰੀਕਾ ਦੀ ਇਕਨੋਮੀ ਤੇ ਅਸੀਂ ਗੱਲ ਕਰੀਏ, ਇਹ ਜਿਹੇ ਮੁਲਕ ਨੇ ਜਿਨ੍ਹਾਂ ਦੇ ਉੱਤੇ ਇਮੀਗ੍ਰੈਂਟਸ ਜਦੋਂ ਆਉਂਦੇ ਨੇ ਜਾਂ ਕੋਈ ਟੂਰਿਸਟ ਵੀਜ਼ਾ ਤੇ ਆਉਂਦੇ ਆ, ਕੁਝ ਵੀ ਹੈ, ਇਮੀਗ੍ਰੈਂਟਸ ਦੀ ਇਹ ਕੰਟਰੀ ਹੈਗੀ ਆ, ਇਹਨਾਂ ਦੀ ਇਕਨੋਮੀ ਤੇ ਬਹੁਤ ਪ੍ਰਭਾਵ ਪਾਉਂਦੇ। ਆਉਣ ਵਾਲੇ ਸਮੇਂ 'ਚ ਤੁਹਾਨੂੰ ਨਹੀਂ ਲੱਗੂ ਜੇ ਇਮੀਗ੍ਰੇਸ਼ਨ ਨੂੰ ਇੰਨਾ ਜ਼ਿਆਦਾ ਸਖਤ ਕਰ ਦੇਣਗੇ ਤਾਂ ਇਸ ਦਾ ਅਸਰ ਇਕਨੋਮੀ ਤੇ ਵੀ ਪਊਗਾ ਦੇਖਣ ਦੇ ਵਿੱਚ। ਇਹਦੇ ਬਾਰੇ ਸਰ ਮੈਂ ਗੱਲ ਕਰੂੰਗੀ, ਪਰ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਸਾਡੇ ਨਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਪੈਨਸਿਲਵੇਨੀਆ ਤੋਂ ਮੈਂ ਬੋਲ ਰਹੀ ਹਾਂ, USA ਤੋਂ। ਜੀ ਮੈਮ। ਅੱਛਾ, ਮੇਰਾ ਇੱਕ ਕੁਐਸਚਨ ਹੈਗਾ ਹੈ ਕਿ ਜਿਸ ਤਰ੍ਹਾਂ ਮੇਰਾ ਬੇਟਾ ਗ੍ਰੀਨ ਕਾਰਡ ਹੋਲਡਰ ਹੈ ਜੀ, तो ऐसा इंडिया ਵਿੱਚ ਕਿਉਂਕਿ ਉਹ ਲਾਸਟ ਈਅਰ 31 ਅਗਸਤ ਨੂੰ ਇੱਥੋਂ ਗਿਆ ਸੀ ਜੀ, ਉਹਨੇ ਡਿਗਰੀ ਲਾਸਟ ਈਅਰ ਉਹਨੇ ਕੰਪਲੀਟ ਕਰਨਾ ਸੀ। ਤੇ ਲੇਕਿਨ ਉਹ ਉਹਦੇ ਜਿੱਦਾਂ ਐਗਜ਼ਾਮ ਡਿਲੇ ਹੋ ਗਏ, ਜੁਲਾਈ ਤੋਂ ਉਹਨੇ ਐਗਜ਼ਾਮ ਦੇਣੇ ਆ ਤੇ ਉਹ ਕਿਸ ਤਰ੍ਹਾਂ ਅਸੀਂ ਸੋਚ ਰਹੇ ਹਾਂ ਕਿ ਉਹ ਕਿੰਨੀ ਦੇਰ ਤੱਕ ਉੱਥੇ ਰਹਿ ਸਕਦਾ ਹੈ ਤੇ ਕਿੱਦਾਂ ਕਰੀਏ, ਤੇ ਸਾਨੂੰ ਸਮਝ ਨਹੀਂ ਆ ਰਹੀ, ਇਹਦੇ ਬਾਰੇ ਪੁੱਛਣਾ ਸੀ ਜੀ। ਤੁਸੀਂ 1 ਮਿੰਟ ਮੈਮ ਹੋਲਡ ਰਹੇ ਹੋ, ਅਸੀਂ ਜਸਪ੍ਰੀਤ ਜੀ ਨੂੰ ਪੁੱਛਦੇ ਹਾਂ। ਜਸਪ੍ਰੀਤ ਜੀ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ? ਤੁਹਾਨੂੰ ਪ੍ਰਸ਼ਨ ਸੁਣ ਗਿਆ? ਨਹੀਂ ਜੀ, ਹਾਂ ਸੁਣ ਗਿਆ ਜੀ। ਹਾਂਜੀ, ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦਈਏ? ਹਾਂਜੀ ਹਾਂਜੀ ਜੀ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਇਹਨਾਂ ਦਾ ਪ੍ਰਸ਼ਨ ਇਹੀ ਸੀ ਕਿ ਇਹ ਕਹਿੰਦੇ ਮੇਰਾ ਬੇਟਾ ਗ੍ਰੀਨ ਕਾਰਡ ਹੋਲਡਰ ਆ ਤੋਂ ਇੰਡੀਆ ਗਿਆ ਹੋਇਆ ਤੇ ਉੱਥੇ ਉਹ ਫਲਾਈਟਸ ਨਹੀਂ ਆ ਰਹੀਆਂ ਤੇ ਸਟਕ ਹੋ ਗਿਆ, ਇਹੀ ਸੀ ਨਾ ਜੀ? ਜੀ ਹਾਂਜੀ, ਇਹਦੇ ਬਾਰੇ ਆਪਾਂ ਜਿਹੜੇ ਪਿਛਲੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਦੱਸ ਚੁੱਕੇ ਆ ਤੇ ਹੁਣ ਫੇਰ ਦੱਸ ਦਿੰਦੇ ਆ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੂੰ ਤਕਰੀਬਨ ਜਿਹੜਾ ਲਾਅ ਹੈਗਾ ਵੀ 6 ਮਹੀਨੇ ਦੇ ਅੰਦਰ ਵਾਪਸ ਆਉਣਾ ਪੈਂਦਾ ਜੀ, ਤੇ ਸਾਲ ਤੋਂ ਬਾਅਦ ਤਾਂ ਬਿਲਕੁਲ ਹੀ ਰਹਿ ਸਕਦਾ ਬਾਹਰ।
ਸਰ ਇਹਨਾਂ ਦੇ ਬੇਟੇ ਦਾ ਕੋਈ ਐਗਜ਼ਾਮ ਹੈ ਜਿਹਦੇ ਬਾਰੇ ਵਿੱਚ ਇਹ ਪੁੱਛ ਰਹੇ ਨੇ ਕਿ ਜੁਲਾਈ ਦੇ ਵਿੱਚ ਇਹਨਾਂ ਦੇ ਬੇਟੇ ਦਾ ਐਗਜ਼ਾਮ ਹੈ ਤੇ ਉਹਦੇ ਬਾਰੇ ਵੀ ਕੁਝ ਪੁੱਛ ਰਹੇ ਨੇ ਕਿ ਹੁਣ ਕੀਤਾ ਕੀ ਜਾਵੇ ਕਿਉਂਕਿ ਇਸ ਵਕਤ ਫਲਾਈਟਸ ਵੀ ਸਟਕ ਹੋਈਆਂ ਪਈਆਂ ਨੇ। ਦੇਖੋ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਜਾਂ ਸਿਟੀਜ਼ਨ ਹੈ ਉਹ ਜੇ ਐਮਬੈਸੀ ਨਾਲ ਯੂਐਸ ਐਮਬੈਸੀ ਦੇ ਨਾਲ ਕੰਟੈਕਟ ਕਰਨ ਜਾਂ ਸਟੇਟ ਡਿਪਾਰਟਮੈਂਟ ਦੇ ਨਾਲ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ ਨਾ ਫੋਨ ਨੰਬਰ ਉਹਨਾਂ ਨੇ ਦਿੱਤੇ ਹੋਏ ਆ, ਉਹਨਾਂ ਨੂੰ ਕਾਲ ਕਰਨ ਤਾਂ ਉੱਥੋਂ ਇੱਥੇ ਲਿਆਉਣ ਦੀ ਜਿਹੜੀਆਂ ਹੈਗੀਆਂ ਪ੍ਰੋਵੀਜ਼ਨ ਕਰਦੇ ਆ ਉਹ ਦੱਸ ਦਿੰਦੇ ਆ ਵੀ ਕਦੋਂ ਅਰਲੀਐਸਟ ਜਾ ਸਕਦੇ ਆ ਤੇ ਜਿਹੜੀਆਂ ਫਲਾਈਟਸ ਵਗੈਰਾ ਆਉਂਦੀਆਂ ਉਹ ਹੈਲਪ ਕਰਦੇ ਆ ਲਿਆਉਣ 'ਚ। ਕਾਫੀ ਬੰਦੇ ਉਹਨਾਂ ਨੇ ਇੱਥੇ ਮੰਗਾਏ ਆ, ਕੁਝ ਚਾਰਟਰ ਪਲੇਨਾਂ ਦਾ ਵੀ ਮੰਗਾਏ ਆ, ਕੁਝ ਉਹਨਾਂ ਵੀ ਫਲਾਈਟਾਂ ਤੇ ਭੇਜੇ ਆ। ਸੋ ਜਿਹੜੀ ਅਮਰੀਕਨ ਐਮਬੈਸੀ ਹੈ ਸਟੇਟ ਡਿਪਾਰਟਮੈਂਟ ਅਮਰੀਕਾ ਦਾ ਉਹਦੇ ਨਾਲ ਕੰਟੈਕਟ ਕਰਨ। ਬਾਕੀ ਜੇ 6 ਮਹੀਨੇ ਤੋਂ ਓਵਰ ਹੋ ਵੀ ਜਾਣ ਤੇ ਉਹਦੇ ਕੋਲ ਰਿਟਰਨ ਟਿਕਟ ਹੋਵੇ, ਉਹ ਪ੍ਰੂਵ ਕਰ ਸਕੇ ਕਿ ਮੈਂ ਜਾਣਾ ਚਾਹੁੰਦਾ ਸੀ ਅਮਰੀਕਾ ਪਰ ਕਿਉਂਕਿ ਜਿਹੜਾ ਲੋਕਡਾਊਨ ਹੋ ਗਿਆ ਫਲਾਈਟਸ ਕੈਂਸਲ ਹੋ ਗਈਆਂ ਮੈਂ ਨਹੀਂ ਜਾ ਸਕਿਆ, ਤਾਂ ਉਹਦੇ ਅਗੇਂਸਟ ਨਹੀਂ ਜਾਏਗੀ ਗੱਲ। ਪਰ ਜੇ ਚਾਹੁੰਦੇ ਆ ਵੀ ਜੁਲਾਈ ਤੋਂ ਪਹਿਲਾਂ ਹੀ ਆਉਣਾ ਤੇ ਹੋ ਸਕਦਾ ਫਲਾਈਟਸ ਨਾ ਚੱਲਣ ਜਦ ਤੱਕ ਜਾਓ, ਇਹਨਾਂ ਨੂੰ ਚਾਹੀਦਾ ਜਿਹੜੀ ਅਮਰੀਕਨ ਐਮਬੈਸੀ ਹੈਗੀ ਆ ਦਿੱਲੀ ਜਾਂ ਮੁੰਬਈ 'ਚ ਤੇ ਜਾਂ ਜਿਹੜਾ ਯੂਐਸ ਸਟੇਟ ਡਿਪਾਰਟਮੈਂਟ ਆ ਉੱਥੇ ਉਹਨਾਂ ਨਾਲ ਕੰਟੈਕਟ ਕਰਨ, ਉਹਨਾਂ ਨੂੰ ਆਪਣੀ ਸਾਰੀ ਦੱਸਣ ਤੇ ਉਹ ਇੱਥੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਇਹ ਜੀ ਜਸਪ੍ਰੀਤ ਜੀ, ਅਸੀਂ ਗੱਲ ਕਰ ਰਹੇ ਸੀ ਜਿਵੇਂ ਤੁਸੀਂ ਦੱਸਿਆ ਸੀ ਕਿ ਸ਼ਾਇਦ ਐਵੇਂ ਦਾ ਕੋਈ ਆਉਣ ਵਾਲੇ ਸਮੇਂ ਵਿੱਚ ਕਾਨੂੰਨ ਪਾਸ ਹੋ ਸਕਦਾ ਕਿ ਸਟੂਡੈਂਟਸ ਜਿਹੜੇ ਆ ਉਹ ਹੁਣ ਕੰਮ ਨਹੀਂ ਕਰ ਪਾਉਣਗੇ ਯੂਐਸ ਦੇ ਵਿੱਚ। ਮੈਂ ਤੁਹਾਨੂੰ ਇਹੀ ਪੁੱਛ ਰਹੀ ਸੀ ਕਿ ਇਮੀਗ੍ਰੇਸ਼ਨ ਦੇ ਬੇਸ ਦੇ ਉੱਤੇ ਬਹੁਤ ਸਾਰੀ ਵੱਖ-ਵੱਖ ਮੁਲਕਾਂ ਦੀ ਇਕਨੋਮੀਜ਼ ਬਿਲੀਅਨਸ ਆਫ ਡਾਲਰਸ, ਮਿਲੀਅਨਸ ਆਫ ਟ੍ਰਿਲੀਅਨਸ ਆਫ ਡਾਲਰਸ ਕਮਾਉਂਦੀਆਂ ਨੇ। ਅਜਿਹੇ ਵਿੱਚ ਯੂਐਸ ਦੇ ਵਿੱਚ ਜੇਕਰ ਅਜਿਹਾ ਕੋਈ ਡਿਸੀਜਨ ਲਿਆ ਜਾਂਦਾ ਰੁਝਾਨ ਬਹੁਤ ਘੱਟ ਜੂਗਾ ਇਹਨਾਂ ਕੰਟਰੀਜ਼ ਦੇ ਵਿੱਚ ਆਉਣ ਦਾ। ਤੁਹਾਨੂੰ ਨਹੀਂ ਲੱਗਦਾ ਕਿ ਇਕਨੋਮੀ ਵੱਲੋਂ ਵੀ ਕਾਫੀ ਨੁਕਸਾਨ ਚੱਲਣਾ ਪੈ ਸਕਦਾ ਜੇ ਸਖਤ ਕਦਮ ਚੁੱਕੇ ਜਾਂਦੇ ਨੇ ਤਾਂ? ਹਾਂਜੀ, ਇਹਦਾ ਹਮੇਸ਼ਾ ਹੀ ਹੈ ਕਿਉਂਕਿ ਜਿਹੜੀ ਹਿਸਟੋਰੀਕਲੀ ਅਮਰੀਕਾ ਨੂੰ ਜਿਹੜੇ ਇਮੀਗ੍ਰੈਂਟਸ ਆਉਂਦੇ ਉਹਨਾਂ ਤੋਂ ਫਾਇਦਾ ਹੋਇਆ, ਅਮਰੀਕਨ ਇਕਨੋਮੀ ਨੂੰ ਫਾਇਦਾ ਹੋਇਆ, ਜੌਬ ਜ਼ਿਆਦਾ ਕ੍ਰੀਏਟ ਹੁੰਦੀਆਂ ਨੇ ਕਿਉਂਕਿ ਜਿਹੜੇ ਕੰਮ ਆ ਕੇ ਇਮੀਗ੍ਰੈਂਟਸ ਕਰਦੇ ਨੇ, ਜਿੰਨੀ ਮਿਹਨਤ ਕਰਦੇ ਨੇ ਇੱਥੋਂ ਵਾਲੇ ਲੋਕਲ ਬੰਦੇ ਉਹ ਕੰਮ ਨਹੀਂ ਕਰਦੇ, ਨਾ ਹੀ ਇੰਨੀ ਮਿਹਨਤ ਕਰਦੇ ਆ। ਸੋ ਇਸ ਕਰਕੇ ਉਹਦਾ ਇਕਨੋਮੀ ਤੇ ਡੈਫੀਨਿਟਲੀ ਅਸਰ ਪਏਗਾ ਜੇ ਅਨਸੈਸਰੀ ਜੀ ਬਿਲਕੁਲ ਸਰ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਵਾਸ਼ਿੰਗਟਨ ਤੋਂ ਬੋਲਦਾ ਹਾਂ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਜਿੱਦਾਂ ਮੈਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਤਾਂ ਮੈਂ ਸਿਟੀਜ਼ਨ ਇੱਥੋਂ ਦੀ ਲੈ ਸਕਦਾ, ਕੋਈ ਤਰੀਕਾ ਹੈ ਜਾਂ ਨਹੀਂ? ਜੀ ਜਸਪ੍ਰੀਤ ਜੀ ਇਹ ਪੁੱਛ ਰਹੇ ਨੇ ਕਿ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ, ਕੀ ਇਸ ਦੇ ਬਾਵਜੂਦ ਕੋਈ ਵੇ ਇਹੋ ਜਿਹਾ ਹੈਗਾ ਕਿ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ? ਹਾਂਜੀ, ਮੈਂ ਦੱਸ ਦਿੰਦਾ ਜੀ, ਆਪਾਂ ਜਵਾਬ ਦੇ ਦਿੰਦੇ। ਤੁਸੀਂ ਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਮੈਂ ਗ੍ਰੀਨ ਕਾਰਡ ਹੋਲਡਰ ਹਾਂ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ-ਬਹੁਤ ਧੰਨਵਾਦ ਜੀ ਸਰ। ਦੇਖੋ ਜੀ, ਜਿਹੜਾ ਰੂਲ ਹੈ ਸਿਟੀਜ਼ਨਸ਼ਿਪ ਦਾ ਉਹ ਇਹੀ ਆ ਵੀ ਜਦੋਂ ਕਿਸੇ ਨੂੰ 5 ਸਾਲ ਹੋ ਜਾਣ ਤੇ ਉਹ 5 ਸਾਲਾਂ ਵਿੱਚੋਂ 2.5 ਸਾਲ ਅਮਰੀਕਾ ਦੇ ਵਿੱਚ ਉਹਨੂੰ ਲਗਾਤਾਰ ਰਹਿਣਾ ਪੈਂਦਾ ਤੇ ਉਹਦੇ ਕੋਈ ਜਿਹੜਾ ਹੈਗਾ ਕ੍ਰਿਮੀਨਲ ਰੈਕਡ ਨਾ ਹੋਵੇ ਜੀ। ਤੇ ਉਸ ਤੋਂ ਇਲਾਵਾ ਜਾਂ ਜੇ ਕਿਸੇ ਬੰਦੇ ਦਾ ਯੂਐਸ ਸਿਟੀਜ਼ਨ ਨਾਲ ਵਿਆਹ ਹੋ ਕੇ ਗ੍ਰੀਨ ਕਾਰਡ ਮਿਲਿਆ ਉਹਨੂੰ 3 ਸਾਲ ਹੋ ਗਏ, ਹੁਣ ਦੂਜਿਆਂ ਨੂੰ 5 ਤੇ ਉਹ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚ ਜਿਹੜਾ ਟੈਸਟ ਹੁੰਦਾ ਹੈ ਕਿਸ ਦਾ ਹੁੰਦਾ ਰਿਕੁਆਇਰਮੈਂਟ ਦਾ ਇੱਕ ਸਿਵਿਕ ਟੈਸਟ ਹੁੰਦਾ ਜਿਹੜੇ ਸਵਾਲ ਜਵਾਬ ਪੁੱਛਦੇ ਆ ਕਿ ਅਮਰੀਕਨ ਹਿਸਟਰੀ ਦੇ। ਇੱਕ ਇਹ ਹੁੰਦਾ ਵੀ ਲਿਖਾ ਕੇ ਦੇਖਦੇ ਆ ਇੰਗਲਿਸ਼ ਬੋਲ ਕੇ ਕੀ ਮਤਲਬ ਉਹਦਾ ਹੁੰਦਾ ਟੈਸਟ, ਉਹ ਪਾਸ ਕਰਨਾ ਜ਼ਰੂਰੀ ਹੁੰਦਾ। ਤੇ ਉਹ ਜਿਹੜਾ ਹੈਗਾ ਮਤਲਬ ਜੇ ਹੁਣ ਕਿਸੇ ਬੰਦੇ ਨੂੰ ਨਹੀਂ ਆਉਂਦੀ ਇੰਗਲਿਸ਼ ਨਹੀਂ ਕਰ ਸਕਦਾ, ਪਹਿਲੀ ਕੋਸ਼ਿਸ਼ ਤਾਂ ਇਹੀ ਹੈ ਕਿ ਉਹ ਸਿੱਖੇ, ਉਹ ਕਲਾਸਾਂ ਲਵੇ, ਉਹ ਟਰਾਈ ਕਰੇ। ਤੇ ਇੱਥੇ ਕਈ ਕਲਾਸਿਸ ਮਿਲ ਜਾਂਦੀਆਂ ਨੇ ਜਿਹੜੀਆਂ ਹੈਗੀਆਂ, ਕਈ ਕਮਿਊਨਿਟੀ ਕਾਲਜ ਵੀ ਹੈਗੀਆਂ, ਕਿ ਵਾਲੰਟੀਅਰ ਕਈ ਥਾਵਾਂ ਤੇ ਕਈ ਮਤਲਬ ਗੁਰਦੁਆਰਿਆਂ 'ਚ ਵੀ ਕਲਾਸਾਂ ਲੱਗਦੀਆਂ ਰਹੀਆਂ ਤੇ ਏਦਾਂ ਦੇ। ਪਰ ਜੇ ਉਹ ਇਹ ਵੀ ਨਹੀਂ ਕਰ ਸਕਦੇ ਤਾਂ ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਜੇ ਇਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਹੈਗੀ, ਜਿਹਨਾਂ ਦੀ ਉਮਰ ਜਿਵੇਂ 50-55 ਸਾਲ ਤੋਂ ਉੱਪਰ ਹੈ ਤੇ ਇਹਨਾਂ ਨੂੰ ਕੋਈ ਮੈਡੀਕਲ, ਜਿਵੇਂ ਕਈ ਬੰਦਿਆਂ ਨੂੰ ਹੁੰਦੀ ਹੈ ਡਿਪਰੈਸ਼ਨ ਵਗੈਰਾ ਦੀ ਪ੍ਰੋਬਲਮ, ਡਿਪਰੈਸ਼ਨ ਹੋਵੇ ਜਾਂ ਕੋਈ ਹੋਰ ਮੈਡੀਕਲ ਜਿਵੇਂ ਕੋਈ ਭੁੱਲਣ ਦੀ ਆਦਤ ਹੈ ਜਾਂ ਕੋਈ ਹੋਰ ਡਿਜ਼ੀਜ਼ ਹੈ ਜਿਹਦਾ ਸੰਬੰਧ ਯਾਦ ਰੱਖਣ ਨਾਲ ਹੈ ਜਾਂ ਦਿਮਾਗ ਨਾਲ ਆ, ਤੇ ਜੇ ਕੋਈ ਉਹ ਜਿਹਾ ਇਹਨਾਂ ਨੂੰ ਕੋਈ ਹੈਗੀ ਪਰੇਸ਼ਾਨੀ, ਕੋਈ ਡਿਪਰੈਸ਼ਨ ਹੈ ਜਾਂ ਕੋਈ ਦਿਮਾਗੀ ਪ੍ਰੋਬਲਮ, ਤੇ ਉਹ ਕੋਈ ਸਾਈਕੈਟਰਿਸਟ ਜਿਹੜਾ ਹੈਗਾ ਡਾਕਟਰ ਇਹਨਾਂ ਦਾ ਉਹ ਸਰਟੀਫਾਈ ਕਰ ਦੇਵੇ ਵੀ ਇਹ ਵਾਕਈ ਟੈਸਟ ਨਹੀਂ ਲੈ ਸਕਦੇ, ਨਵੀਂ ਲੈਂਗੁਏਜ ਨਹੀਂ ਸਿੱਖ ਸਕਦੇ, ਭੁੱਲ ਜਾਂਦੇ ਆ, ਨਹੀਂ ਚੇਤੇ ਰਹਿੰਦਾ, ਤਾਂ ਉਹ N648 ਫਾਰਮ ਹੁੰਦਾ ਉਹ ਭਰ ਕੇ ਦੇਵੇ ਤੇ ਉਹਦੀ ਬੇਸ ਜਿਹੜਾ ਟੈਸਟ ਹੈਗਾ ਮਾਫ ਹੋ ਜਾਂਦਾ। ਜੇ ਇੱਕ ਵਾਰੀ ਟੈਸਟ ਮਾਫ ਹੋ ਗਿਆ ਤਾਂ ਜਿਹੜੀਆਂ ਬਾਕੀ ਰਿਕੁਆਇਰਮੈਂਟਸ ਨੇ ਜੇ ਪੂਰੀਆਂ ਨੇ, ਇਹਨਾਂ ਨੂੰ ਹੁਣ 5 ਸਾਲਾਂ ਚੋਂ 2.5 ਸਾਲ 'ਚ ਰਹਿੰਦੇ ਹੋ ਗਏ, ਤਾਂ 5 ਸਾਲ ਤੋਂ ਉੱਪਰ ਹੋ ਗਏ, ਕੋਈ ਖਾਸ ਜਿਹੜਾ ਵੱਡਾ ਕ੍ਰਿਮੀਨਲ ਰੈਕਡ ਨਹੀਂ ਹੈਗਾ, ਤਾਂ ਇਹ ਸਿਟੀਜ਼ਨ ਬਣ ਸਕਦੇ ਆ। ਸੋ ਇਹਨਾਂ ਨੂੰ ਚਾਹੀਦਾ ਵੀ ਆਪਣਾ, ਜੇ ਇਹਨਾਂ ਕੋਲ ਕੋਈ ਮੈਡੀਕਲ ਪ੍ਰੋਬਲਮ ਬਿਮਾਰੀ ਹੈਗੀ ਆ ਤਾਂ ਫਿਰ ਤਾਂ ਉਹ ਹੋਊਗਾ, ਜੇ ਨਹੀਂ ਹੈਗੀ ਤਾਂ ਫਿਰ ਟੈਸਟ ਲੈਣਾ ਪੈਣਾ ਜਾਂ ਇੰਗਲਿਸ਼ ਸਿੱਖਣੀ ਪੈਣੀ ਆ, ਹੋਰ ਕੋਈ ਰਸਤਾ।
ਜੀ ਬਿਲਕੁਲ ਸਰ, ਜਿਹੜੇ ਹੁਣ ਇਸ ਵਕਤ ਇੰਡੀਆ ਦੇ ਵਿੱਚ ਸਟਕ ਹੋਏ ਨੇ ਤੇ ਗ੍ਰੀਨ ਕਾਰਡ ਹੋਲਡਰ ਨੇ, ਸਮਾਂ ਵੀ ਲੰਘਦਾ ਪਿਆ ਵਾ, ਜਿਹੇ ਵਿੱਚ ਕੀ ਕੀਤਾ ਜਾਵੇ? ਕਈਆਂ ਦੇ ਤੇ ਇਹ ਹੈ ਕਿ ਐਕਸਪਾਇਰੀ ਡੇਟ ਬਿਲਕੁਲ ਨਜ਼ਦੀਕ ਆ ਰਹੀ ਹੈ, ਅਪਲਾਈ ਨਹੀਂ ਕਰ ਪਾ ਰਹੇ ਹੈਗੇ ਜਾਂ ਫਿਰ ਇੱਥੇ ਆਉਣ ਨੂੰ ਜਾ ਰਹੇ ਨੇ, ਆਇਆ ਨਹੀਂ ਜਾ ਰਿਹਾ, ਕੀ ਕੀਤਾ ਜਾਵੇ? ਦੇਖੋ ਜੀ, ਇਹਦਾ ਜਿਹੜਾ ਹੱਲ ਇਹ ਹੈਗਾ ਕਿ ਜਿਵੇਂ ਆਪਾਂ ਅੱਗੇ ਦੱਸਿਆ ਵੀ ਗ੍ਰੀਨ ਕਾਰਡ ਹੋਲਡਰ 6 ਮਹੀਨੇ 'ਚ ਮੋਟਾ ਪੈਂਦਾ ਵਾਪਸ। ਪਰ ਜੇ ਕੋਈ ਗ੍ਰੀਨ ਕਾਰਡ ਹੋਲਡਰ ਨਹੀਂ ਆ ਸਕਿਆ ਲਾਕਡਾਊਨ ਕਰਕੇ, ਫਿਰ ਉਹਦੇ ਕੋਲ ਟਿਕਟ ਹੈਗੀ ਆ, ਮਤਲਬ ਉਹ ਪ੍ਰੂਵ ਕਰ ਸਕਦਾ ਵੀ ਮੇਰੇ ਕੋਲ ਟਿਕਟ ਹੈਗੀ ਪਰ ਮੈਨੂੰ ਕਿਸੇ ਨੇ ਅਪਲਾਈ ਨਹੀਂ ਕਰਨ ਦਿੱਤਾ ਜੀ, ਤਾਂ ਜੇ 6 ਮਹੀਨੇ ਤੋਂ ਵੱਧ ਵੀ ਰਹਿ ਲੂਗਾ ਤਾਂ ਵੀ ਉਹਨਾਂ ਹਾਲਾਤ ਦੇ ਵਿੱਚ ਉਹਦੀ ਉਹ ਗੱਲ ਜਿਹੜੀ ਆ, ਜਿਹੜੀ 6 ਮਹੀਨੇ ਦੀ ਰਿਕੁਆਇਰਮੈਂਟ ਆ, ਉਹ ਮੇਰੇ ਖਿਆਲ ਮਾਫ ਕਰ ਦੇਣਗੇ ਉਹਦੇ ਆਪਣੇ ਜਿਹੜੇ ਸਰਕਮਸਟੈਂਸਸ ਦੇ ਕੰਟਰੋਲ ਤੋਂ ਬਾਹਰ ਆ। ਪਰ ਉਹਦੇ ਨਾਲ ਜਿਹਨੇ ਜਲਦੀ ਆਉਣਾ ਉਹਨੂੰ ਇਹ ਕਰਨਾ ਚਾਹੀਦਾ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਜਾਂ ਸਿਟੀਜ਼ਨ ਆ, ਉਹ ਜਿਹੜੀ ਅਮਰੀਕਨ ਅੰਬੈਸੀ ਹੈਗੀ ਆ ਦਿੱਲੀ ਜਾਂ ਮੁੰਬਈ 'ਚ, ਉਹਨਾਂ ਨੂੰ ਕੰਟੈਕਟ ਕਰਨ, ਜਾਂ ਜਿਹੜਾ ਯੂਐਸ ਡਿਪਾਰਟਮੈਂਟ ਆਫ ਸਟੇਟ, ਇਹਦੀ ਜਿਹੜੀ ਵੈਬਸਾਈਟ ਹੈ ਨਾ, ਉੱਤੇ ਜਾਣ ਗੂਗਲ ਤੇ, ਉੱਤੇ ਰਿਲੀਫ ਹੈਗੀ ਆ ਕੋਵਿਡ ਰਿਲੇਟਡ, ਤੇ ਉੱਤੇ ਫੋਨ ਨੰਬਰ ਲਿਖੇ ਨੇ, ਉਹਨਾਂ ਨੇ ਕਿਹਾ ਵੀ ਆਹ ਨੰਬਰ ਹੈ, ਸਾਨੂੰ ਕਾਲ ਕਰੋ ਜਿਹੜਾ ਕੋਈ ਬਾਹਰਲੇ ਮੁਲਕ ਦੇ ਵਿੱਚ ਤੱਕ ਆ, ਪਰ ਹੋਵੇ ਉਹ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ, ਕੋਈ ਜਿਵੇਂ ਵਿਜ਼ਟਰ ਜਾਂ ਸਟੂਡੈਂਟ ਵੀਜ਼ਾ ਨਾ ਹੋ। ਜੇ ਉਹ ਹੈਗੇ ਆ ਤਾਂ ਉਹ ਫੋਨ ਕਰਨ ਤਾਂ ਉਹ ਫਿਰ ਉੱਥੋਂ ਅਰੇਂਜ ਕਰਨਗੇ, ਉਹਨਾਂ ਨੂੰ ਦੱਸ ਦੇਣਗੇ ਵੀ ਸਾਡੀਆਂ ਜਿਹੜੀ ਹੈਗੀ ਅਗਲੀ ਫਲਾਈਟ ਕਦੋਂ ਆ ਰਹੀ ਹੈ, ਜਾਂ ਕੋਈ ਚਾਰਟਰ ਪਲੇਨ ਕਦੋਂ ਜਾ ਰਿਹਾ, ਜਾਂ ਨਹੀਂ, ਤਾਂ ਜਾਂ ਕੋਈ 에ਅਰਲਾਈਨ ਕਿਵੇਂ ਆ, ਉਹਨਾਂ ਨੂੰ ਕਰਨਗੇ ਬੰਦੋਬਸਤ ਜੀ। ਸੋ ਉਹਨਾਂ ਨਾਲ ਕੰਟੈਕਟ ਕਰਨਾ ਇਹ ਹਾਲ ਹੈ ਜੀ ਬਿਲਕੁਲ। ਤੇ ਸਰ, ਜਿਵੇਂ ਹੁਣ ਜਿਨ੍ਹਾਂ ਦੇ ਮੈਰਿਜ ਕੇਸਿਸ ਲਗਾਏ ਹੋਏ ਸੀ ਤੇ ਉਹਨਾਂ ਦੇ ਸਪਾਊਸ ਫਿਲਹਾਲ ਇੰਡੀਆ ਦੇ ਵਿੱਚ ਹੈਗੇ ਨੇ, ਵੇਟ ਕਰ ਰਹੇ ਸੀ ਉਹਨਾਂ ਦੀ ਕਿ ਇਸ ਵਕਤ ਉਹਨਾਂ ਦੀ ਇੰਟਰਵਿਊਜ਼ ਦਾ ਪੀਰੀਅਡ ਚੱਲ ਰਿਹਾ ਸੀ, ਪਰ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ ਨੇ, ਕਦੋਂ ਤੱਕ ਤੁਹਾਨੂੰ ਲੱਗ ਰਿਹਾ ਹੈ ਕਿ ਪ੍ਰੋਸੈਸ ਓਪਨ ਹੋ ਸਕਦਾ ਆ? ਦੇਖੋ, ਜਿਹੜੇ ਤਾਂ ਯੂਐਸ ਸਿਟੀਜ਼ਨ ਦੇ ਹਸਬੈਂਡ ਵਾਈਫ ਹੈਗੇ ਆ ਜਾਂ 21 ਸਾਲ ਤੋਂ ਘੱਟ ਬੱਚੇ ਆ, ਉਹਨਾਂ ਦੇ ਤਾਂ ਕੋਈ ਜਿਹੜਾ ਬੈਨ ਨਹੀਂ ਲੱਗਿਆ, ਉਹ ਤਾਂ ਜਦੋਂ ਮਰਜ਼ੀ ਜਦੋਂ ਵੀ ਆ ਬਿਲਕੁਲ ਸਰ ਖੁੱਲਣਗੀਆਂ ਉਹਨਾਂ ਦੇ ਇੰਟਰਵਿਊ ਹੋਣਗੀਆਂ। ਸਰ, ਮੈਂ ਇਹਦੇ ਬਾਰੇ ਵਿੱਚ ਇੱਕ ਸਵਾਲ ਦਾ ਆਨਸਰ ਜਾਣਾਂਗੀ, ਪਰ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਦਾ ਅਸੀਂ ਸਵਾਲ ਲੈ ਲਈਏ, ਫਿਰ ਇਸ ਦੇ ਬਾਰੇ ਚ ਗੱਲਬਾਤ ਕਰਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ। ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ। ਥੈਂਕ ਯੂ ਜੀ। ਮੇਰੇ ਦੋ ਕੁਐਸਚਨ ਹੈਗੇ ਜੀ। ਮੈਂ ਯੂਐਸ ਸਿਟੀਜ਼ਨ ਨਾਲ ਵਿਆਹ ਕਰਵਾਇਆ ਵੇ ਤੇ ਮੇਰੇ ਕੋਲ 2 ਸਾਲ ਦਾ ਗ੍ਰੀਨ ਕਾਰਡ ਹੈਗਾ ਜੀ, ਤੇ ਮੈਂ ਆਪਣੇ ਬੱਚਿਆਂ ਦਾ ਵੀ ਅਪਲਾਈ ਕੀਤਾ ਹੋਇਆ ਤੇ ਮੈਨੂੰ ਪਹਿਲਾ ਸਟੈਪ ਅਪਰੂਵਲ ਆ ਗਿਆ ਵੇ ਤੇ ਐਮਨੀਸੀ ਚ ਮੈਂ ਹੁਣ ਦੁਬਾਰਾ ਹਫਤਾ ਹੋਏ ਕਰ ਦਿੱਤਾ ਹੋਇਆ ਵੇ। ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਅਨਪਲਾਇਮੈਂਟ ਤੁਹਾਨੂੰ ਪਤਾ ਕੰਮ ਨਹੀਂ ਹੈਗਾ ਫਾਈਲ ਕਰਨਾ, ਤੇ ਮੇਰੇ ਬੱਚਿਆਂ ਦੇ ਵਿੱਚ ਕੋਈ ਫਰਕ ਤਾਂ ਨਹੀਂ ਪਏਗਾ, ਜਾਂ ਮੇਰੇ 10 ਸਾਲ ਦੇ ਗ੍ਰੀਨ ਕਾਰਡ ਕੋਈ ਫਰਕ ਨਹੀਂ ਪਏਗਾ ਜੀ? ਤੇ ਜੀ ਇਸ ਤੋਂ ਇਲਾਵਾ ਕੋਈ ਹੋਰ ਪ੍ਰਸ਼ਨ? ਹਾਂਜੀ, ਕੁਐਸਚਨ ਹੋ ਰਹੇ ਤੇ ਮੇਰਾ ਫਰੈਂਡ ਹੈਗਾ, ਉਹਨੇ ਪਾਇਆ ਹੋਇਆ ਵੇ ਅਸਾਈਲਮ 9 ਸਰਕਟ ਦੇ, 4.5 ਸਾਲ ਹੋ ਗਏ ਨੇ, ਉਹਨੂੰ ਕਿੰਨਾ ਟਾਈਮ ਲੱਗੇਗਾ? 4.5 ਸਾਲ ਆਲਰੇਡੀ ਹੋ ਚੁੱਕੇ ਨੇ ਜੀ। ਜਸਪ੍ਰੀਤ ਜੀ, ਤੁਹਾਨੂੰ ਕੁਐਸਚਨ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ? ਹਾਂਜੀ, ਮੈਂ ਸਮਝ ਗਿਆ। ਹਾਂਜੀ, ਸਮਝ ਗਿਆ ਜੀ ਇਹਨਾਂ ਦਾ। ਜੀ, ਤੁਸੀਂ ਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹੈਲੋ ਜੀ ਸਰ। ਜੀ ਹਾਂਜੀ ਹਾਂਜੀ ਜੀ ਜਸਪ੍ਰੀਤ ਜੀ, ਇਹਨਾਂ ਦਾ ਆਪਾਂ ਕੀ ਜਵਾਬ ਦਈਏ? ਇਹਨਾਂ ਦਾ ਇਸ ਤਰ੍ਹਾਂ ਜੀ, ਇਹਨਾਂ ਦਾ ਇਸ ਤਰ੍ਹਾਂ ਹੈਗਾ ਕਿ ਜਿਹੜੇ ਤਾਂ ਮਤਲਬ ਗ੍ਰੀਨ ਕਾਰਡ ਇਹਨਾਂ ਕੋਲ ਹੈਗਾ, ਤੇ ਇਹਨਾਂ ਨੇ ਉਹਦੇ ਬਾਰੇ ਪੁੱਛਿਆ ਆਪਣੀ ਜਿਹੜੀ ਹੈਗੀ ਆ ਕਿ ਮੈਂ ਅਨਇੰਪਲੋਇਮੈਂਟ ਲੈ ਸਕਦਾ ਕਿ ਨਹੀਂ, ਇੰਸ਼ੋਰੈਂਸ। ਦੇਖੋ, ਪਬਲਿਕ ਚਾਰਜ ਦਾ ਰੂਲ ਇਸ ਐਡਮਿਨਿਸਟ੍ਰੇਸ਼ਨ ਨੇ ਬਣਾਇਆ ਸੀ ਪਿਛਲੇ ਸਾਲ, ਜਿਹੜਾ ਯੂਐਸ ਸੁਪਰੀਮ ਕੋਰਟ ਨੇ ਵੀ ਆਪੋਲ ਕੀਤਾ ਵੀ ਠੀਕ ਹੈ। ਉਹਦਾ ਮਤਲਬ ਹੈ ਵੀ ਜੇ ਕਿਸੇ ਬੰਦੇ ਨੇ ਸਿਟੀਜ਼ਨ ਬਣਨਾ ਗ੍ਰੀਨ ਕਾਰਡ ਤੋਂ, ਜਾਂ ਗ੍ਰੀਨ ਕਾਰਡ ਹੋਲਡਰ ਹੀ ਬਣਨਾ ਮਤਲਬ ਆਪਣਾ ਕਿਸੇ ਦੇਸ਼ ਤੇ, ਤਾਂ ਉਹ ਜਾਂ ਉਹਨੇ ਕਿਸੇ ਦਾ ਅਪਲਾਈ ਕੀਤਾ, ਜਿਵੇਂ ਆਪਣੇ ਮਾਂ-ਬਾਪ ਦਾ, ਭੈਣ ਭਰਾਵਾਂ ਦਾ, ਉਹਨਾਂ ਨੇ ਆਉਣਾ, ਤਾਂ ਉਹ ਸਿਚੁਏਸ਼ਨ ਦੇ ਵਿੱਚ ਉਹ ਪਬਲਿਕ ਚਾਰਜ ਨਹੀਂ ਬਣਦੇ ਚਾਹੀਦੇ। ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਫੈਸਿਲਿਟੀਜ਼ ਹੈਗੀਆਂ ਉਹ ਉਹਨਾਂ ਨੂੰ ਲੈਣੀਆਂ ਨਹੀਂ ਚਾਹੀਦੀਆਂ, ਜਿਵੇਂ ਮੈਡੀਕਲ ਹੋ ਗਿਆ, ਫੂਡ ਸਟੈਂਪਾਂ ਹੋ ਗਈਆਂ, ਅਨਇੰਪਲੋਇਮੈਂਟ ਵੀ ਉਹਦੇ 'ਚ ਆਏਗੀ। ਮੈਨੂੰ ਲੱਗਦਾ ਬੈਟਰ ਇਹੀ ਆ ਵੀ ਨਾ ਲੈਣ, ਇਹਨਾਂ ਲਈ ਚੰਗਾ ਹੈ, ਕਿਉਂਕਿ ਜਿਹੜੀ ਹੁਣ ਜਿਵੇਂ ਇਹ ਸਰਕਾਰ ਦਾ ਸਖਤ ਰਵੱਈਆ ਹੈਗਾ, ਤਾਂ ਹੋ ਸਕਦਾ ਵੀ ਅਨਇੰਪਲੋਇਮੈਂਟ ਤੇ ਵੀ ਉਹ ਕਹਿ ਦੇਣ ਤੇ ਮਤਲਬ ਕੋਈ ਨਾ ਕੋਈ ਇਸ ਕਿਸਮ ਦਾ ਆਰਡਰ ਜਾਰੀ ਹੋ ਜਾਵੇ ਵੀ ਇਹ ਵੀ ਹੈ, ਤਾਂ ਇਹ ਵੀ ਪਬਲਿਕ ਬੈਨੀਫਿਟ ਹੀ ਆ ਬੇਸਿਕਲੀ, ਤੇ ਇਸ ਕਰਕੇ ਨਾ ਲੈਣ ਤਾਂ ਇਹਨਾਂ ਦੇ ਮਤਲਬ ਇਹਨਾਂ ਲਈ ਬੈਟਰ ਰਹੇਗਾ। ਦੂਜਾ, ਇਹਨਾਂ ਨੇ ਮੇਰਾ ਖਿਆਲ ਪੁੱਛਿਆ ਸੀ ਵੀ ਸਰਕਟ ਕੋਰਟ 'ਚ ਕੋਈ ਅਪੀਲ ਚੱਲਦੀ ਹੈ। ਸਰ, ਉਹਨਾਂ ਨੇ ਕਿਹਾ ਸੀ ਅਸਾਈਲਮ ਦੇ ਲਈ 4.5 ਸਾਲ ਹੋ ਚੁੱਕੇ ਨੇ, ਉਹਨਾਂ ਦੇ ਫਰੈਂਡ ਨੇ ਕਿਸੇ ਨੇ ਅਪਲਾਈ ਕੀਤਾ ਹੋਇਆ ਸੀ, ਕਿੰਨਾ ਸਮਾਂ ਹੋਰ ਲੱਗ ਸਕਦਾ ਆ? ਉਹ ਤਾਂ ਅਜੇ ਟਾਈਮ ਲੱਗ ਸਕਦਾ ਹੋਰ, ਕਿਉਂਕਿ ਅਜੇ ਤਾਂ ਫਿਲਹਾਲ ਤਾਂ ਆਫਿਸ ਦਾ ਕਿਸੇ ਕੋਟਾ ਬੰਦ ਆ, ਤੇ ਉਹ ਹੁਣ ਖੁੱਲੇਗਾ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ। ਟਾਈਮ ਤਾਂ ਲੱਗ ਹੀ ਰਿਹਾ, ਸ਼ਾਇਦ ਹੋਰ 6 ਮਹੀਨੇ ਲੱਗ ਜਾਣ, 4 ਲੱਗ ਜਾਣੇ। ਹੁਣ ਜਦੋਂ ਖੁੱਲੇਗਾ ਉਸ ਤੋਂ ਬਾਅਦ ਇਹਨਾਂ ਨੂੰ ਚਾਹੀਦਾ ਉੱਥੇ ਉਹਨਾਂ ਤੋਂ ਪਤਾ ਕਰਨ, ਜਾਂ ਜੇ ਇਹਨਾਂ ਨੇ ਲਾਇਰ ਹੈਗਾ, ਕਿਸੇ ਵਕੀਲ ਨੇ ਅਪਲਾਈ ਕੀਤਾ, ਤਾਂ ਉਹਨਾਂ ਨੂੰ ਕਹਿਣ ਉਹ ਪਤਾ ਕਰ ਸਕਦੇ ਆ। ਜੀ ਬਿਲਕੁਲ, ਖੁੱਲੇਗਾ ਸਾਰਾ ਪਤਾ ਕਰਨਾ ਚਾਹੀਦਾ ਇਹਨਾਂ ਨੂੰ।
ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ ਇਸ ਵਕਤ ਕਿ ਜਿਹੜੇ ਯੂਐਸ ਜਿਨ੍ਹਾਂ ਨੇ ਸਿਟੀਜ਼ਨਸ ਨਾਲ ਵਿਆਹ ਕਰਵਾਇਆ ਹੋਇਆ ਜਾਂ ਪੀਆਰ ਹੋਲਡਰਸ ਨਾਲ ਵਿਆਹ ਕਰਵਾਇਆ ਹੋਇਆ ਤੇ ਇਸ ਵਕਤ ਇੰਡੀਆ ਦੇ ਵਿੱਚ ਉਹ ਹੈਗੇ ਨੇ ਆਪਣੇ ਸਪਾਊਸ ਨੂੰ ਇਨਵੀਟੇਸ਼ਨ ਅਸੀਂ ਵੇਟ ਕਰ ਰਹੇ ਸੀ ਕਿ ਉਹਨਾਂ ਨੂੰ ਆਏਗਾ ਕਿ ਕੋਈ ਇਸ ਵਕਤ ਇੰਟਰਵਿਊ ਦਾ, ਬਟ ਅਜੇ ਤੱਕ ਸਭ ਕੁਝ ਬੰਦ ਹੋਣ ਦੇ ਕਰਕੇ ਉਹ ਇਹਦੀ ਵੇਟ ਪੀਰੀਅਡ ਵਿੱਚ ਹੀ ਲੰਘ ਰਿਹਾ ਉਹਨਾਂ ਦਾ ਟਾਈਮ। ਸੋ ਇਹ ਕਦੋਂ ਤੱਕ ਓਪਨ ਹੋ ਸਕਦਾ ਤੇ ਕੀ ਉਹਨਾਂ ਨੂੰ ਕਰਨਾ ਚਾਹੀਦਾ ਆ? ਦੇਖੋ ਇਹਦੇ ਚ ਇਸ ਤਰ੍ਹਾਂ ਵੀ ਜਿਹੜਾ ਤਾਂ ਮਤਲਬ ਸਿਟੀਜ਼ਨ ਦੇ ਨਾਲ ਕਿਸੇ ਨੇ ਵਿਆਹ ਕਰਾਇਆ ਤੇ ਉਹਦੇ ਤੇ ਤਾਂ ਕੋਈ ਬੈਨ ਲਾਗੂ ਨਹੀਂ ਹੁੰਦਾ। ਜਿਹੜਾ ਐਕਟਿਵ ਇਮੀਗ੍ਰੇਸ਼ਨ ਬੈਨ ਸੀਗਾ ਉਹ ਤਾਂ ਜਦੋਂ ਮਰਜ਼ੀ ਜਦੋਂ ਆਪ ਉਸ ਤੋਂ ਬਾਅਦ ਚਾਹੇ ਤਾਂ ਇੱਥੇ ਅਮਰੀਕਾ 'ਚ ਉਹਨੇ ਅਪਲਾਈ ਕੀਤਾ ਜੀ ਲੀਗਲ ਐਂਟਰੀ ਆ ਸਿਟੀਜ਼ਨ ਦਾ ਵਿਆਹ ਹੋਇਆ, ਜਾਂ ਉਹਨੇ ਬਾਹਰ ਸਿਟੀਜ਼ਨ ਜਾ ਕੇ ਇੰਡੀਆ ਦੇ ਕਿਸੇ ਹੋਰ ਕੰਟਰੀ ਵਿਆਹ ਕਰਕੇ ਆਇਆ ਕੈਨੇਡਾ 'ਚ, ਉਹ ਤਾਂ ਜਦੋਂ ਵੀ ਆ ਜਿਹੜਾ ਲੋਕਡਾਊਨ ਖੁੱਲ ਜੂਗਾ ਉਸ ਤੋਂ ਬਾਅਦ ਉਹਦੀ ਜਿਹੜੀ ਪ੍ਰੋਸੈਸਿੰਗ ਸ਼ੁਰੂ ਹੋ ਜੂਗੀ। ਬਾਕੀ ਜਿਹੜਾ ਪੇਪਰ ਵਰਕ ਤਾਂ ਆਲਰੇਡੀ ਪ੍ਰੋਸੈਸਿੰਗ ਹੋ ਰਹੀ ਆ। ਜਿਹੜੇ ਸਰਵਿਸ ਸੈਂਟਰ ਨੇ ਇਮੀਗ੍ਰੇਸ਼ਨ ਦੇ ਜਿੱਥੇ ਆਪਾਂ ਅਪਲਾਈ ਕਰਦੇ ਹਾਂ ਕੇਸ, ਉਹ ਤਾਂ ਆਲਰੇਡੀ ਉੱਥੇ ਐਪਲੀਕੇਸ਼ਨਾਂ ਲੈ ਰਹੇ ਨੇ, ਉਹਦੇ ਕੋਈ ਪ੍ਰੋਬਲਮ ਨਹੀਂ, ਇੰਟਰਵਿਊਆਂ ਹੋ ਜਾਣਗੀਆਂ। ਪਰ ਜਿਹੜੇ ਗ੍ਰੀਨ ਕਾਰਡ ਹੋਲਡਰਾਂ ਦੇ ਹਸਬੈਂਡ ਵਾਈਫ ਨੇ, ਠੀਕ ਹੈ ਜੀ, ਉਹਨਾਂ ਤੇ ਇਹ ਜਿਹੜਾ ਬੈਨ ਹੈ ਇਹ ਲੱਗੇਗਾ। ਜਿਹੜਾ ਇਹ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਇਮੀਗ੍ਰੇਸ਼ਨ ਬੈਨ, ਇਹ ਜਿੰਨੇ ਵੀ ਗ੍ਰੀਨ ਕਾਰਡ ਹੋਲਡਰਾਂ ਦੇ ਸਪਾਊਸਿਸ ਦੇ ਹਸਬੈਂਡ ਵਾਈਫ ਨੇ ਜਾਂ ਬੱਚੇ ਨੇ ਉਹਨਾਂ ਤੇ ਲੱਗੇਗਾ। ਤੇ ਉਹਨਾਂ ਨੂੰ ਜਦ ਤੱਕ ਬੈਨ ਇਹ ਨਹੀਂ ਖੁੱਲਦਾ ਉਨੀ ਦੇਰ ਤੱਕ ਇੰਟਰਵਿਊ ਵਗੈਰਾ ਜਿਹੜੀ ਉਹ ਨਹੀਂ ਆਏਗੀ। ਸਿਟੀਜ਼ਨ ਦੇ ਉੱਤੇ ਦੀ ਮੈਰਿਜ ਤੇ ਕੋਈ ਬੈਨ ਨਹੀਂ ਹੈਗਾ। ਉਹ ਜਦੋਂ ਵੀ ਆ ਇਮੀਗ੍ਰੇਸ਼ਨ ਆਫਿਸਿਸ ਓਪਨ ਹੋਣਗੇ ਅਮਰੀਕਾ ਦੇ ਵਿੱਚ ਜਾਂ ਬਾਹਰ ਬੈਠੀਆਂ, ਉਦੋਂ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਇੰਟਰਵਿਊਜ਼ ਵਗੈਰਾ। ਜੀ ਸਰ, ਜਿਹੜੇ ਅਸਾਈਲਮ ਸੀਕਰਸ ਨੇ ਜਿਨ੍ਹਾਂ ਨੇ ਐਪਲੀਕੇਸ਼ਨਸ ਲਗਾਉਣੀਆਂ ਨੇ ਜਾਂ ਜਿਨ੍ਹਾਂ ਨੇ ਲਗਾ ਦਿੱਤੀਆਂ ਨੇ, ਉਹਨਾਂ ਦਾ ਕੀ ਪ੍ਰੋਸੈਸਿੰਗ ਹੁੰਦੀ ਹੈ ਜਾਂ ਕਿੰਨਾ ਸਮਾਂ ਲੱਗੇਗਾ, ਜਾਂ ਇਹ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ? ਅਸਾਈਲਮ ਤੇ ਤਾਂ ਇਹਦਾ ਕੋਈ ਅਸਰ ਨਹੀਂ ਹੈਗਾ। ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਐਗਜ਼ੈਕਟਿਵ ਆਰਡਰ ਦੇ ਵਿੱਚ ਹੀ ਲਿਖਿਆ ਹੋਇਆ ਵੀ ਪੋਲੀਟੀਕਲ ਅਸਾਈਲਮ ਤੇ ਲਾਗੂ ਨਹੀਂ ਹੁੰਦਾ। ਜਿਹਨੇ ਵੀ ਅਸਾਈਲਮ ਅਪਲਾਈ ਕੀਤਾ ਉਹਦਾ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ। ਤੇ ਜਿਹੜੇ ਤਾਂ ਅਸਾਈਲਮ ਦੇ ਕੇਸ 2018 ਤੋਂ ਪਹਿਲਾਂ ਦੇ ਲੱਗੇ ਆ ਅਸਾਈਲਮ ਆਫਿਸਾਂ ਦੇ, ਜਿਵੇਂ ਕੋਈ ਵੀਜ਼ੇ ਤੇ ਆਇਆ ਉਹਨੇ ਅਸਾਈਲਮ ਦਾ ਅਪਲਾਈ ਕਰਤਾ, ਤੇ ਉਹਦਾ ਜਿਹੜਾ ਹੈਗਾ ਉਹ ਫਰੀਜ਼ ਤੇ ਪਾਏ ਹੋਏ ਇਹਨਾਂ ਨੇ, ਕਿਉਂਕਿ ਉਹਨਾਂ ਕੋਲੇ ਵਰਕ ਪਰਮਿਟ ਹੈਗੇ, ਉਹਨਾਂ ਦੀਆਂ ਡੇਟਾ ਕੁਛ ਦੀਆਂ ਆ ਗਈਆਂ, ਕੁਛ ਦੀਆਂ ਵੀ ਆ ਰਹੀਆਂ ਨਹੀਂ ਆਈਆਂ। ਹੋ ਸਕਦਾ ਆਹ ਸਾਲ ਦੇ ਆਉਣਗੇ, ਇਸ ਤੋਂ ਅਗਲੇ ਸਾਲ ਵੀ ਆ ਸਕਦਾ, ਉਹ ਕੁਛ ਨਹੀਂ ਪਤਾ ਜੀ। ਜਿਹੜੇ ਹੁਣ ਅਪਲਾਈ ਕਰ ਰਹੇ ਆ ਨਵੇਂ, ਜਿਵੇਂ ਕਿਸੇ ਬੰਦੇ ਨੇ ਐਪਲੀਕੇਸ਼ਨ ਆਹ ਸਾਲ ਲਾਈ ਹੈ ਜਾਂ ਪਿਛਲੇ ਸਾਲ ਲਾਈ ਹੈ ਜਾਂ ਹੁਣ ਲਾ ਰਿਹਾ, ਉਹਨਾਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ। ਉਹਨਾਂ ਵਿੱਚੋਂ ਕੁਛ ਨੂੰ ਤਾਂ ਨਹੀਂ ਆਉਂਦੀਆਂ ਵਰਕ ਪਰਮਿਟ ਦਿੰਦੇ, ਪਰ ਕਈਆਂ ਦੀ ਇੰਟਰਵਿਊਜ਼ ਬੜੀ ਜਲਦੀ, ਮਹੀਨੇ 2 ਮਹੀਨੇ 'ਚ ਵੀ ਇੰਟਰਵਿਊ ਆ ਰਹੀ, ਇਹਦੇ 'ਚ ਵੀ ਆ ਰਹੀ ਹੈ ਕਈਆਂ ਦੀ ਜਿਹੜੇ 21 ਡੇਜ਼, ਤੇ ਉਹ ਛੇਤੀ ਹੋ ਰਿਹਾ। ਬਾਕੀ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਇਮੀਗ੍ਰੇਸ਼ਨ ਕੋਰਟ 'ਚ ਲੱਗੇ ਨੇ, ਕਿਉਂਕਿ ਇੱਦਾਂ ਦੇ ਵੀ ਹੈਗੇ ਆ, 2 ਕੈਟੇਗਰੀਆਂ ਅਸਾਈਲਮ ਦੀਆਂ। ਇੱਕ ਤਾਂ ਉਹ ਜਿਹੜੇ ਅਸਾਈਲਮ ਆਫਿਸ 'ਚ ਕਰਦੇ ਆ, ਜਿਹਨਾਂ ਦੀ ਐਂਟਰੀ ਇੱਥੇ ਹੋ ਜਾਂਦੀ ਹੈ, ਜਿਹੜੇ ਫੜੇ ਨਹੀਂ ਜਾਂਦੇ। ਦੂਜੇ ਉਹ ਨੇ ਜਿਹੜੇ ਇੱਥੇ ਬਾਰਡਰ ਤੇ ਫੜੇ ਜਾਂਦੇ ਆ, ਕੈਂਪਾਂ 'ਚ ਆਉਂਦੇ ਆ, ਉਹਨਾਂ ਦਾ ਕੇਸ ਅਸਾਈਲਮ ਆਫਿਸ 'ਚ ਨਹੀਂ ਜਾਂਦਾ, ਉਹਨਾਂ ਦਾ ਕੇਸ ਇਮੀਗ੍ਰੇਸ਼ਨ ਕੋਰਟ ਜਾਂਦਾ ਸਿੱਧਾ। ਤੇ ਜਿਨ੍ਹਾਂ ਦੇ ਇਮੀਗ੍ਰੇਸ਼ਨ ਕੋਰਟ 'ਚ ਹੈਗੇ ਆ ਕੇਸ, ਉਹ ਜਿਹੜੇ ਹੈਗੇ ਆ ਉਹ ਮਤਲਬ ਉਹਨਾਂ ਦੇ ਉੱਤੇ ਮਤਲਬ ਇਸ ਕਿਸਮ ਦੀ ਟਾਈਮ ਦੀ ਰਿਸਟ੍ਰਿਕਸ਼ਨ ਨਹੀਂ ਹੈਗੀ ਕਿੰਨੇ ਸਾਲ ਮਤਲਬ ਜਿਹੜੀ ਵਾਰੀ ਨਿਕਲਣੀ, ਉਹਨਾਂ ਦੀ ਡੇਟਾ ਪੈ ਰਹੀਆਂ ਨੇ, ਤੇ ਡੇਟਾ ਤੋਂ ਬਾਅਦ ਫਿਰ ਪਿਛਲੀ ਇਮੀਗ੍ਰੇਸ਼ਨ ਕੋਰਟਾਂ ਆਪਣੇ ਹਿਸਾਬ ਨਾਲ ਅੱਗੇ ਜਿਹੜੀ ਫਾਈਨਲ ਡੇਟ ਦੇ ਰਹੀਆਂ ਤੇ ਉਹਨਾਂ ਨੂੰ ਇਹ ਮਤਲਬ ਇਸ ਕਿਸਮ ਦੀ ਵੇਟ ਨਹੀਂ ਹੈਗੀ ਜਿਵੇਂ ਕਿ ਜਿਹੜੀ ਪਹਿਲੀ ਕੈਟੇਗਰੀ ਵਾਲਿਆਂ ਨੂੰ ਹੈਗੀ। ਸੋ ਇਸ ਕਰਕੇ ਟਾਈਮ ਤਾਂ ਲੱਗ ਹੀ ਰਿਹਾ, ਪਰ ਜਿਹੜੇ ਹੁਣ ਅਪਲਾਈ ਕਰ ਰਹੇ ਆ ਉਹਨਾਂ ਦੀ ਡੇਟਾ ਜਲਦੀ ਆ। ਜੀ ਸਰ, ਜਿਹੜੇ ਇਸ ਵਕਤ ਟੂਰਿਸਟ ਵੀਜ਼ਾ ਤੇ ਯੂਐਸ ਪਹੁੰਚੇ ਹੋਏ ਸੀ ਤੇ ਹੁਣ ਜਿਵੇਂ ਸਟਕ ਹੋ ਗਏ ਨੇ ਯੂਐਸ ਦੇ ਵਿੱਚ, ਉਹਨਾਂ ਦੇ ਐਕਸਟੈਂਸ਼ਨ ਲਈ ਅਪਲਾਈ ਕੀਤੀ ਹੈ, ਆਪਣੀ ਵੀਜ਼ਾ ਐਕਸਟੈਂਸ਼ਨ ਲਈ, ਉੱਥੇ ਇਸ ਵਕਤ ਐਕਸਟੈਂਸ਼ਨ ਮਿਲ ਤਾਂ ਚੁੱਕੀ ਆ, ਪਰ ਜੇ ਉਹ ਨੈਕਸਟ ਟਾਈਮ ਲਈ ਇਸ ਯੂਐਸ ਦੇ ਲਈ ਦੁਬਾਰਾ ਅਪਲਾਈ ਕਰਦੇ ਨੇ, ਕਿ ਇਸ ਐਕਸਟੈਂਸ਼ਨ ਦਾ ਉਹਨਾਂ ਦੇ ਨੈਕਸਟ ਟਾਈਮ ਕੇਸ ਦੇ ਉੱਤੇ, ਪ੍ਰੋਸੈਸ ਦੇ ਉੱਤੇ ਕੋਈ ਅਸਰ ਪਊਗਾ? ਦੇਖੋ ਜੀ, ਜਿਨ੍ਹਾਂ ਨੇ ਤਾਂ ਆਪਣਾ ਐਂਟਰੀ ਖਤਮ ਹੋਣ ਤੋਂ ਪਹਿਲਾਂ ਐਕਸਟੈਂਸ਼ਨ ਲਈ ਅਪਲਾਈ ਕਰਤਾ ਤੇ ਉਹਨਾਂ ਨੂੰ ਉੱਥੋਂ ਇਮੀਗ੍ਰੇਸ਼ਨ ਤੋਂ ਜਿਹੜੀ ਉਹਨਾਂ ਦੀ ਫੀਸ ਵਗੈਰਾ ਹੁੰਦੀ ਹੈ, ਇਹਦੀ ਫੀਸ ਹੁੰਦੀ ਹੈ 370 ਤੇ 85% ਦੀ, ਤੇ ਉਹ ਰਿਸੀਵ ਹੋ ਗਈ ਆ। ਤੇ ਉਸ ਤੋਂ ਬਾਅਦ ਲੈਟਰ ਵਗੈਰਾ ਆ ਗਿਆ ਵੀ ਤੁਹਾਡਾ ਜਿਹੜਾ ਹੈਗਾ ਵੀਜ਼ਾ ਐਕਸਟੈਂਸ਼ਨ ਦਾ ਲੱਗ ਗਿਆ ਕੇਸ, ਤੇ ਉਹਨਾਂ ਨੂੰ ਜੇ ਉਹ ਵਿਭਿੰਨ ਉਹਨਾਂ ਨੂੰ ਐਂਟਰੀ ਵੱਧ ਜਾਂਦੀ ਹੈ, ਉਹਨਾਂ ਦੇ ਉਹਦੇ ਵਿੱਚ ਚਲੇ ਜਾਂਦੇ ਆ, ਫਿਰ ਉਹਨਾਂ ਦਾ ਦੁਬਾਰਾ ਆਉਣ ਤੇ ਕੋਈ ਅਸਰ ਨਹੀਂ। ਪਰ ਜੇ ਕਿਸੇ ਨੇ ਅਪਲਾਈ ਨਹੀਂ ਕੀਤਾ, ਐਂਟਰੀ ਨਹੀਂ ਵਧੀ, ਉਹ ਜੇ ਉੱਦਾਂ ਹੀ ਚਲਾ ਜਾਂਦਾ ਓਵਰ ਸਟੇ ਕਰਕੇ, ਤਾਂ ਉਹਨੂੰ ਦੁਬਾਰਾ ਆਉਣ ਤੇ ਅਸਰ ਪੈ ਸਕਦਾ। ਇੱਕ ਦੁਬਾਰਾ ਵੀਜ਼ਾ ਜਿਹੜੀ ਐਂਟਰੀ ਮਿਲਣ ਤੇ ਅਸਰ ਪਿਆ, ਤਾਂ ਇਸ ਕਰਕੇ ਜਿਹਨੂੰ ਐਂਟਰੀ ਉਹਦੀ ਚਾਹੇ 2 ਮਹੀਨੇ ਹੋ ਗਈ, 3 ਹੋ ਗਈ, 4 ਹੋ ਗਈ, ਜੇ ਉਹਦੇ ਵਿੱਚ ਉਹ ਵਾਪਸ ਚਲਾ ਜਾਵੇ, ਵੀਜ਼ਾ ਐਕਸਟੈਂਡ ਹੋ ਗਈ ਆ, ਫਿਰ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਜੇ ਵਾਪਸ ਆਏਗਾ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜੀ ਜਸਪ੍ਰੀਤ ਜੀ, ਜਿਵੇਂ ਤੁਸੀਂ ਦੱਸਿਆ ਕਿ ਹਰ ਚੀਜ਼ ਕਾਨੂੰਨੀ ਤਰੀਕੇ ਨਾਲ ਹੋਵੇ ਤਾਂ ਜ਼ਿਆਦਾ ਬੈਟਰ ਹੁੰਦੀ ਹੈ। ਇਸ ਵਕਤ ਕਈ ਵਿਦਿਆਰਥੀ ਵੀ ਅਜਿਹੇ ਨੇ ਜਿਨ੍ਹਾਂ ਨੇ ਯੂਐਸ ਦੇ ਲਈ ਅਪਲਾਈ ਕੀਤਾ ਹੋਇਆ ਸੀ, ਉਹਨਾਂ ਨੂੰ ਸੀਟਸ ਵੀ ਮਿਲ ਚੁੱਕੀਆਂ ਸੀ, ਇਸ ਵਕਤ ਉਹਨਾਂ ਨੇ ਆਪਣੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਨੀ ਸੀ, ਪਰ ਸਟਕ ਹੋਣ ਦੇ ਕਰਕੇ ਨਹੀਂ ਪਹੁੰਚ ਪਾ ਰਹੇ ਹੈਗੇ, ਉਹ ਹੁਣ ਕੀ ਕਰਨ? ਉਹਨਾਂ ਨੂੰ ਤੁਸੀਂ ਕੀ ਰਾਏ ਦੇਣਾ ਚਾਹੋਗੇ?
ਦੇਖੋ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਇਮੀਗ੍ਰੇਸ਼ਨ ਬੈਨ ਉਹ ਜੀ ਕਲੀਅਰਲੀ ਉਹਨਾਂ ਨੇ ਮਤਲਬ ਮੈਂਸ਼ਨ ਕੀਤਾ ਵੀ ਜਿਹੜੇ ਬੰਦਿਆਂ ਨੂੰ ਵੀਜ਼ਾ ਮਿਲ ਚੁੱਕਿਆ ਪਰ ਉਹ ਕਿਸੇ ਵਜ੍ਹਾ ਕਰਕੇ ਨਹੀਂ ਆ ਸਕੇ ਜਾਂ ਫਲਾਈਟਾਂ ਨਹੀਂ ਮਿਲੀਆਂ ਜਾਂ ਉੱਦਾਂ ਹੀ ਨਹੀਂ ਆ ਸਕੇ ਉਹ ਤਾਂ ਆ ਸਕਦੇ ਜਦੋਂ ਵੀ ਆ ਖੁੱਲੇਗਾ ਲਾਕਡਾਊਨ। ਜਿਹੜੇ ਬੰਦਿਆਂ ਨੂੰ ਵੀਜ਼ਾ ਜੇ ਮਿਲਿਆ ਹੀ ਨਹੀਂ ਉਹਨਾਂ ਨੇ ਅਪਲਾਈ ਕੀਤਾ ਜੇ ਇੰਟਰਵਿਊ ਆਈ ਜਾਂ ਸਿਚੁਏਸ਼ਨ ਆ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈਗੀ ਉਹ ਡਿਫਰੈਂਟ ਆ। ਉਹਦਾ ਬੇਸਿਕਲੀ ਇਹ ਆ ਕਿ ਮਤਲਬ ਉਹਨਾਂ ਨੂੰ ਹੋ ਸਕਦਾ ਵੀ ਉਹ ਵੀਜ਼ਾ ਨਾ ਮਿਲੇ ਜਾਂ ਉਹਦਾ ਦੁਬਾਰਾ ਉਹਨਾਂ ਕੋਲ ਪੇਪਰ ਵਰਕ ਲਿਆ ਜਾਵੇ ਤੇ ਜਿਹੜੇ ਇਹਨਾਂ ਨੇ ਉਹਨਾਂ ਵਾਸਤੇ ਜਿਹੜਾ ਫਰੇਮਵਰਕ ਹੁਣ ਲੇ ਡਾਊਨ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਆਏ ਹਾਂ ਵੀ H1 F1 ਤੇ L1 ਲਈ ਇਹ ਰੂਲਸ ਜਿਹੜੇ ਹੈਗੇ ਸਟ੍ਰਿਕਟ ਕਰਨ ਜਾ ਰਹੇ ਆ ਉਹ ਉਹਨਾਂ ਵਾਸਤੇ ਨੇ ਜਿਹੜੇ ਬੰਦਿਆਂ ਨੂੰ ਅਜੇ ਵੀਜ਼ਾ ਨਹੀਂ ਮਿਲਿਆ ਜਿਹਨਾਂ ਦੀ ਇੰਟਰਵਿਊ ਜਿਹੜੇ ਆਈ ਨਹੀਂ ਅਪਲਾਈ ਕੀਤਾ ਜੇ ਇੰਟਰਵਿਊ ਹੋਈ ਨਹੀਂ ਤੇ ਉਹੋ ਜਿਹੇ ਜਿਹੜੇ ਨੇ ਉਹਨਾਂ ਦਾ ਆਹ ਮਹੀਨੇ ਦੇ ਐਂਡ ਜਾਂ ਅਗਲੇ ਮਹੀਨੇ ਤੱਕ ਪਤਾ ਲੱਗੇਗਾ ਆਪਾਂ ਨੂੰ ਤੇ ਹੋ ਸਕਦਾ ਜੂਨ ਦੇ ਵਿੱਚ ਉਹਨਾਂ ਦੇ ਕੋਈ ਰੂਲਸ ਲੇ ਡਾਊਨ ਕਰਨ। ਜੀ ਸਰ ਜਿਵੇਂ ਤੁਸੀਂ ਦੱਸ ਰਹੇ ਹੋ ਨਾਲ ਦੀ ਨਾਲ ਰੂਲਸ ਦੇ ਬਾਰੇ ਵਿੱਚ ਇਹਦੇ ਬਾਰੇ ਮੈਂ ਇੱਕ ਨਵੀਂ ਜਾਣਕਾਰੀ ਜ਼ਰੂਰ ਲਵਾਂਗੀ ਤੁਹਾਡੇ ਤੋਂ। ਪਹਿਲਾਂ ਇੱਕ ਦਰਸ਼ਕ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ ਹਾਂਜੀ ਮੈਡਮ ਮੈਂ ਨਾ ਆਪਣੇ ਨਿਊ ਜਰਸੀ ਤੋਂ ਬੋਲਦਾ ਪਿਆ ਜੀ। ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ 'ਚ। ਹਾਂਜੀ ਮੈਡਮ ਜਿੱਦਾਂ ਮੈਨੂੰ ਨਾ ਗ੍ਰੀਨ ਕਾਰਡ ਆਪਣਾ ਮੈਂ ਤਾਂ 2 ਨੰਬਰ 'ਚ ਇਲੀਗਲ ਆਇਆ ਸੀਗਾ ਮੇਰੇ ਕੋਲ ਗ੍ਰੀਨ ਕਾਰਡ ਆ ਅਸਾਮ ਤੇ ਥਰੂ ਗ੍ਰੀਨ ਕਾਰਡ ਲਿਆ ਤੇ ਅਸੀਂ ਜੇ ਆਇਆ ਨੇਪਾਲ ਇੰਡੀਆ ਜਾਣਾ ਹੋਵੇ ਜਾ ਸਕਦੇ ਹਾਂ ਫਿਊਚਰ ਤੇ। ਜੀ ਜਸਪ੍ਰੀਤ ਜੀ ਤੁਸੀਂ ਇਹਨਾਂ ਨੂੰ ਕੋਈ ਸਲਾਹ ਦੇਣਾ ਚਾਹੋਗੇ ਜਾਂ ਕੁਝ ਪੁੱਛਣਾ ਚਾਹੋਗੇ? ਹਾਂਜੀ ਇਹਨਾਂ ਦਾ ਸਵਾਲ ਸਰ ਇਹਨਾਂ ਨੇ ਕਿਹਾ ਕਿ ਇਹ ਇਲੀਗਲ ਤੌਰ ਤੇ ਇੱਥੇ ਪਹੁੰਚੇ ਸਨ US ਦੇ ਵਿੱਚ ਤੇ ਇਹਨਾਂ ਨੇ ਅਸਾਈਲਮ ਦੇ ਬੇਸ ਦੇ ਉੱਤੇ ਗ੍ਰੀਨ ਕਾਰਡ ਇਹਨਾਂ ਨੂੰ ਮਿਲ ਚੁੱਕਿਆ ਤੇ ਜੇਕਰ ਇਹ ਭਾਰਤ ਜਾਣਾ ਚਾਹੁੰਦੇ ਹੁਣ ਦੁਬਾਰਾ ਤਾਂ ਕੀ ਵਾਇਆ ਨੇਪਾਲ ਹੋ ਕੇ ਭਾਰਤ ਵਾਪਸ ਜਾ ਸਕਦੇ ਨੇ? ਇਹਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਨੇ। ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ ਸਮਝ ਗਿਆ ਜੀ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ ਇਹਨਾਂ ਨੂੰ ਇਹੀ ਆ ਵੀ ਜੇ ਇਹਨਾਂ ਨੇ ਅਸਾਈਲਮ ਲਿਆ ਇੰਡੀਆ ਤੋਂ ਤੇ ਇਹਨਾਂ ਨੂੰ ਇੰਡੀਆ ਨਹੀਂ ਜਾਣਾ ਚਾਹੀਦਾ। ਇਹ ਆ ਵੀ ਕਿਸੇ ਹੋਰ ਕੰਟਰੀ ਤੇ ਜਾ ਸਕਦੇ ਆ ਜਿਵੇਂ ਟਰੈਵਲ ਡਾਕੂਮੈਂਟ ਇਹਨਾਂ ਨੂੰ ਰਿਫਿਊਜੀ ਜਿਹੜਾ ਹੁੰਦਾ ਟਰੈਵਲ ਡਾਕੂਮੈਂਟ ਮਿਲ ਜਾਂਦਾ ਉੱਤੇ ਜਿਵੇਂ ਕੈਨੇਡਾ ਜਾ ਸਕਦੇ ਇੰਗਲੈਂਡ ਜਾ ਸਕਦੇ ਨੇਪਾਲ ਪਰ ਇੰਡੀਆ ਨਹੀਂ ਜਾ ਸਕਦੇ। ਇਹਨਾਂ ਨੂੰ ਤਾਂ ਇਹੀ ਰੈਕਮੈਂਡੇਸ਼ਨ ਹੈਗੀ ਆ ਕਿ ਇੰਡੀਆ ਨਾ ਜਾਣ ਕਿਉਂਕਿ ਇਹਨਾਂ ਨੇ ਇੱਕ ਪਾਸੇ ਦਾ ਅਸਾਈਲਮ ਲਿਆ ਇਹ ਕਹਿ ਕੇ ਵੀ ਇੰਡੀਆ 'ਚ ਖਤਰਾ ਦੂਜੇ ਪਾਸੇ ਇੰਡੀਆ ਜਾ ਰਹੇ ਆ ਇਸ ਕਰਕੇ ਇਹਨਾਂ ਨੂੰ ਅਜੇ ਇੰਡੀਆ ਨਹੀਂ ਜਾਣਾ ਚਾਹੀਦਾ। ਬਾਕੀ ਉਹ ਤੋਂ ਬਿਨਾਂ ਹੋਰ ਕਿਸੇ ਕੰਟਰੀ ਜਾ ਸਕਦੇ ਜਾਂ ਕਿਸੇ ਵੀ ਜੀ ਬਿਲਕੁਲ। ਤੇ ਸਰ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀਗੇ ਤੁਸੀਂ ਸਟੂਡੈਂਟਸ ਦੇ ਬਾਰੇ ਵਿੱਚ ਦੱਸਿਆ ਸਾਡੇ ਇੱਕ ਦਰਸ਼ਕ ਸਾਨੂੰ ਜ਼ਰੂਰ ਪੁੱਛ ਰਹੇ ਨੇ ਫੇਸਬੁੱਕ ਦੇ ਉੱਤੇ ਕਿ ਲੋਕਡਾਊਨ ਦੇ ਦੌਰਾਨ ਜੇਕਰ ਕਿਸੇ ਦੀ ਕੋਈ ਮੈਡੀਕਲ ਜਾਂ PCC ਜਾਂ ਕੁਝ ਹੋਰ ਡਾਕੂਮੈਂਟਸ ਉਹਨਾਂ ਦੀ ਟਾਈਮ ਪੀਰੀਅਡ ਲੰਘ ਜਾਵੇ ਐਕਸਪਾਇਰ ਹੋ ਜਾਣ ਤਾਂ ਕੀ ਉਹ ਦੁਬਾਰਾ ਰਿਨਿਊ ਕੀਤੇ ਜਾ ਸਕਦੇ ਨੇ ਜਾਂ ਫਿਰ ਉਹ ਦੁਬਾਰਾ ਹੀ ਸਾਰਾ ਪ੍ਰੋਸੈਸ ਕਿਸੇ ਪ੍ਰੋਸੈਸ ਲਈ ਜਿਵੇਂ ਲਗਾਇਆ ਹੋਵੇ ਤਾਂ ਸਾਰਾ ਪ੍ਰੋਸੈਸ ਹੀ ਦੁਬਾਰਾ ਅਪਲਾਈ ਕਰਨਾ ਪਏਗਾ? ਇਸ ਤਰ੍ਹਾਂ ਹੈ ਕਿ ਜੇ ਤਾਂ ਉਹਨਾਂ ਨੇ ਕੋਈ ਚੀਜ਼ ਮੰਗੀ ਆ ਰਿਕੁਐਸਟ ਫॉर ਐਵੀਡੈਂਸ ਤੇ ਟਾਈਮ ਲੰਘ ਗਿਆ ਤਾਂ ਭੇਜ ਕੇ ਦੇਖ ਲੈਣ। ਕਈ ਵਾਰੀ ਉਹ ਲੋਕਡਾਊਨ ਦੇ ਕਰਕੇ ਜਾਂ ਇਹਦੇ ਕਰਕੇ ਕੋਰੋਨਾ ਵਾਇਰਸ ਕਰਕੇ ਸ਼ਾਇਦ ਰਿਲੈਕਸੇਸ਼ਨ ਦੇ ਦੇਵੇ ਕੋਈ ਪ੍ਰੋਬਲਮ ਪਰ ਜਾਂ ਇਹਨਾਂ ਨੂੰ ਦੁਬਾਰਾ ਉਹਨਾਂ ਨੂੰ ਚਾਹੀਦਾ ਵੀ ਉਹ ਕਰਨ ਮਤਲਬ ਉਹਨਾਂ ਨੂੰ ਲੈਟਰ ਦੇ ਦੇਣ ਕਿ ਸਾਨੂੰ ਮਤਲਬ ਇੱਕ ਲੈਟਰ ਦੇ ਦੇਣ ਕਿ ਸਾਨੂੰ ਟਾਈਮ ਚਾਹੀਦਾ ਕਿ ਜਿਹਦਾ ਪੇਪਰ ਉਹਨਾਂ ਕੋਲ ਹੈਗੇ ਆ ਉਹ ਤਾਂ ਭੇਜ ਦੇਣ। ਜੇ ਉਹਨਾਂ ਕੋਲ ਜੇ ਨਹੀਂ ਉਹ ਪੇਪਰ ਜਿਹੜੇ ਮੰਗੇ ਇਕੱਠੇ ਕੀਤੇ ਤਾਂ ਉਹਨਾਂ ਨੂੰ ਇੱਕ ਚਿੱਠੀ ਲਿਖਣ ਕਿ ਜਿਹੜਾ ਲੋਕਡਾਊਨ ਕਰਕੇ ਕੋਰੋਨਾ ਵਾਇਰਸ ਕਰਕੇ ਅਸੀਂ ਨਹੀਂ ਪੇਪਰ ਆਪਣੇ ਇਕੱਠੇ ਕਰ ਸਕੇ ਸਾਨੂੰ ਟਾਈਮ ਦਿਓ। ਟਾਈਮ ਦੇਗੀ ਪਰ ਟਾਈਮ ਦੀ ਰਿਕੁਐਸਟ ਕਰਨੀ ਪਊਗੀ ਆਪਣੇ ਆਪ ਟਾਈਮ ਨਹੀਂ ਮਿਲ ਜਾਣਾ ਤੁਸੀਂ ਉਹਨਾਂ ਨੂੰ ਲਿਖ ਕੇ ਰਿਕੁਐਸਟ ਕਰਨੀ ਪੈਣੀ ਹੈ। ਜੀ ਬਿਲਕੁਲ ਨਾਲ ਰੀਜ਼ਨ ਮੈਂਸ਼ਨ ਕਰਨਾ ਪਏਗਾ ਕਿ ਕਿਉਂ ਕੀ ਰੀਜ਼ਨ ਰਿਹਾ ਇਸ ਡਾਕੂਮੈਂਟਸ ਦੇ ਕਾਰਨ ਲੇਟ ਹੋਣ ਦਾ। ਹਾਂਜੀ ਰੀਜ਼ਨ ਤਾਂ ਬੇਸਿਕਲੀ ਉਹਨਾਂ ਨੂੰ ਇਹੀ ਲਿਖਣਾ ਪਊਗਾ ਜੋ ਉਹਨਾਂ ਦੀ ਪ੍ਰੋਬਲਮ ਹੈਗੀ ਹੈ ਵੀ ਲੋਕਡਾਊਨ ਕਰਕੇ ਜਾਂ ਕੋਰੋਨਾ ਵਾਇਰਸ ਕਰਕੇ ਕਈ ਥਾਵਾਂ ਤੇ ਬਹੁਤ ਕੁਝ ਬੰਦ ਆ। ਇੰਡੀਆ ਵੀ ਲੋਕਡਾਊਨ ਨੂੰ ਕਿਸੇ ਨੇ ਇੰਡੀਆ ਦੇ ਡਾਕੂਮੈਂਟ ਮੰਗਾਉਣੇ ਆ ਜਾਂ ਕੁਝ ਮੰਗਾਉਣਾ ਉੱਥੇ ਵੀ ਬੰਦ ਹੋਣ ਕਰਕੇ ਨਹੀਂ ਮੰਗਾ ਸਕਿਆ ਪਹਿਲਾਂ ਇੱਥੇ ਵੀ ਹੈਗਾ ਤੇ ਇਸ ਕਰਕੇ ਉਹੀ ਰੀਜ਼ਨ ਸਫੀਸ਼ੀਐਂਟ ਆ ਉਹ ਲਿਖ ਕੇ ਦੇਣ ਪਰ ਲਿਖ ਕੇ ਭੇਜਣਾ ਤੋਂ ਏਦਾਂ ਅਸੀਂ ਉਹਨਾਂ ਕਰ ਲੈਣ ਵੀ ਆਪਣੇ ਆਪ ਹੀ ਟਾਈਮ ਮਿਲ ਜਾਣਾ ਜੀ ਲਿਖ ਕੇ ਭੇਜਣ ਤੇ ਉਹ ਫਿਰ ਟਾਈਮ ਦੇਣਗੇ। ਬਿਲਕੁਲ ਜੀ। ਜਸਪ੍ਰੀਤ ਜੀ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਅਸੀਂ ਅਲੱਗ-ਅਲੱਗ ਪ੍ਰੋਸੈਸ ਦੀ ਗੱਲ ਕਰ ਰਹੇ ਹਾਂ ਤੁਸੀਂ ਮੈਨੂੰ ਵਿੱਚ ਦੀ ਇੱਕ ਗੱਲ ਜ਼ਰੂਰ ਆਖੀ ਸੀ ਕਿ ਵਾਲ ਸਟਰੀਟ ਜਰਨਲ ਦੇ ਵੱਲੋਂ ਜੋ ਕੁਝ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਉਹਨਾਂ ਵੱਲੋਂ ਇੱਕ ਖਬਰ ਹੋਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਇਸ ਵਕਤ ਕਰੋਨਾ ਵਾਇਰਸ ਕਰਕੇ ਜਿਵੇਂ ਫੈਲ ਰਿਹਾ ਸਾਰੇ ਪਾਸੇ ਤਾਂ ਇਮੀਗ੍ਰੈਂਟ ਜਿਹੜੇ ਡਾਕਟਰਸ ਨੇ ਇਸ ਵਕਤ US ਦੇ ਵਿੱਚ ਉਹਨਾਂ ਦਾ ਆਪਣੇ ਮਨ ਦੇ ਵਿੱਚ ਕਿਤੇ ਨਾ ਕਿਤੇ ਜ਼ਿਹਨ ਦੇ ਵਿੱਚ ਡਰ ਜ਼ਰੂਰ ਸਤਾ ਰਿਹਾ ਡਿਪੋਰਟੇਸ਼ਨ ਦੀ ਉਹਨਾਂ ਦੇ ਉੱਤੇ ਤਲਵਾਰ ਵੀ ਲਟਕ ਸਕਦੀ ਹੈ। ਕੀ ਇਹ ਸੱਚ ਹੈ ਜਾਂ ਸਿਰਫ ਇਹ ਖਬਰਾਂ ਹੀ ਨੇ? ਨਹੀਂ ਏਦਾਂ ਸੱਚ ਤਾਂ ਨਹੀਂ ਹੈਗਾ ਕਿਉਂਕਿ ਆਫਟਰ ਆਲ ਲੇਕਿਨ ਇੱਕ ਤਾਂ ਗੱਲ ਹੈਗੀ ਆ ਇਹ ਖਬਰਾਂ ਨਿਰਧਾਰ ਵੀ ਨਹੀਂ ਹੈਗੀਆਂ ਕਿਉਂਕਿ ਜਿਹੜੀ ਗਵਰਨਮੈਂਟ ਦੀ ਪਾਲਿਸੀ ਬੜੀ ਸਖਤ ਆ ਜਿਹੜੀ ਇਹ ਹੁਣ ਐਡਮਿਨਿਸਟ੍ਰੇਸ਼ਨ ਹੈਗੀ ਆ ਇਮੀਗ੍ਰੇਸ਼ਨ ਦੇ ਪ੍ਰਤੀ ਮਤਲਬ ਇਹਦਾ ਰੁਖ ਬਹੁਤ ਸਖਤ ਹੈਗਾ
ਦੁਨੀਆ ਵਰਗਾ ਰੁਖ ਨਹੀਂ ਹੈਗਾ। ਸੋ ਇਸ ਕਰਕੇ ਉਹ ਤਾਂ ਕਿਤੇ ਨਾ ਕਿਤੇ ਹੈ ਹੀ ਆ, ਪਰ ਇੰਨਾ ਵੀ ਨਹੀਂ ਹੈਗਾ ਵੀ ਇਹ ਹਰੇਕ ਬੰਦੇ ਨੂੰ ਡਿਪੋਰਟ ਹੀ ਕਰਨਗੇ। ਉਹਦੇ ਨਾਲ ਬੈਟਰ ਇਹ ਆ ਵੀ ਜੇ ਕਿਸੇ ਦਾ ਲੀਗਲ ਸਟੇਟਸ ਹੈਗਾ ਤੇ ਉਹ ਬੰਦਾ ਇੱਥੇ ਰਹਿ ਰਿਹਾ ਤੇ ਉਹਨੂੰ ਚਾਹੀਦਾ ਆਪਣੀ ਕੰਡੀਸ਼ਨ ਜਿਹੜੀ ਉਹਦੇ ਮੁਤਾਬਕ ਆਪਣੇ ਨਾਲ ਗੱਲ ਕਰੇ, ਕੋਈ ਹੱਲ ਤਾਂ ਨਿਕਲ ਹੀ ਜਾਂਦਾ ਹਰੇਕ। ਪਰ ਨੋ ਡਾਊਟ ਅੱਗੇ ਨਾਲੋਂ ਸਖਤੀ ਹੈਗੀ ਹੈ। ਬਿਲਕੁਲ ਜੀ। ਅਸੀਂ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਹਮੇਸ਼ਾ ਚਾਹੁੰਦੇ ਹੁੰਦੇ ਹਾਂ, ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਮੀਗ੍ਰੇਸ਼ਨ ਦੇ ਸੰਬੰਧੀ ਅਸੀਂ ਆਪਣੀ ਫੀਲਡ ਦੇ ਮਾਹਿਰ ਨੂੰ ਇਸ ਪ੍ਰੋਗਰਾਮ ਵਿੱਚ ਇਨਵਾਈਟ ਕਰੀਏ। ਸੋ ਜਸਪ੍ਰੀਤ ਸਿੰਘ ਜੀ, ਅਟਾਰਨੀ ਐਟ ਲਾਅ ਫਰੋਮ ਕੈਲੀਫੋਰਨੀਆ, ਇਹ ਸਾਨੂੰ ਇਸ ਵਕਤ US ਇਮੀਗ੍ਰੇਸ਼ਨ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਨੇ ਤੇ ਆਪਣੇ ਖੇਤਰ ਦੇ ਵਿੱਚ ਇਹਨਾਂ ਨੂੰ ਬਹੁਤ ਲੰਬਾ ਤਜਰਬਾ ਹੋ ਚੁੱਕਿਆ। ਮੈਂ ਸਰ ਇੱਕ ਵਾਰੀ ਜ਼ਰੂਰ ਜਾਣਨਾ ਚਾਹਾਂਗੀ ਕਿ ਤੁਸੀਂ ਕੀ ਸੇਵਾਵਾਂ ਹੋਰ ਦਿੰਦੇ ਹੋ ਤੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿਸ ਤਰੀਕੇ ਨਾਲ ਕਰ ਸਕਦੇ, ਕਿੱਥੇ ਆਫਿਸ ਹੈ ਤੁਹਾਡੇ? ਮੈਨੂੰ ਅਮਰੀਕਾ ਦੇ ਵਿੱਚ ਅਟਾਰਨੀ ਐਟ ਲਾਅ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੂੰ 20 ਸਾਲ ਹੋ ਗਏ ਜੀ। ਤੇ ਮੇਰਾ ਹੈਡ ਆਫਿਸ ਜਿਹੜਾ ਹੈਗਾ ਨਿਊਯਾਰਕ 'ਚ ਹੈ ਤੇ ਉਹਦੇ ਨਾਲ ਸਾਡੇ ਆਫਿਸ ਕੈਲੀਫੋਰਨੀਆ ਦੇ ਵਿੱਚ ਫ੍ਰੀਮੌਂਟ, ਸੈਕਰਾਮੈਂਟੋ ਤੇ ਫ੍ਰੈਜ਼ਨੋ। ਤੇ ਬਾਕੀ ਇਹ ਆ ਕਿ ਨੰਬਰ ਤੁਸੀਂ ਫਲੈਸ਼ ਕਰ ਹੀ ਰਹੇ ਹੋ, ਇਹਨਾਂ ਨੰਬਰਾਂ 'ਤੇ ਫੋਨ ਕਰਨ ਤੇ ਮੇਰਾ ਆਹ ਨੰਬਰ 9179154142 ਇੱਥੇ ਵੀ ਕਰਨ ਮੇਰੀ ਕੋਸ਼ਿਸ਼ ਹੁੰਦੀ ਹੈ। ਤਕਰੀਬਨ ਮੈਂ ਕਾਫੀ ਲੋਕਾਂ ਨੂੰ ਕਾਲ ਬੈਕ ਕਰਦਾ, ਕਾਲਾਂ ਲੈਂਦਾ। ਇੱਥੇ ਵੀ ਈਮੇਲ ਕਰ ਲੈਣ ਤੇ ਉੱਤੇ ਵੀ ਅਸੀਂ ਰਿਸਪੌਂਡ ਕਰਦੇ ਹਾਂ। ਤੇ ਬਾਕੀ ਜਦੋਂ ਖੁੱਲ ਜਾਏਗਾ ਲੋਕਡਾਊਨ ਇਨ ਪਰਸਨ ਜੇ ਕਿਸੇ ਨੇ ਮਿਲਣਾ ਉਹ ਮਿਲ ਸਕਦੇ ਆ। ਬਾਕੀ ਅਸੀਂ ਇਮੀਗ੍ਰੇਸ਼ਨ ਦਾ ਸਾਰਾ ਕੁਝ ਹੀ ਕਰਦੇ ਹਾਂ। ਕਿਸਾਨਾਂ ਤੋਂ ਪੋਲੀਟੀਕਲ ਅਸਾਈਲਮ, ਡਿਪੋਰਟੇਸ਼ਨ, ਹੁਣ ਤੱਕ ਰੱਖਦਾ ਹਜ਼ਾਰਾਂ ਦੀ ਗਿਣਤੀ ਵਿੱਚ ਬੰਦਿਆਂ ਨੂੰ ਅਸਾਈਲਮ ਦੇ ਕੇਸ ਜਿਹੜੇ ਹੈਗੇ ਸਾਡੇ ਆਫਿਸ ਦੇ ਥਰੂ ਵਾਹਿਗੁਰੂ ਦੀ ਕਿਰਪਾ ਨਾਲ ਪਾਸ ਹੋਏ ਆ। ਸਿਟੀਜ਼ਨਸ਼ਿਪ, ਗ੍ਰੀਨ ਕਾਰਡ। ਫਿਰ ਅਸੀਂ ਜਿਹੜੇ ਸਿੰਗਰ ਨੇ ਪੰਜਾਬੀ ਦੇ ਜਾਂ ਬਾਲੀਵੁੱਡ ਦੇ ਜਿਹੜੇ ਇੱਥੇ ਸ਼ੋਅ ਕਰਨ ਆਉਂਦੇ ਆ, ਤਕਰੀਬਨ 90% ਮਤਲਬ ਸਿੰਗਰਾਂ ਦੇ ਕੇਸ ਜਿਹੜਾ ਮੇਰਾ ਨਿਊਯਾਰਕ ਆਫਿਸ ਆ ਉਹ ਵੀ ਹੈਂਡਲ ਕਰਦਾ। ਤੇ ਚਾਹੇ ਪ੍ਰਮੋਟਰ ਅੱਡੋ ਅੱਡ ਨੇ, ਪਰ ਤਕਰੀਬਨ ਜਿੰਨੇ ਵੀ ਪੰਜਾਬੀ ਸਿੰਗਰ ਨੇ ਤੁਸੀਂ ਕਿਸੇ ਦਾ ਵੀ ਨਾਂ ਲੈ ਦਿਓ, ਉਹਨਾਂ ਸਾਰਿਆਂ ਦੇ ਹੀ ਤਕਰੀਬਨ ਅਸੀਂ ਪਿਛਲੇ 15-20 ਸਾਲਾਂ ਦੇ ਵਿੱਚ ਨੇ ਗੁਰਦਾਸ ਮਾਨ ਸਾਹਿਬ ਤੋਂ ਲੈ ਕੇ ਅੱਜ ਤੱਕ ਵਾਲੇ ਸਾਰੇ ਸਿੰਗਰਾਂ ਤੱਕ। ਤੇ ਪਲੱਸ ਜਿਹੜੇ ਬਾਲੀਵੁੱਡ ਦੇ ਵੱਡੇ ਸਿੰਗਰ ਨੇ ਜਿਵੇਂ ਅਰੀਜੀਤ ਹੋ ਗਿਆ, ਸੋਨੂ ਨਿਗਮ ਹੋ ਗਿਆ, ਉਦਿਤ ਨਾਰਾਇਣ ਹੋ ਗਿਆ, ਸ਼੍ਰੇਆ ਘੋਸ਼ਾਲ, ਉਹਨਾਂ ਦੇ ਵੀ ਅਸੀਂ ਕਰਦੇ ਹਾਂ। ਬਾਕੀ ਬਾਲੀਵੁੱਡ ਤੋਂ ਜਿਹੜੀਆਂ ਇੱਕ ਫਿਲਮਾਂ ਦੀ ਸ਼ੂਟਿੰਗ ਲਈ ਆਉਂਦੇ ਆ ਉਹਨਾਂ ਦਾ ਵੀ ਅਸੀਂ ਸ਼ਾਹਰੁਖ ਖਾਨ ਸਾਹਿਬ ਦੇ ਕੀਤੇ ਆ, ਰਿਤਿਕ ਰੋਸ਼ਨ ਦੇ ਕੀਤੇ ਆ, ਸਨੀ ਦਿਓਲ ਉਹਨਾਂ ਦੇ ਕੀਤੇ ਆ। ਬਾਕੀ ਜਿਹੜਾ ਦਿਓਲ ਪਰਿਵਾਰ ਆ, ਸਨੀ ਦਿਓਲ ਤੇ ਆਪਣੇ ਧਰਮਿੰਦਰ ਜੀ ਹੈਗੇ ਰਿਸਪੈਕਟਡ, ਉਹਨਾਂ ਦਾ ਤਾਂ ਮੈਂ ਵੀ ਮਤਲਬ ਫੈਮਿਲੀ ਤੌਰ ਤੇ ਵੀ ਉਹਨਾਂ ਦੇ ਜਿਹੜੇ ਹੈਗੇ ਆ ਕੋਈ ਵੀ ਇੱਥੇ ਮੈਂ ਮਤਲਬ ਉਹਨਾਂ ਦਾ ਹੈਂਡਲ ਕਰਦਾ। ਮੇਰਾ ਉਹਨਾਂ ਨਾਲ ਜਿਹੜੇ ਹੈਗੇ ਪਰਿਵਾਰਕ ਸੰਬੰਧ ਵੀ ਨੇ। ਤੇ ਉਸ ਤੋਂ ਇਲਾਵਾ ਬਾਕੀ ਅਸੀਂ ਇਹ ਤਾਂ ਹੋ ਗਿਆ ਇਮੀਗ੍ਰੇਸ਼ਨ ਦਾ। ਇਮੀਗ੍ਰੇਸ਼ਨ ਤੋਂ ਇਲਾਵਾ ਅਸੀਂ ਬਾਕੀ ਫੈਮਿਲੀ ਲਾਅ ਦੇ ਕੇਸ ਕਰਦੇ, ਜਿਵੇਂ ਡਿਵੋਰਸ ਦੇ ਹੋ ਗਏ, ਕਸਟਡੀ ਦੇ ਹੋ ਗਏ, ਚੈਟ ਕਸਟਡੀ ਦੇ ਤੇ ਬੈਂਕਰਪਸੀ ਦੇ ਕਰਦੇ ਹਾਂ। ਬਾਕੀ ਜਿਹੜੇ ਛੋਟੇ ਕ੍ਰਿਮੀਨਲ ਕੇਸਿਸ ਹੁੰਦੇ ਆ, ਜਿੱਦਾਂ ਡਰੰਕ ਡਰਾਈਵਿੰਗ ਹੋ ਗਈ ਜਾਂ ਸਪਾਊਸਲ ਜਿਹੜੀ ਹੁੰਦੀ ਆ, ਡੋਮੈਸਟਿਕ ਵਾਇਲੈਂਸ ਦੇ ਛੋਟੇ, ਉਹ ਵੀ ਕਰਦੇ ਆ। ਪਰ ਇਮੀਗ੍ਰੇਸ਼ਨ ਹੀ ਜ਼ਿਆਦਾ ਕਰਦੇ ਆ ਤੇ ਇਮੀਗ੍ਰੇਸ਼ਨ ਦਾ ਤਕਰੀਬਨ ਆਲਮੋਸਟ ਸਾਰਾ ਕੁਝ ਹੀ ਕਰਦੇ ਆ ਜੀ। 3 ਸਾਲ ਤੋਂ ਕਰ ਰਹੇ ਹਾਂ ਜੀ। ਸਰ, ਜਿਵੇਂ ਤੁਸੀਂ ਇੰਨੇ ਜ਼ਿਆਦਾ ਕੇਸਿਸ ਗਿਣਾਇਆ, ਮੈਂ ਇੱਕ ਜ਼ਰੂਰ ਪੁੱਛਣਾ ਚਾਹੂੰਗੀ ਕਿ ਕਿਹੜੇ ਹਾਲਾਤਾਂ ਦੇ ਵਿੱਚ ਅਮਰੀਕੀ ਸਿਟੀਜ਼ਨਸ਼ਿਪ ਜਾਂ ਫਿਰ ਗ੍ਰੀਨ ਕਾਰਡ ਦੇ ਉੱਤੇ ਖਤਰਾ ਮੰਡਰਾ ਸਕਦਾ? ਦਰਸ਼ਕਾਂ ਨੂੰ ਕੀ ਅਵੇਅਰ ਕਰਨਾ ਚਾਹੋਗੇ, ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਉਂਦਾ ਕਈ ਵਾਰੀ ਕਿ ਕਿਸੇ ਕੇਸ ਦੇ ਵਿੱਚ ਇਨਵੋਲਵਮੈਂਟ ਹੋਣ ਦੇ ਕਰਕੇ ਉਹਨਾਂ ਦੇ ਲੀਗਲ ਸਟੇਟਸ ਦੇ ਉੱਤੇ ਜਿਹੜਾ ਆ ਉਹ ਤਲਵਾਰ ਮੰਡਰਾਉਣ ਲੱਗ ਜਾਂਦੀ ਹੈ। ਹਾਂਜੀ, ਇੱਥੇ ਜਿਹੜਾ ਹੈਗਾ ਮਤਲਬ ਜੇ ਕਿਸੇ ਤੇ ਫੈਲਨੀ ਲੱਗੀ ਹੈ, 1 ਸਾਲ ਤੋਂ ਵੱਧ ਸਜ਼ਾ ਹੋਈ ਆ, ਜਾਂ ਕਿਸੇ ਨੇ ਇਹੋ ਜਿਹਾ ਕ੍ਰਾਈਮ ਕੀਤਾ ਜਿਹੜਾ ਮੋਰਲ ਟਰਪੀਟਿਊਡ 'ਚ ਆਉਂਦਾ। ਮੋਰਲ ਟਰਪੀਟਿਊਡ 'ਚ ਉਹ ਕ੍ਰਾਈਮ ਆਉਂਦੇ ਆ ਜਿਹੜੇ ਕਿ ਜਿਵੇਂ ਰੋਬਰੀ ਹੋ ਗਈ, ਚੋਰੀ ਹੋ ਗਈ, ਜਾਂ ਜਿਹੜੇ ਆ ਸੈਕਸ਼ੂਅਲ ਨੇਚਰ ਦੇ ਕ੍ਰਾਈਮ ਹੁੰਦੇ ਨੇ, ਰੇਪ ਜਾਂ ਅਸੌਲਟ ਇੱਦਾਂ ਦੇ, ਜਾਂ ਈਵਨ ਚਾਈਲਡ, ਜੇ ਕਿਸੇ ਚਾਈਲਡ ਮੋਲੈਸਟੇਸ਼ਨ ਬਹੁਤ ਲੈ ਜਾਂਦਾ ਇੱਥੇ ਸੀਰੀਅਸਲੀ। ਤੇ ਉਹਨਾਂ ਜੇ ਤੁਸੀਂ ਮਤਲਬ ਕ੍ਰਾਈਮ ਦਾ ਕਿਸੇ ਨੂੰ ਹੈਗਾ ਤਾਂ ਉਹਦੇ ਸਿਟੀਜ਼ਨ ਬਣਨ ਤੇ ਵੀ ਅਸਰ ਪੈਂਦਾ, ਉਹ ਸਿਟੀਜ਼ਨ ਨਹੀਂ ਬਣ ਸਕਦਾ। ਤੇ ਗ੍ਰੀਨ ਕਾਰਡ ਤੇ ਵੀ ਅਸਰ ਪੈਂਦਾ, ਜਿਹਨੂੰ ਸਾਲ ਤੋਂ ਉੱਤੇ ਸਜ਼ਾ ਉਹਦਾ ਗ੍ਰੀਨ ਕਾਰਡ ਵੀ ਵਾਪਸ ਲੈ ਸਕਦੇ, ਮਤਲਬ ਵਾਪਸ ਲੈ ਕੇ ਡਿਪੋਰਟ ਕਰ ਸਕਦੇ ਆ। ਤੇ ਜਿਹੜੇ ਛੋਟੇ ਕ੍ਰਾਈਮ ਨੇ, ਮਿਸਡਿਮੀਨਰ ਜਾਂ ਛੋਟੇ ਨੇ, ਜਿਵੇਂ ਆ ਜਿਹੜੀ ਵਾਇਲੇਸ਼ਨ ਹੋ ਗਈ ਜਾਂ ਥੋੜੀ ਸਜ਼ਾ 15-20 ਦਿੱਤੀ, ਉਸ ਇੰਨਾ ਫਰਕ ਨਹੀਂ ਪੈਂਦਾ ਜ਼ਿਆਦਾ। ਪਰ ਜੇ ਰਿਪੀਟ ਹੁੰਦੀ ਆ, ਉਹ ਜਿਵੇਂ ਇੱਕ ਬੰਦਾ ਡਰੰਕ ਡਰਾਈਵਿੰਗ ਹੀ ਆ ਵੀ ਉਹ ਬਾਰ-ਬਾਰ ਕਰੀ ਜਾਂਦਾ ਉਹਨੂੰ, ਜਾਂ ਡੋਮੈਸਟਿਕ ਵਾਇਲੈਂਸ ਦਾ ਕੇਸ ਹੀ ਬਾਰ-ਬਾਰ ਕਰੀ ਜਾਂਦਾ, ਤਾਂ ਉਹਨਾਂ ਨੂੰ ਇਹ ਵੀ ਇਹਨੇ ਸਿੱਖਿਆ ਨਹੀਂ, ਰਿਪੀਟ ਅਫੈਂਡਰ ਆ, ਉਹਦਾ ਵੀ ਗ੍ਰੀਨ ਕਾਰਡ ਤੇ ਜਿਹੜਾ ਵਾਪਸ ਲਿਆ ਸਕਦਾ, ਮਤਲਬ ਵਾਪਸ ਸਰਕਾਰ ਲੈ ਸਕਦੀ ਆ। ਤੇ ਇੱਕ ਨਾਲੇ ਜਿਹੜਾ ਉਹਨੂੰ ਸਿਟੀਜ਼ਨਸ਼ਿਪ ਮਿਲਣ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਆ। ਤੇ ਇੱਥੇ ਕ੍ਰਿਮੀਨਲ ਜਿਹੜੇ ਕੇਸਿਸ ਨੇ ਨੂੰ ਬੜਾ ਲਿਆ ਜਾਂਦਾ ਸੀਰੀਅਸਲੀ ਅਮਰੀਕਾ ਦੇ ਵਿੱਚ। ਤੇ ਇੱਥੇ ਜਿਹੜਾ ਕ੍ਰਾਈਮ ਹੈ ਉਹ ਐਸਾ ਇੱਕ ਵਾਰੀ ਕਿਸੇ ਦੇ ਰੈਕਟ ਤੇ ਚੜ ਗਿਆ, ਮੁੜ ਕੇ ਬਹੁਤ ਸਾਲ 10-10 ਸਾਲ ਨਹੀਂ ਉੱਚੋਂ ਨਿਕਲਦਾ। ਤੇ ਹਰੇਕ ਗੱਲ ਦੇ ਅੱਗੇ ਆ ਕੇ ਖੜ ਜਾਂਦਾ। ਕਿਸੇ ਨੇ ਕੋਲ ਲਾਇਸੈਂਸ ਲੈਣਾ ਉੱਥੇ ਆ ਜਾਂਦਾ, ਉੱਥੇ ਕਿਸੇ ਨੇ ਲੋਨ ਲੈਣਾ ਉਹਦੇ ਅੱਗੇ ਆ ਜਾਂਦਾ, ਕਿਸੇ ਨੇ
ਜੋ ਵੀ ਕਰਨਾ ਉਹਦਾ ਮਤਲਬ ਅਸਰ ਪੈਂਦਾ। ਸੋ ਇਸ ਕਰਕੇ ਸਾਰਿਆਂ ਨੂੰ ਇਹੀ ਆ ਵੀ ਆਪਣਾ ਰੈਕੋਰਡ ਕਲੀਨ ਰੱਖਣ। ਇਹਨਾਂ ਮੁਲਕਾਂ ਦੇ ਵਿੱਚ ਕਾਨੂੰਨ ਦੇ ਮੁਲਕ ਨੇ, ਇੱਥੇ ਮਤਲਬ ਰੂਲ ਆਫ ਲਾਅ ਚੱਲਦਾ ਤੇ ਇੱਥੇ ਇਹਨਾਂ ਨੇ ਜਿਹੜਾ ਕਾਨੂੰਨ ਦਾ ਸੈਟਅਪ ਕੀਤਾ ਉਹਦੇ ਮੁਤਾਬਕ ਹੀ ਰਹਿਣ। ਤੇ ਇੱਥੇ ਜੇ ਆਪਾਂ ਕਾਨੂੰਨ ਦੇ ਮੁਤਾਬਕ ਚੱਲਾਂਗੇ, ਕਾਨੂੰਨ ਦੇ ਅਨੁਸਾਰ ਕੰਮ ਕਰਾਂਗੇ ਤੇ ਇਹਨਾਂ ਮੁਲਕਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਕੋਈ ਕਮੀ। ਪਰ ਜਦੋਂ ਅਸੀਂ ਕਾਨੂੰਨ ਤੋੜਦੇ ਆ ਤੇ ਆਪਣੀਆਂ ਮਨਮਰਜ਼ੀਆਂ ਕਰਦੇ ਆ ਤਾਂ ਉਹਦੇ ਬੜੇ ਸੀਰੀਅਸ ਕੌਨਸੀਕੁਐਂਸਿਸ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਲੋਕਾਂ ਨੂੰ ਭੁਗਤਣੇ ਪੈਂਦੇ। ਜੀ ਸਰ, ਜਿਵੇਂ 3 ਦੇਸ਼ਾਂ ਦੀ ਆਪਸ 'ਚ ਸੰਧੀ ਹੋਈ ਹੈ, ਜਿਹਦੇ ਵਿੱਚ ਅਮਰੀਕਾ ਤੇ ਕੈਨੇਡਾ ਦੀ ਵੀ ਆਪਸ ਦੇ ਵਿੱਚ ਇੱਕ ਸੰਧੀ ਹੋਈ ਆ, ਸਮਝੌਤਾ ਹੋਇਆ। ਜੇਕਰ ਕੋਈ ਸਟੂਡੈਂਟ ਇਸ ਵਕਤ ਕੈਨੇਡਾ ਵਿੱਚ ਆਉਂਦਾ, ਸਟੱਡੀ ਬੇਸ ਤੇ ਆਉਂਦਾ ਆ ਤੇ ਆਪਦੀ ਸਟੱਡੀ ਕੰਪਲੀਟ ਕੀਤੇ ਬਿਨਾਂ, ਉਹ ਪੂਰਾ ਟੈਨਿਓਰ ਕੰਪਲੀਟ ਕੀਤੇ ਬਿਨਾਂ ਇਲੀਗਲ ਵੇ ਦੇ ਨਾਲ ਉਹ ਅਮਰੀਕਾ ਵਿੱਚ ਦਾਖਲ ਹੋ ਜਾਂਦਾ ਹੈ, ਕਿ ਉਸ ਦਾ ਸਾਰਾ ਡਾਟਾ ਜਿਹੜਾ ਹੈ ਸ਼ੇਅਰ ਕੀਤਾ ਜਾਏਗਾ ਜਾਂ ਫਿਰ ਉੱਥੇ ਜਾ ਕੇ ਉਹ ਕੋਈ ਅਸਾਈਲਮ ਮਤਲਬ ਕੋਈ ਕੇਸ ਲਗਾ ਕੇ ਆਪਣੇ ਆਪ ਨੂੰ ਉੱਥੇ ਆਪਣਾ ਫਿਊਚਰ ਸਿਕਿਉਰ ਕਰ ਸਕਦਾ ਆ? ਹਾਂਜੀ, ਕਰਦੇ ਆ ਕਾਫੀ ਜਿਹੜੇ ਬੰਦੇ ਇੱਥੇ ਲੀਗਲ ਐਂਟਰੀ ਕਰਦੇ ਆ ਅਮਰੀਕਾ ਦੇ ਵਿੱਚ, ਚਾਹੇ ਉਹ ਮਤਲਬ ਕੈਨੇਡਾ ਵੱਲੋਂ ਕਰਦੇ ਆ, ਚਾਹੇ ਉਹ ਇੱਧਰੋਂ ਕਰਦੇ ਆ ਆਪਣਾ ਮੈਕਸੀਕੋ ਬਾਰਡਰ ਤੋਂ, ਸਦਰਨ ਬਾਰਡਰ ਤੋਂ, ਤੇ ਉਹ ਅਸਾਈਲਮ ਦਾ ਅਪਲਾਈ ਕਰਦੇ ਆ। ਤੇ ਅਸਾਈਲਮ ਤਾਂ ਕਰ ਹੀ ਸਕਦੇ ਆ, ਤੇ ਕੋਈ ਪ੍ਰੋਬਲਮ ਨਹੀਂ। ਜੇ ਫੜੇ ਜਾਣ ਤਾਂ ਵੀ ਕਰ ਸਕਦੇ ਆ, ਜੇ ਨਾ ਫੜੇ ਜਾਣ ਤਾਂ ਵੀ ਕਰ ਸਕਦੇ ਆ। ਪਰ ਇੱਕ ਗੱਲ ਜ਼ਰੂਰ ਆ ਵੀ ਜਿਹੜਾ ਫੜਿਆ ਜਾਂਦਾ ਬੰਦਾ, ਉਹਦੀ ਪਹਿਲਾਂ ਇੱਕ ਕ੍ਰੈਡੀਬਲ ਫੀਅਰ ਇੰਟਰਵਿਊ, ਆਪਾਂ ਲਾਸਟ ਟਾਈਮ ਵੀ ਦੱਸਿਆ ਸੀ ਪ੍ਰੋਗਰਾਮ, ਉਹ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਹੈ ਪਹਿਲਾਂ। ਉਹ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਉਹ ਦੇਖਣ ਲਈ ਹੁੰਦੀ ਆ ਵੀ ਕੀ ਜਿਹੜੇ ਅਸਾਈਲਮ ਦੇ ਗਰਾਊਂਡ ਨੇ ਉਹਨਾਂ ਵਿੱਚ ਇਹਦਾ ਕੇਸ ਆਉਂਦਾ, ਤੇ ਕੀ ਜੇ ਇਮੀਗ੍ਰੇਸ਼ਨ ਜੱਜ ਕੋਲ ਰੈਫਰ ਕਰੀਏ ਤੇ ਉੱਥੇ ਇਹਦਾ ਕੇਸ ਚੱਲ ਸਕੇਗਾ, ਇਹਦਾ ਕੇਸ ਇਸ ਕਿਸਮ ਦਾ ਹੈਗਾ ਵੀ ਕੋਰਟ ਚੱਲੇਗਾ, ਤੇ ਕੀ ਇਹ ਕ੍ਰੈਡੀਬਲ ਹੈ। ਤੇ ਜੇ ਉਹ ਇੰਟਰਵਿਊ ਪਾਸ ਕਰੇ ਤਾਂ ਹੀ ਅੱਗੇ ਇਮੀਗ੍ਰੇਸ਼ਨ ਜੱਜ ਕੋਲ ਕੇਸ ਲੱਗੇਗਾ ਜਾਂ ਬੌਂਡ ਵਗੈਰਾ ਦਾ ਅਪਲਾਈ ਹੋਏਗਾ। ਪਰ ਜੇ ਉਹ ਇੰਟਰਵਿਊ ਇਹਨਾਂ ਦੀ ਹੁਣ ਜਿਹੜੀ ਆ ਐਡਮਿਨਿਸਟ੍ਰੇਸ਼ਨ ਆ, ਮੇਰੇ ਸਾਲ ਦੇ ਸਾਲ ਤੋਂ 90% ਬੰਦਿਆਂ ਨੂੰ ਉਹ ਜਿਹੜੀ ਪਹਿਲੀ ਕ੍ਰੈਡੀਬਲ ਫੀਅਰ ਇੰਟਰਵਿਊ 'ਚ ਫੇਲ ਕਰ ਰਹੇ ਆ। ਤੇ ਉਹਦੇ 'ਚ ਜਿਹੜਾ ਬੰਦਾ ਬਾਰਡਰ ਲਾ ਕੇ ਜਾਂ ਕੈਨੇਡਾ ਨੂੰ ਆਇਆ ਜਾਂ ਅਮਰੀਕਾ ਨੂੰ ਆਇਆ, ਜੇ ਉਹਦੀ ਪਹਿਲਾਂ ਕ੍ਰੈਡੀਬਲ ਫੀਅਰ 'ਚ ਫੇਲ ਹੋ ਗਿਆ ਤੇ ਉਸ ਤੋਂ ਬਾਅਦ ਉਹਨੂੰ ਰਾਈਟ ਆ ਇਮੀਗ੍ਰੇਸ਼ਨ ਜੱਜ ਕੋਲ ਰਿਵਿਊ ਕਰਾਉਣ ਦਾ, ਇਮੀਗ੍ਰੇਸ਼ਨ ਜੱਜ ਕੋਲ ਕੇਸ ਗਿਆ ਤਾਂ ਉਹਨੇ ਵੀ ਫੇਲ ਕਰਤਾ। ਉਹਨੇ ਕਿਹਾ ਵੀ ਠੀਕ ਹੈ, ਕਿ ਜਿਹੜੀ ਹੈਗੀ ਆ ਅਸਾਈਲਮ ਆਫਿਸਰ ਦਾ ਜਿਹੜਾ ਫੈਸਲਾ ਸਹੀ ਹੈ ਵੀ ਇਹ ਬੰਦਾ ਕ੍ਰੈਡੀਬਲ ਨਹੀਂ, ਤਾਂ ਉਹਦਾ ਕੇਸ ਹੀ ਨਹੀਂ ਚੱਲ ਸਕਦਾ ਅਸਾਈਲਮ ਦਾ। ਤੇ ਫਿਰ ਤਾਂ ਮੈਟਰ ਨਹੀਂ ਕਰਦਾ ਵੀ ਚਾਹੇ ਉਹ ਸਟੂਡੈਂਟ ਵੀਜ਼ੇ ਤੇ ਆਇਆ ਜਾਂ ਕਿਵੇਂ ਆਇਆ ਕਿਸੇ ਹੋਰ ਕੰਟਰੀ 'ਚ। ਤੇ ਜੇ ਉਹ ਕ੍ਰੈਡੀਬਲ ਫੇਲ ਹੋ ਕੇ ਤੇ ਮੁੜ ਕੇ ਬਾਅਦ ਉੱਤੇ ਡੈਪੂਟੇਸ਼ਨ ਲੱਗ ਜਾਣੀ, ਉਹਨੇ ਡਿਪੋਰਟ ਕਰਨਾ। ਜੇਲ੍ਹਾਂ ਦਾ ਜਿਹੜਾ ਸਿਸਟਮ ਆ ਉਹ ਕਾਫੀ ਟਫ ਹੈ, ਡਿਟੈਂਸ਼ਨ ਸੈਂਟਰਾਂ ਦਾ। ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਸਾਲ ਡੇਢ ਸਾਲ ਤੋਂ ਜਿਹੜੇ ਕ੍ਰੈਡੀਬਲ ਫੀਅਰ ਹੈਗੇ ਉਹ ਫੇਲ ਹੁੰਦੇ ਨੇ, ਫੇਲ ਹੋ ਕੇ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ, ਤਕਰੀਬਨ 90% ਨੂੰ ਫੇਲ ਕਰਦੇ ਆ। ਤੇ ਜੇ ਕਿਸੇ ਨੂੰ ਪਾਸ ਕਰ ਦੇਣ ਤਾਂ ਉਹ ਫਿਰ ਉਹਦਾ ਬੌਂਡ ਹੋ ਕੇ ਬਾਹਰ ਆਉਣ ਦਾ ਚਾਂਸ ਹੈ। ਜੇ ਨਾ ਬੌਂਡ ਹੋਵੇ ਤਾਂ ਅੰਦਰ ਹੀ ਲੈਣਾ ਪੈਂਦਾ ਕੇਸ, ਜੇਲ੍ਹ ਦੇ ਅੰਦਰ ਵੀ ਬਹੁਤ ਘੱਟ ਪਾਸ ਹੁੰਦੇ ਆ। ਸਰ ਤੁਸੀਂ ਕ੍ਰੈਡੀਬਲ ਜਿਹੜਾ ਬੰਦਾ ਲੰਘ ਕੇ ਹਾਂ, ਪਰ ਜਿਹੜਾ ਬੰਦਾ ਆ ਜਾਂਦਾ ਸੇਫ, ਜਿਵੇਂ ਕੋਈ ਬੰਦਾ ਫੜਿਆ ਨਹੀਂ ਗਿਆ, ਪਰ ਵੀਜ਼ਾ ਲੈ ਕੇ ਆ ਗਿਆ ਜਾਂ ਉੱਦਾਂ ਲੰਘਿਆ ਜੀ, ਉਹ ਜੇ ਅਸਾਈਲਮ ਲਾਉਂਦਾ ਉਹਦਾ ਇੱਥੇ ਅਪਰੂਵਲ ਰੇਟ ਕਾਫੀ ਜ਼ਿਆਦਾ, ਅਸਾਈਲਮ 90% ਹੋ ਰਿਹਾ। ਪਿਛਲੇ 3-4 ਸਾਲਾਂ ਤੋਂ ਅਸਾਈਲਮ ਪਾਸ ਹੋਣ ਦਾ ਜਿਹੜਾ ਰੇਟ ਆ ਕੋਟਾਂ ਦਾ ਉਹ 90% ਆ, ਤਕਰੀਬਨ ਕੈਲੀਫੋਰਨੀਆ ਤੇ ਨਿਊਯਾਰਕ ਤੇ ਕੇਸ ਕਾਫੀ ਪਾਸ ਹੋ ਰਹੇ। ਇਹਨਾਂ ਦਾ ਜਿਹੜਾ ਹੈਗਾ ਡਿਟੈਂਸ਼ਨ ਸੈਂਟਰ ਦਾ ਉਲਟਾ ਕੰਮ, ਉੱਥੇ ਬਹੁਤ ਸਖਤ। ਜੀ ਬਿਲਕੁਲ ਸਰ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਵਾਸ਼ਿੰਗਟਨ ਸਿਐਟਲ ਤੋਂ ਬੋਲਦਾ ਜੀ। ਮੈਂ ਜਸਪ੍ਰੀਤ ਹੋਣਾ ਨੂੰ ਪੁੱਛਣਾ ਸੀਗਾ ਕਿ ਜਿਵੇਂ ਕੋਈ F4 ਕੈਟਾਗਰੀ ਉਹਨਾਂ ਨੇ ਅਪਲਾਈ ਕੀਤਾ ਤੇ ਉਹਨਾਂ ਦੇ ਸਟੇਟਸ ਦੇ ਉੱਤੇ ਜਿਵੇਂ ਪੈਂਡੈਮਿਕ ਅਨਪਲੋਇਮੈਂਟ ਲੈਂਦੇ, ਉਹਦੇ ਤੇ ਕੋਈ ਇਫੈਕਟ ਕਰੂਗੀ? ਜੀ ਸਰ, ਜਸਪ੍ਰੀਤ ਜੀ ਤੁਹਾਨੂੰ ਕੁਐਸਚਨ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ? ਰਿਪੀਟ ਕਰ ਦਿਓ ਜੀ ਇੱਕ ਵਾਰੀ। ਸਰ ਉਹ ਪੁੱਛ ਰਹੇ ਨੇ ਕਿ ਕਿਸੇ ਨੇ F4 ਕੈਟਾਗਰੀ ਲਈ ਅਪਲਾਈ ਕੀਤਾ ਹੋਇਆ ਤੇ ਇਸ ਵਕਤ ਪੈਂਡੈਮਿਕ ਕਰਕੇ ਜੇਕਰ ਕੋਈ ਗਵਰਨਮੈਂਟ ਦੀ ਹੈਲਪ ਲੈ ਰਹੇ ਨੇ, ਅਪਲਾਈ ਕਰ ਰਹੇ ਨੇ ਕੋਈ ਗਵਰਨਮੈਂਟ ਦੀ ਹੈਲਪ ਲਈ ਪੈਂਡੈਮਿਕ ਦੇ ਕਰਕੇ, ਤੇ ਸਰ ਕੀ ਉਹਨਾਂ ਦੇ ਉੱਤੇ ਕੋਈ ਅਸਰ ਪਏਗਾ ਪ੍ਰੋਸੈਸ ਦੇ ਉੱਤੇ? ਦੇਖੋ ਆਪਾਂ ਇੱਕ ਤਾਂ ਟੀਵੀ ਜਿਹੜੀ ਸਕਰੀਨ ਤੇ ਸੁਣ ਸਕਦੇ ਆ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਦੀ ਬਹੁਤ ਬਹੁਤ ਧੰਨਵਾਦ ਜੀ ਸਰ। ਇਸ ਤਰ੍ਹਾਂ ਜੀ ਇਹ ਜਿਹੜਾ ਪਬਲਿਕ ਚਾਰਜ ਦਾ ਇਸ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਸਾਲ ਰੂਲ ਪਾਇਆ ਸੀਗਾ ਵੀ ਜਿਹੜਾ ਬੰਦਾ ਮਤਲਬ ਲੋਕਾਂ ਦੇ ਉੱਤੇ ਚਾਰਜ ਆ ਵੀ ਇੱਥੇ ਬੈਨੀਫਿਟ ਲੈ ਰਿਹਾ ਸਰਕਾਰ ਤੋਂ, ਤੇ ਉਹਨੂੰ ਗਾਹਾਂ ਜੇ ਉਹ ਗ੍ਰੀਨ ਕਾਰਡ ਹੋਲਡਰ ਹੈ ਤਾਂ ਸਿਟੀਜ਼ਨਸ਼ਿਪ ਮਿਲਣ 'ਚ ਪ੍ਰੋਬਲਮ ਆਈ, ਜੇ ਉਹਨੇ ਗ੍ਰੀਨ ਕਾਰਡ ਲੈਣਾ ਤਾਂ ਗ੍ਰੀਨ ਕਾਰਡ ਮਿਲਣ 'ਚ ਪ੍ਰੋਬਲਮ ਆਈ ਜੀ। ਤੇ ਜੇ ਉਹਨੇ ਅਪਲਾਈ ਕਰਨਾ ਆਪਣੇ, ਜਿਵੇਂ ਹੁਣ ਤੱਕ ਲੋ ਜੇ ਕੈਟਾਗਰੀਆਂ ਜਿਹੜੀਆਂ ਨੇ ਐਕਟਿਵ ਬੈਨ ਕਰਕੇ ਟੈਂਪਰੇਰੀ ਬੰਦ ਕੀਤੀਆਂ, ਪਰ ਜੇ ਉਹਨੇ ਆਪਣੇ ਭੈਣ ਭਰਾ ਜਾਂ ਮਾਂ-ਬਾਪ ਦਾ ਅਪਲਾਈ ਕਰਨਾ ਤੇ ਉਹ ਲੈ ਰਿਹਾ ਫੂਡ ਸਟੈਂਪਾਂ ਜਾਂ ਲੈ ਰਿਹਾ ਕੋਈ ਨਾ ਕੋਈ ਪਬਲਿਕ ਬੈਨੀਫਿਟ ਮੈਡੀਕਲ ਜਾਂ ਫ੍ਰੀ ਵਾਲਾ ਮੈਡੀਕਲ ਤਾਂ ਉਹਨੂੰ ਉਹਦੇ 'ਚ ਵੀ ਪ੍ਰੋਬਲਮ ਆਏਗੀ, ਉਹ ਨਹੀਂ ਕਰ ਸਕੇਗਾ। ਇਹ ਲਾਸਟ ਈਅਰ ਬਣਾਇਆ ਸੀ ਜਿਹਨੂੰ ਅਮਰੀਕਨ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਠੀਕ ਹੈ, ਅਪਹੋਲਡ ਕਰਤਾ, ਉਹ ਲਾਗੂ ਆ। ਤਾਂ ਉਹਦੇ ਤੇ ਜਿਹੜੀ ਹੁਣ
ਇਹਦੇ ਕਰਕੇ ਅਨਐਮਪਲੋਇਮੈਂਟ ਕਈ ਲੋਕ ਲੈ ਰਹੇ ਆ ਕੰਮ ਦਾ, ਕਿਉਂਕਿ ਮਤਲਬ ਲੇ ਆਫ ਹੋਏ ਆ ਕਰੋਨਾ ਵਾਇਰਸ ਕਰਕੇ, ਤੇ ਉਹਨਾਂ ਦਾ ਜਿਹੜੀ ਹੈਗੀ ਆ ਕਿ ਪਬਲਿਕ ਚਾਰਜ ਸਾਰੇ ਲਾਅ ਥੱਲੇ ਅਸਰ ਪੈ ਸਕਦਾ। ਸੋ ਜਿਹੜੇ ਬੰਦਿਆਂ ਨੇ ਆਪਣੇ ਸਪਾਊਸਿਸ ਦਾ ਅਪਲਾਈ ਕੀਤਾ, ਕਿਸੇ ਨੇ ਹਸਬੈਂਡ ਵਾਈਫ ਦਾ, ਤੇ ਜਾਂ ਕਿਸੇ ਨੇ ਤਾਂ ਗ੍ਰੀਨ ਕਾਰਡ ਲੈਣਾ, ਸਿਟੀਜ਼ਨਸ਼ਿਪ ਲੈਣੀ ਆ, ਉਹ ਜੇ ਅਨਐਮਪਲੋਇਮੈਂਟ ਜਾਏ ਨਾ ਹੀ ਲਵੇ ਤਾਂ ਬੈਟਰ ਆ ਜੀ, ਇਹ ਉੱਤੇ ਅਸਰ ਪੈ ਸਕਦਾ ਜੀ। ਬਿਲਕੁਲ। ਤੇ ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਬੋਲ ਰਹੇ ਹਾਂ ਅਸੀਂ ਇਮੀਗ੍ਰੇਸ਼ਨ ਬਾਰੇ ਪੁੱਛਣਾ ਸੀਗਾ ਕਿ ਸਾਡੇ ਪੇਪਰ ਅਪਲਾਈ ਹੋਏ ਆ, ਕਿਉਂ ਨਿਕਲੇ ਹੋਏ ਆ ਪਿਛਲੇ ਸਾਲ ਦੇ, ਜਿੱਦਾਂ ਫਰਵਰੀ ਦੇ। ਮੈਮ ਤੁਸੀਂ ਇੱਕ ਵਾਰੀ ਫਿਰ ਤੋਂ ਰਿਪੀਟ ਕਰੋਗੇ? ਮੈਮ ਇੱਕ ਵਾਰ ਫਿਰ ਤੋਂ ਰਿਪੀਟ ਕਰੋਗੇ ਕਿੱਥੋਂ ਬੋਲ ਰਹੇ ਹੋ ਤੁਸੀਂ ਤੇ ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਮੈਡਮ ਇਟਲੀ ਤੋਂ ਬੋਲਦੇ ਹਾਂ। ਜੀ ਜੀ ਜੀ, ਦੱਸੋ ਮੈਮ। ਮੇਰੀ ਸਿਸਟਰ ਇਨ ਲਾਅ ਨੇ ਪੇਪਰ ਅਪਲਾਈ ਕੀਤੇ ਸਾਡੇ ਜੀ 2005 ਚ ਜੀ। ਮੈਡਮ ਉਹ ਪਿਛਲੇ ਸਾਲ ਫਰਵਰੀ ਵਿੱਚ ਨਿਕਲੇ ਸੀਗੇ ਜੀ 2019 ਚ ਜੀ ਇਹ ਪੇਪਰ ਵਰਕ ਸਾਡਾ ਸਤੰਬਰ ਤੱਕ ਕਲੀਅਰ ਹੋ ਗਿਆ ਸੀ। ਉਸ ਜੀ। ਤੋਂ ਬਾਅਦ ਇਹਨੇ ਸਾਨੂੰ ਕੁਛ ਲੈਟ ਨਹੀਂ ਪਾਈ, ਕੋਈ ਨਹੀਂ, ਕੁਛ ਨਹੀਂ ਪਤਾ ਲੱਗਾ। ਅਸੀਂ ਇਹ ਪੁੱਛਣਾ ਸੀ ਮੈਮ ਕਿ ਸਾਨੂੰ ਹੁਣ ਇਮੀਗ੍ਰੇਸ਼ਨ ਦਾ ਕਿੱਦਾਂ ਕੁਛ। ਬਿਲਕੁਲ ਮੈਮ, ਤੁਸੀਂ 2 ਮਿੰਟ ਲਈ ਤੁਸੀਂ 2 ਮਿੰਟ ਲਈ ਔਨ ਹੋਲਡ ਰਹੋ। ਮੈਂ ਜਸਪ੍ਰੀਤ ਜੀ ਨੂੰ ਪੁੱਛਦੀ ਹਾਂ। ਜੀ ਜਸਪ੍ਰੀਤ ਜੀ, ਤੁਹਾਨੂੰ ਕੁਐਸਚਨ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ? ਹਾਂਜੀ, ਰਿਪੀਟ ਕਰ ਦਿਓ ਜੀ। ਸਰ, ਇਹਨਾਂ ਦਾ ਕਹਿਣਾ ਹੈ ਇਟਲੀ ਤੋਂ ਕਾਲ ਆਈ ਹੈ ਕਿ ਇਹਨਾਂ ਦੀ ਸਿਸਟਰ ਇਨ ਲਾਅ ਨੇ ਇਹਨਾਂ ਦਾ ਅਪਲਾਈ ਕੀਤਾ ਹੋਇਆ ਸੀ 2005 ਦੇ ਵਿੱਚ ਫੈਮਿਲੀ ਕੇਸ, ਤੇ 2019 ਵਿੱਚ ਇਹਨਾਂ ਦੇ ਫੈਬ ਦੇ ਵਿੱਚ ਇਹਨਾਂ ਦੇ ਕੇਸ ਦੇ ਪੇਪਰਸ ਨਿਕਲੇ ਨੇ, ਜੋ ਕਿ ਸੈਪਟੈਂਬਰ ਤੱਕ ਇਹਨਾਂ ਨੇ ਸਾਰਾ ਪੇਪਰ ਵਰਕ ਪੂਰਾ ਕਰਕੇ ਸਬਮਿਟ ਕਰਵਾ ਦਿੱਤਾ ਸੀ, ਪਰ ਅਜੇ ਤੱਕ ਕੋਈ ਅਪਡੇਸ਼ਨ ਨਹੀਂ ਮਿਲੀ ਹੈਗੀ। ਅੱਛਾ ਜੀ। ਜੀ ਆਪਾਂ ਇਸ ਤਰ੍ਹਾਂ ਜੀ ਵੀ ਹਾਂ, ਇਹ ਇਹਨਾਂ ਨੂੰ ਕਹੋ ਵੀ ਟੀਵੀ ਸਕਰੀਨ ਤੇ ਆਪਣਾ ਜਵਾਬ ਸੁਣ ਸਕਦੇ। ਸਰ, ਤੁਸੀਂ ਟੀਵੀ ਸਕਰੀਨ ਤੇ ਮੈਮ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਇਸ ਤਰ੍ਹਾਂ ਹੈ ਜੀ ਕਿ ਇਹਨਾਂ ਦਾ ਜਿਹੜਾ ਹੈਗਾ ਉਹ ਮਤਲਬ ਜੀ ਸਰ, ਇਹਨਾਂ ਨੇ ਜਿਹੜਾ ਅਪਲਾਈ ਕੀਤਾ ਭੈਣ ਭਰਾ ਦੀ ਕੈਟਾਗਰੀ ਚ ਅਪਲਾਈ ਕੀਤਾ, ਤੇ ਉਹ ਕੈਟਾਗਰੀ ਚ 2005 ਹੀ ਚੱਲ ਰਿਹਾ, ਤੇ 5 ਚ ਇਹ ਕਹਿੰਦੇ ਕੀਤਾ ਆ, ਤੇ ਉਹ ਤਾਂ ਇਹਨਾਂ ਨੂੰ ਹੁਣ ਚਾਹੀਦਾ ਵੀ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਕੋਲੋਂ ਜੇ ਨੈਸ਼ਨਲ ਵੀਜ਼ਾ ਸੈਂਟਰ ਨੇ ਪੇਪਰ ਮੰਗੇ ਸੀ, ਜਿਹੜੇ ਇਹਨਾਂ ਨੇ ਭੇਜੇ ਆ, ਤਾਂ ਇਹ ਜੀ ਸਰ ਕਿਉਂ ਲੱਗ ਰਿਹਾ ਹੈ, ਕੋਈ ਹੋਰ ਚੀਜ਼ ਚਾਹੀਦੀ ਤਾਂ ਨਹੀਂ, ਕੋਈ ਮਿਸਿੰਗ ਤਾਂ ਨਹੀਂ ਕੁਛ। ਤੇ ਦੂਜੀ ਗੱਲ ਇਹ ਆ ਕਿ ਜੇ ਪੇਪਰ ਵਰਕ ਇਹਨਾਂ ਦਾ ਸਾਰਾ ਕੰਪਲੀਟ ਆ, ਕੋਈ ਮਿਸਿੰਗ ਨਹੀਂ, ਤਾਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਮੀਗ੍ਰੇਸ਼ਨ ਬੈਨ ਲਾਇਆ ਉਹਦੇ ਅੰਦਰ ਇਹਨਾਂ ਦੀ ਕੈਟਾਗਰੀ ਆ। ਓਕੇ। ਇਸ ਕਰਕੇ ਇਹਨਾਂ ਨੂੰ ਉਸ ਦੇ ਕਰਕੇ ਜਿਹੜੀ ਹੈ ਉਹ ਹੁਣ ਇੰਟਰਵਿਊ ਨਹੀਂ ਆਏਗੀ ਜਿੰਨੀ ਦੇਰ ਤੱਕ ਉਹ ਬੈਨ ਲੱਗਿਆ ਹੋਇਆ। ਬੈਨ ਹਟੇਗਾ ਫਿਰ ਹੀ ਇੰਟਰਵਿਊ ਆਏਗੀ। ਜਿਹੜਾ ਪੇਪਰ ਵਰਕ ਇੱਥੇ ਆ ਉਹਦੇ ਬਾਰੇ ਇਹਨਾਂ ਨੂੰ ਜ਼ਰੂਰ ਨੈਸ਼ਨਲ ਵੀਜ਼ਾ ਸੈਂਟਰ ਨੂੰ ਕੰਟੈਕਟ ਕਰਨਾ ਚਾਹੀਦਾ, ਤੇ ਇਹ ਪਤਾ ਕਰਨਾ ਚਾਹੀਦਾ ਕਿ ਸਾਰਾ ਕੁਝ ਇਹਨਾਂ ਕੋਲ ਗਿਆ ਵੀ ਹੋਇਆ ਜਿਵੇਂ ਇਹਨਾਂ ਨੇ ਭੇਜਿਆ, ਉਹ ਪਤਾ ਕਰਨਾ ਜ਼ਰੂਰੀ ਹੈ ਇਹਨਾਂ ਨੂੰ। ਜੀ ਬਿਲਕੁਲ। ਤੇ ਸਰ, ਜਿਵੇਂ ਕਈਆਂ ਦੇ ਇਸ ਵਕਤ ਕਾਫੀ ਪੇਪਰ ਸਪਲਾਈ ਹੋਏ ਸੀ, ਇਸ ਵਕਤ ਸਿਰਫ ਵੇਟ ਇੰਟਰਵਿਊ ਦੀ ਹੋ ਰਹੀ ਸੀ। ਮੈਂ ਇਹਦੇ ਬਾਰੇ ਇੱਕ ਕੁਐਸਚਨ ਪੁੱਛੂੰਗੀ, ਪਰ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਹੋਰ, ਉਹਨਾਂ ਦਾ ਅਸੀਂ ਸਵਾਲ ਲੈ ਲਈਏ। ਹੈਲੋ ਹਾਂਜੀ, ਮੈਂ ਕੁਐਸਚਨ ਇਹ ਸੀਗਾ, ਇਹਨਾਂ ਨੇ ਕਿਹਾ ਸੀਗਾ ਕਿ ਬ੍ਰਦਰ ਸਿਸਟਰ ਦਾ ਅਪਲਾਈ ਕੀਤਾ ਤੇ ਜਿਹੜੀ ਪੈਂਡੈਮਿਕ ਲੈਂਡ ਆ ਉਹਨਾਂ ਦੇ ਉੱਤੇ ਇਫੈਕਟ ਕਰੂਗਾ, ਕਿਉਂਕਿ ਉਹ ਕੇਸ ਜਿਹੜਾ ਐਨਵੀਸੀ ਜੋ ਅਪਰੂਵ ਹੋ ਗਿਆ, ਉਹਨਾਂ ਨੇ ਫੀਸਾਂ ਸਮਾਂ ਕਰਾ ਲਈਆਂ ਸਭ ਕੁਝ, ਤੇ ਹੁਣ ਜਿਹੜਾ ਉਹ ਕੌਂਸਟੇਟ ਜਾਣਾ ਵਾ ਉੱਥੇ US ਐਮਬੈਸੀ ਨੂੰ ਉਹਨਾਂ ਨੇ ਕਰਨਾ ਫਾਰਵਰਡ, ਬਟ ਇਸ ਬ੍ਰਦਰ ਸਿਸਟਰ ਹੈ ਇਹ ਜਿਹੜਾ ਕੇਸ ਹੈ 4 ਦਾ, ਇਹਦੇ ਤੇ ਪੈਂਡੈਮਿਕ ਅਨਪਲਾਇਮੈਂਟ ਦਾ ਜਿਹੜਾ ਕੋਈ ਅਸਰ ਹੋਊਗਾ? ਜੀ ਸਰ, ਤੁਸੀਂ ਦੁਬਾਰਾ ਕਾਲ ਕੀਤੀ, ਆਈ ਥਿੰਕ ਤੁਸੀਂ ਵਾਸ਼ਿੰਗਟਨ ਤੋਂ ਬੋਲ ਰਹੇ ਸੀ F4 ਕੈਟਾਗਰੀ ਲਈ। ਹਾਂਜੀ ਜੀ ਜਸਪ੍ਰੀਤ ਜੀ, ਤੁਹਾਨੂੰ ਸ਼ਾਇਦ ਸਾਰਾ ਹੁਣ ਇਸ ਵਕਤ ਕਲੀਅਰ ਹੋਇਆ ਹੋਣਾ। ਸਰ, ਇੱਕ ਵਾਰੀ ਜਦੋਂ ਤੁਸੀਂ ਦੱਸਦੇ ਹੋ ਨਾ ਡਿਟੇਲ ਦੇ ਵਿੱਚ ਪਹਿਲਾਂ ਦੱਸ ਦਿਆ ਕਰੋ, ਕਿਉਂਕਿ ਬਾਅਦ ਵਿੱਚ ਕੋਈ ਗਲਤ ਰਾਏ ਦਿੱਤੀ ਜਾਵੇ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਤੁਸੀਂ ਇਹਦਾ ਸਵਾਲ ਮੈਨੂੰ ਰਿਪੀਟ ਕਰੋਗੇ? ਸਰ, ਇਹਨਾਂ ਦਾ ਅਸੀਂ ਇਹੀ F4 ਕੈਟਾਗਰੀ ਦੇ ਲਈ ਅਪਲਾਈ ਕੀਤਾ ਹੋਇਆ ਸੀ। ਬ੍ਰਦਰ ਸਿਸਟਰ ਦੀ ਗੱਲ ਕਰ ਰਹੇ ਨੇ ਕਿ ਪੈਂਡੈਮਿਕ ਦਾ ਜੇ ਕੁਝ ਲੈਂਦੇ ਨੇ ਤਾਂ ਉਹਦਾ ਅਸਰ ਕੋਈ ਦੇਖਣ ਨੂੰ ਮਿਲੇਗਾ ਜਾਂ ਨਹੀਂ। ਅੱਛਾ, ਇਸ ਤਰ੍ਹਾਂ ਜੀ ਕਿ ਜਿਹੜੀ F4 ਦੀ ਕੈਟਾਗਰੀ ਹੈ ਨਾ, ਉਹਦੇ ਚ ਲੱਗ ਰਿਹਾ 15 ਸਾਲ। ਹੁਣ 2005 ਚੱਲ ਰਿਹਾ, ਤੇ ਜੇ ਇਹਨਾਂ ਨੇ ਹੁਣ 2005 ਤੋਂ ਬਾਅਦ ਕੀਤਾ ਤਾਂ ਉੱਥੋਂ 15 ਸਾਲ ਕਹਿੰਦੇ ਨੇ ਪਹਿਲਾਂ ਤਾਂ ਜੀ, ਜਿਹੜਾ ਪੈਂਡੈਮਿਕ ਨਾਲ ਕੋਈ ਲੈਣਾ ਦੇਣਾ ਨਹੀਂ। 15 ਸਾਲ ਲੱਗ ਰਹੇ ਨੇ ਨਾਰਮਲ, ਤੇ ਉਹਨਾਂ ਟਾਈਮ ਲੱਗੇਗਾ। ਦੂਸਰੀ ਗੱਲ ਜਿਹੜੀ ਆ, ਉਹ ਪੈਂਡੈਮਿਕ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਮੀਗ੍ਰੇਸ਼ਨ ਦਾ ਐਗਜ਼ੈਕਟਿਵ ਬੈਨ ਲਾਇਆ, ਜਿਹੜਾ ਇਮੀਗ੍ਰੇਸ਼ਨ ਦਾ ਬੈਨ ਲਾਇਆ, ਉਹਦੇ 'ਚ ਕੈਟਾਗਰੀ ਆਉਂਦੀ ਹੈ ਜੀ।
ਤੇ F4 ਕੈਟਾਗਰੀ ਉਹਦੇ ਵਿੱਚ ਹੈਗੀ ਆ। ਤੇ ਇਸ ਕਰਕੇ ਜੇ ਉਹ ਬੈਨ ਕਰਕੇ ਇਹਨਾਂ ਦੀ ਜਿਹੜੀ ਇੱਕ ਜਿਹੜੀ ਇੰਟਰਵਿਊ, ਜਿਵੇਂ ਆਪਾਂ ਦਾਸ ਸਕਾਲਰ ਨੇ ਕਿਹਾ ਸੀ ਵੀ ਸਾਡੇ 2005 'ਚ ਇਸੇ ਕੈਟਾਗਰੀ ਪੇਪਰ ਸਾਰੇ ਗਏ ਆ ਤੇ ਅੱਗੇ ਨਹੀਂ ਹੋ ਰਿਹਾ, ਤੇ ਜੇ ਉਹਨਾਂ ਦੀ ਇੰਟਰਵਿਊ ਵਾਲੀ ਸਟੇਜ ਤੇ ਕੇਸ ਪਹੁੰਚਿਆ ਤਾਂ ਜਿੰਨੀ ਦੇਰ ਤੱਕ ਐਗਜ਼ੈਕਟਿਵ ਜਿਹੜਾ ਆਰਡਰ ਹੈਗਾ ਇਮੀਗ੍ਰੇਸ਼ਨ ਬੈਨ ਦਾ ਇਹ ਲਾਗੂ ਹੋਣੀ ਜੇ ਤੱਕ ਡੇਟ ਨਹੀਂ ਆਏਗੀ। ਬਾਕੀ ਜੇ ਜਿਨ੍ਹਾਂ ਨੇ ਅਪੋਲ ਕੀਤੇ ਭਾਈ ਸਾਹਿਬ ਨੇ, ਤੇ ਜੇ ਇਹਨਾਂ ਦੇ ਜਿਹੜੇ ਹੈਗੇ ਆ ਉਹ ਅਜੇ ਬਾਅਦ ਚ ਅਪਲਾਈ ਕੀਤਾ 5 ਤੋਂ, ਜਿਵੇਂ 2010 11 ਜਾਂ 8 ਚ, ਤਾਂ ਉਹ ਤਾਂ ਜੇ ਪ੍ਰੋਸੈਸਿੰਗ ਜੀ ਆ ਉਹਦਾ ਅਜੇ ਪੈਂਡਿੰਗ ਹੀ ਆ, ਟਾਈਮ ਲੱਗੇਗਾ, 15 ਸਾਲ ਲੱਗਣਗੇ। ਤੇ ਇਹਦੇ ਕਰਕੇ ਇੰਨੀ ਜ਼ਿਆਦਾ ਡਿਲੇ ਤਾਂ ਨਹੀਂ ਹੋਣ ਲੱਗੀ, ਪਰ ਇਹ ਆ ਵੀ ਕੋਈ ਨਾ ਕੋਈ ਡਿਲੇ ਤਾਂ ਜ਼ਰੂਰ ਹੋਏਗੀ, ਕਿਉਂਕਿ ਆਫਟਰ ਆਲ ਜਿਹੜਾ ਬੈਨ ਲੱਗਿਆ ਸਾਰੇ ਕੈਟਾਗਰੀਆਂ ਪਿੱਛੇ ਪਾ ਦਿੱਤੀਆਂ ਜਾਣਗੀਆਂ, ਸੋ ਫਰਕ ਤਾਂ ਪਏਗਾ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ। ਹਜੇ ਕੁਝ ਮੈਂ ਪ੍ਰਸ਼ਨ ਹੋਰ ਪੁੱਛਣੇ ਸੀ, ਕੁਝ ਡਿਪੋਰਟੇਸ਼ਨ ਨਾਲ ਸੰਬੰਧਿਤ, ਕੁਝ ਹੋਰ ਸ਼ਾਇਦ ਉਹ ਨੈਕਸਟ ਵੀਕ ਹੀ ਹੁਣ ਪੁੱਛੇ ਜਾਣਗੇ, ਪਰ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ। ਤੁਸੀਂ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਸਾਰਿਆਂ ਨੂੰ ਇਹੀ ਬੇਨਤੀ ਆ ਕਿ ਸੇਫ ਰਹਿਣ, ਤੇ ਅਮਰੀਕਾ ਦੇ ਵਿੱਚ ਤਾਂ ਖਾਸ ਕਰਕੇ ਇੱਕ ਤਾਂ ਜਿਹੜਾ ਮਤਲਬ ਕਰੋਨਾ ਵਾਇਰਸ ਕਰਕੇ ਤਾਂ ਪਹਿਲਾਂ ਸੀਗੀ ਪ੍ਰੋਬਲਮ ਹੋਣਾ, ਨਵੀਂ ਜਿਹੜੀ ਅਨਰੈਸਟ ਹੋਈ ਹੈ ਇਹਦੇ ਕਰਕੇ ਵੀ ਖਿਆਲ ਰੱਖਣਾ ਆਪਣਾ, ਤੇ ਜਿਹੜੀਆਂ ਅਪਡੇਟਸ ਨੇ ਗਵਰਨਮੈਂਟ ਦੀਆਂ ਉਹਨਾਂ ਤੇ ਧਿਆਨ ਦੇਣ ਪੂਰਾ। ਤੇ ਬਾਕੀ ਜਿਹੜੀ ਹਰੇਕ ਡਿਪਾਰਟਮੈਂਟ ਦੀਆਂ ਵੈਬਸਾਈਟ ਹੈਗੀਆਂ ਉੱਥੇ ਜਾ ਕੇ ਚੈੱਕ ਕਰ ਸਕਦੇ ਜਾਂ ਸਾਨੂੰ ਪੁੱਛ ਸਕਦੇ, ਆਪਣੇ ਬੱਚਿਆਂ ਨੂੰ ਪੁੱਛ ਸਕਦੇ, ਅਫਵਾਹਾਂ ਤੇ ਨਾ ਜਾਣ। ਪਰ ਅਜੇ ਟਾਈਮ ਜਿਹੜਾ ਹੈਗਾ ਉਹ ਇਹ ਆ ਵੀ ਸੇਫ, ਤੇ ਸਾਰਿਆਂ ਨੂੰ ਮੇਰਾ ਇਹੀ ਸਾਰਿਆਂ ਨੂੰ ਸੁਨੇਹਾ ਬੇਨਤੀ ਆ ਵੀ ਆਪਣੇ ਆਪ ਨੂੰ ਸੇਫ ਰੱਖੋ। ਬਿਲਕੁਲ ਸਰ, ਇੱਕ ਵਾਰੀ ਜਾਣ ਤੋਂ ਪਹਿਲਾਂ ਜ਼ਰੂਰ ਦੱਸ ਦਿਓ ਕਿ ਤੁਹਾਡੇ ਨਾਲ ਸੰਪਰਕ ਸਾਧਨਾ ਹੋਵੇ। ਇੱਕ ਤਾਂ ਤੁਹਾਡੇ ਨਾਲ ਫੋਨ ਨੰਬਰ ਅਸੀਂ ਆਲਰੇਡੀ ਦਿੱਤਾ ਹੋਇਆ, ਤੇ ਇਸ ਤੋਂ ਇਲਾਵਾ ਕਿਵੇਂ ਸੰਪਰਕ ਸਾਧ ਸਕਦੇ ਨੇ ਤੇ ਕਿਹੜੇ ਵੇਲੇ ਸੰਪਰਕ ਕਰ ਸਕਦੇ ਨੇ? ਹਾਂਜੀ, ਜਦੋਂ ਮਰਜ਼ੀ ਮੈਨੂੰ ਫੋਨ ਕਰ ਲੈਣ ਇਸ ਨੰਬਰ ਤੇ 9179155142, ਤੇ ਜਾਂ ਮੈਨੂੰ ਈਮੇਲ ਕਰ ਲੈਣ। ਮੈਂ ਤਕਰੀਬਨ ਆਮ ਤੌਰ ਤੇ ਜਾਂ ਫੋਨ ਚੱਕਦੇ ਜਾਂ ਮੈਂ ਕਾਲ ਬੈਕ ਕਰ ਦਿੰਦਾ, ਮੈਸੇਜ ਛੱਡ ਦੇਣ, ਜਿਵੇਂ ਟੈਕਸਟ ਕਰ ਦੇਣ, ਈਮੇਲ ਕਰ ਦੇਣ, ਮੈਂ ਕਾਲ ਬੈਕ ਕਰੂੰਗਾ। ਵੀ ਆਰ ਵੈਲਕਮ, ਜਿਹਨੇ ਵੀ ਸਵਾਲ ਪੁੱਛਣਾ ਮੈਨੂੰ ਕਰ ਸਕਦੇ, ਕੋਈ ਗੱਲ। ਜੀ ਬਿਲਕੁਲ, ਥੈਂਕ ਯੂ ਸੋ ਮਚ ਸਰ। ਤੁਸੀਂ ਹਮੇਸ਼ਾ ਆਪਦਾ ਕੀਮਤੀ ਸਮਾਂ ਕੱਢਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਹੋ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ। ਥੈਂਕ ਯੂ ਸੋ ਮਚ ਤੁਹਾਡਾ। ਠੀਕ ਹੈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਜੀ ਜਸਪ੍ਰੀਤ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਇਸ ਵਕਤ US ਇਮੀਗ੍ਰੇਸ਼ਨ ਦੇ ਬਾਰੇ ਵਿੱਚ ਜੇਕਰ ਤੁਸੀਂ ਇਹਨਾਂ ਤੋਂ ਕੁਝ ਵੀ ਪੁੱਛਣਾ ਚਾਹੁੰਦੇ ਹੋ, ਸੋ ਗ੍ਰੀਨ ਬਾਕਸ ਦੇ ਵਿੱਚ ਉਹਨਾਂ ਦਾ ਨਾਲ ਫੋਨ ਨੰਬਰ ਲਿਖਿਆ ਹੋਇਆ। ਕਿਰਪਾ ਕਰਕੇ ਸਿਰਫ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਸਟੂਡੀਓ ਵਿੱਚ ਕਾਲ ਕਰਿਆ ਕਰੋ। ਇਸ ਤੋਂ ਬਾਅਦ ਜੇਕਰ ਤੁਸੀਂ ਕਾਲ ਕਰਦੀਆਂ ਤਾਂ ਜਿਹੜੇ ਵਿਅਕਤੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਫੋਨ ਨੰਬਰ ਨਾਲ ਪ੍ਰੋਵਾਈਡ ਕੀਤਾ ਜਾਵੇ, ਸੋ ਉੱਥੇ ਤੁਸੀਂ ਕਾਲਸ ਕਰ ਸਕਦੇ ਹੋ। ਜਸਪ੍ਰੀਤ ਜੀ ਦਾ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਈਏ, 917 915 4142, ਤੇ ਇਹਨਾਂ ਦਾ ਤੁਸੀਂ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਅੱਜ ਫਲਾਈਟਸ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕੈਨੇਡਾ ਨੂੰ ਇੰਡੀਆ ਤੇ ਇੰਡੀਆ ਟੂ ਕੈਨੇਡਾ ਫਲਾਈਟਸ ਕਦੋਂ ਰਵਾਨਾ ਹੋਣਗੀਆਂ। ਸੋ ਸ਼ਾਮ ਨੂੰ 6 ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਜਿਹੜਾ ਹੈ ਸਾਡਾ ਦੇਖਣਾ ਨਾ ਭੁੱਲਿਓ, ਤੇ ਉਸ ਪ੍ਰੋਗਰਾਮ ਦੇ ਵਿੱਚ ਨਿਊਜ਼ ਐਂਡ ਵਿਊਜ਼ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਫਲਾਈਟਸ ਦੇ ਬਾਰੇ ਵਿੱਚ ਜੋ ਲੇਟੈਸਟ ਅਪਡੇਸ਼ਨ ਆਈ ਆ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।